ਤੁਹਾਨੂੰ ਲੱਗਦਾ ਕਿ ਇਹ ਬਿੱਲ ਨਹੀਂ ਵਾਪਸ ਲਿਆ ਜਾਊਗਾ? ਬਿੱਲ ਇਹ ਉਹਨਾਂ ਦੇ ਫਾਇਦੇਮੰਦ ਹੈ, ਵਾਪਸ ਕੋ ਲਿਆ ਜਾਏਗਾ? ਜੇ ਉਹ ਕਹਿੰਦੇ ਜੀ ਸਾਨੂੰ ਤਾਂ ਲੋੜ ਨਹੀਂ, ਫਾਇਦਾ ਸਾਡਾ ਹੋ ਹੀ ਨਹੀਂ ਨਹੀਂ, ਉਹਦਾ ਫਾਇਦਾ ਹੋਊਗਾ, ਹੋਏਗਾ। ਤੁਹਾਡੇ ਮੁਤਾਬਕ? ਸਾਡੇ ਮੁਤਾਬਕ ਨਹੀਂ, ਸੱਚਾਈ ਇਹੀ ਹੈ। ਸਾਰੀ ਉਮਰ ਜਿੰਨੇ ਵੀ ਕਿਸਾਨ ਲੀਡਰ ਸੀਗੇ ਸਵਾਮੀਨਾਥਨ ਹੀ ਕਰਦੇ ਸੀ ਨਾ ਜੀ। ਅਸੀਂ ਉਸ ਤੋਂ ਹੀ ਚੱਕ ਕੇ ਸਾਰਾ ਕੁਝ ਕੀਤਾ। ਪਰ ਸਵਾਮੀਨਾਥਨ ਦੀ ਰਿਪੋਰਟ ਦੇ ਵਿੱਚ ਤਾਂ ਇਹ ਸੀਗਾ ਕਿ ਲਾਗਤ ਨਾਲੋਂ 1.5 ਗੁਣਾ ਦਿੱਤਾ ਜਾਊਗਾ। ਉਹ 1.5 ਗੁਣਾ ਦੇਤਾ ਸਰ, 1.5 ਗੁਣਾ ਦਿੱਤਾ ਨਹੀਂ। ਜਦੋਂ 1.5 ਗੁਣਾ ਦੀ MSP ਦਾ ਵਿੱਚੋਂ ਚੱਕ ਹੀ ਦਿੱਤੀ ਤੇ ਨਹੀਂ ਚੱਕੀ ਨਾ, ਇਹੀ ਤਾਂ ਤੁਹਾਨੂੰ ਗਲਤ ਚੱਕੀ ਨਹੀਂ। ਮੋਦੀ ਸਾਹਿਬ ਨੇ ਕਿਹਾ MSP ਸੀ, MSP ਹੈ, MSP ਰਹੇਗੀ। ਜਦੋਂ ਕਿਸਾਨ ਹੀ ਕਹਿ ਰਿਹਾ ਕਿ ਸਾਨੂੰ ਲੋੜ ਹੀ ਨਹੀਂ ਯਾਰ, ਫਿਰ ਇਹ ਧੱਕਾ ਕਿਉਂ ਕੀਤਾ ਜਾ ਰਿਹਾ? ਹੁਣ ਤੱਕ ਕਿਸਾਨ ਆਤਮ ਹੱਤਿਆ ਕਿਉਂ ਕਰਦਾ ਰਿਹਾ? ਜੇ ਸਰਕਾਰਾਂ ਇੰਨੀਆਂ ਹੀ ਚੰਗੀਆਂ ਸੀ, ਜੇ ਉਹ ਇੰਨਾ ਹੀ ਵਧੀਆ ਕੰਮ ਕਰ ਰਹੀਆਂ ਸੀ, ਫਿਰ ਕਿਸਾਨ 1947 ਤੋਂ ਹੁਣ ਤੱਕ 73 ਸਾਲਾਂ 'ਚ ਤੇ ਹੁਣ ਵੀ ਕਿਸਾਨ ਆਤਮ ਹੱਤਿਆ ਕਰ ਰਹੇ। ਕੋਈ ਇੱਕ ਚੀਜ਼ ਦੀ ਐਗਜ਼ਾਮਪਲ ਦੇ ਸਕਦੇ ਹੋ ਵੀ ਜਿਹਨੇ ਸਟੋਰੇਜ ਕਰ ਲਈ ਹੋਗੀ? ਕੋਈ ਸਿੰਗਲ ਚੀਜ਼ ਦੀ ਐਗਜ਼ਾਮਪਲ ਤੁਹਾਡੇ ਕੋਲ? ਅੱਜ ਮਾਰਕੀਟ ਦੇ ਵਿੱਚ ਪਿਆਜ਼ ਆ ਜਿਹੜਾ 80 ਰੁਪਏ ਤੱਕ ਹੋਇਆ ਜੀ। ਚਲੋ ਜੇ ਸਾਡੇ ਭੰਡਾਰ ਭਰੇ ਹੋਏ ਨੇ, ਫਿਰ ਇੰਨੇ ਰੇਟ ਕਿਉਂ? ਰੇਲਵੇ ਅੱਜ ਵੇਚਿਆ ਜਾ ਰਿਹਾ ਜੀ, ਪ੍ਰਾਈਵੇਟ ਕੀਤਾ ਜਾ ਰਿਹਾ। BSNL ਪ੍ਰਾਈਵੇਟ ਕੀਤੀ ਜਾ ਰਹੀ ਹੈ ਜੀ। 에ਅਰਪੋਰਟ ਉਹ ਵੇਚੇ ਜਾ ਰਹੇ ਨੇ। ਮੈਨੂੰ ਇਹ ਦੱਸੋ ਵੀ ਜੇ ਤਾਂ ਇਹ ਘਾਟੇ 'ਚ ਨੇ ਤਾਂ ਬਿਜ਼ਨਸਮੈਨ ਖਰੀਦ ਕਿਉਂ ਰਿਹਾ? ਜੇ ਇਹ ਫਾਇਦੇ 'ਚ ਨੇ ਤੇ ਫਿਰ ਸਰਕਾਰ ਵੇਚ ਕਾਹਤੇ ਰਹੀ ਹੈ? ਜਿਹੜਾ ਉਹਨਾਂ ਨੇ 70 ਸਾਲਾਂ 'ਚ ਨਹੀਂ ਕਰ ਸਕੇ, ਅਸੀਂ ਉਹ 7 ਸਾਲਾਂ 6 ਸਾਲਾਂ 'ਚ ਅਸੀਂ ਕੀਤਾ। ਅਸੀਂ ਸਪੀਡ ਨਾਲ ਕੀਤਾ, ਅਸੀਂ ਇਹ ਕਹਿਣਾ ਚਾਹ ਰਹੇ। ਉਹਨਾਂ ਨੇ ਵੀ ਕੀਤਾ ਜੀ। ਜਿਸ ਸਪੀਡ ਨਾਲ ਕੀਤਾ, ਫਿਰ ਇਹਨਾਂ ਨੂੰ ਪ੍ਰਾਈਵੇਟੇਸ਼ਨ ਕਰਨ ਦੀ ਲੋੜ ਕੀ ਪੈ ਗਈ ਸੀ? ਜਦੋਂ ਤੁਸੀਂ ਤਰੱਕੀ ਵੀ ਇੰਨੀ ਕਰਾਤੀ 2014 ਤੋਂ ਬਾਅਦ, ਡਿਵੈਲਪਮੈਂਟ ਹੀ ਇੰਨੀ ਕਰਾਤੀ, ਫਿਰ ਲੋੜ ਕੀ ਪੈ ਗਈ ਮਹਿਕਮਿਆਂ ਨੂੰ ਪ੍ਰਾਈਵੇਟ ਕਰਨ ਦੀ? ਇਹ ਜਿਹੜੀ ਉਹਨਾਂ ਦੇ ਖਿਲਾਫ ਰੈਲੀ ਕੱਢੀ ਜਾ ਰਹੀ ਆ ਦਲਿਤਾਂ ਦੇ ਹੱਕ 'ਚ ਤੇ ਸਰਕਾਰ ਦੇ ਖਿਲਾਫ, ਇਹ ਜਿਹੜੀ ਰੈਲੀ ਹੈ ਯੂਪੀ ਵੱਲ ਨੂੰ ਜਾਊ, ਜਿੱਥੇ ਇੱਕ ਦਲਿਤ ਬੱਚੀ ਦੇ ਨਾਲ ਘਟਨਾ ਤੁਹਾਨੂੰ ਪਤਾ ਹੀ ਆ ਕੀ ਹੋਈ, ਹਾਥਰਸ ਵਾਲੀ। ਪਰ ਤੁਹਾਡੇ BJP ਦੇ ਮੰਤਰੀ ਵਰਕਰ ਉਹਨਾਂ ਦੇ ਖਿਲਾਫ ਉੱਥੇ ਧਰਨੇ ਲਾ ਰਹੇ ਨੇ। ਜਿਹੜੇ ਦੋਸ਼ੀ ਨੇ ਉਹਨਾਂ ਦੇ ਹੱਕ ਸਪੋਰਟ ਦੇ ਵਿੱਚ ਰੈਲੀਆਂ ਕਰ ਰਹੇ ਨੇ, ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਇਹ ਦਲਿਤ ਯਾਤਰਾ ਉੱਧਰ ਨੂੰ ਵੀ ਜਾਊ ਜੀ। ਜਿਹੜੀ ਤੁਸੀਂ ਕਹਿੰਦੇ ਹੋ ਕਿ ਇੰਨੀ ਦੇਸ਼ ਭਗਤੀ ਆ ਤੁਹਾਡੇ ਅੰਦਰ, ਤੁਹਾਡੀ ਪਾਰਟੀ ਦੇ ਅੰਦਰ, ਸਾਰੇ RSS ਦੇ ਲਈ, ਫਿਰ RSS ਦੇ ਜਿਹੜਾ ਹੈੱਡਕੁਆਟਰ ਆ ਨਾਗਪੁਰ ਤੇ, ਉੱਥੇ ਅੱਜ ਤੱਕ ਤਿਰੰਗਾ ਝੰਡਾ ਨਹੀਂ ਲਾਇਆ ਗਿਆ ਜੀ। ਉੱਥੇ ਭਗਵਾਂ ਹੀ ਲੱਗਿਆ ਹੋਇਆ। ਜੇ ਦੇਸ਼ ਨਾਲ ਇੰਨਾ ਪਿਆਰ ਆ ਕਿ ਤਿਰੰਗਾ ਫਿਰ ਉੱਥੇ ਲਾਉਣ 'ਚ ਕੀ ਦਿੱਕਤ ਹੈ? ਜੇ ਦੁੱਗਣੀ ਕਿਸਾਨਾਂ ਦੀ ਆਮਦਨ ਹੁੰਦੀ ਆ ਤਾਂ ਇਹ ਬਿੱਲ ਆ ਜਿਹੜਾ ਇਹ ਬਿਹਾਰ ਦੇ ਵਿੱਚ ਲਾਗੂ ਹੋਇਆ ਪਹਿਲਾਂ, ਤੇ ਬਿਹਾਰ ਦੇ ਵਿੱਚ ਦੱਸੋ ਕਿਹੜੇ ਕਿਸਾਨਾਂ ਨੇ ਵੇਅਰ ਹਾਊਸ ਖੋਲ੍ਹ ਲਏ? ਦੇਖੋ ਬਿਹਾਰ ਤਾਂ ਕੋਈ ਪ੍ਰਦਰਸ਼ਨ ਹੈ ਹੀ ਨਹੀਂ। ਜੇ ਉੱਥੇ ਹੁੰਦੀ ਇਹ ਜੀ ਗੱਲ, ਜੇ ਡਬਲ ਫਾਇਦਾ ਹੁੰਦਾ ਤਾਂ ਕਿਸਾਨ ਕਰਦਾ ਨਾ ਜੀ। ਉੱਥੇ ਉਹ ਛੋਟਾ ਕਿਸਾਨ ਪੰਜਾਬ ਜਾ ਕੇ ਲੇਬਰ ਕਰ ਰਿਹਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰਾਈਮ ਉਦੇ। ਮੈਂ ਤਰਲੋਚਨ ਸਿੰਘ ਗਿੱਲਾਂ। ਅੱਜ ਕਿਸਾਨ ਸੜਕਾਂ ਦੇ ਉੱਤੇ ਆ, ਟੋਲ ਪਲਾਜ਼ਿਆਂ ਦੇ ਉੱਤੇ ਆ, ਮੌਲਾਂ ਦੇ ਉੱਤੇ ਆ। ਪੂਰਾ ਪੰਜਾਬ ਕਹਿ ਸਕਦੇ ਆ ਜਿਹੜਾ ਕਿਸਾਨ ਆ, ਉਹ ਪੂਰੇ ਪੰਜਾਬ ਦਾ ਜਿਹੜਾ ਵਾ ਉਹ ਸੜਕਾਂ ਰੋਕੀ ਬੈਠਾ, ਰੇਲਾਂ ਰੋਕੀ ਬੈਠਾ। ਕਾਰਨ ਉਹਦਾ ਬਣਿਆ ਕਿ ਸੈਂਟਰ ਸਰਕਾਰ ਆ ਜਿਹੜੀ ਇੱਕ ਬਿੱਲ ਲੈ ਕੇ ਆਉਂਦੀ ਆ, ਜਿਹਦੇ ਵਿੱਚ ਕਿ 3 ਕਾਨੂੰਨ ਪਾਸ ਕੀਤੇ ਜਾਂਦੇ ਨੇ ਲੋਕ ਸਭਾ, ਰਾਜ ਸਭਾ ਤੋਂ। ਉਸ ਤੋਂ ਬਾਅਦ ਰਾਸ਼ਟਰਪਤੀ ਸਾਹਿਬ ਦੇ ਸਾਈਨ ਹੁੰਦੇ ਨੇ। ਉਹ ਜਿਹੜਾ ਆਰਡੀਨੈਂਸ ਆ ਉਹ ਬਿੱਲ ਕਾਨੂੰਨ ਬਣ ਜਾਂਦਾ ਵਾ। ਉਹ ਕਾਨੂੰਨ ਆ ਜਿਹੜਾ, ਉਹ ਕਾਨੂੰਨ ਨੇ ਜਿਹੜੇ ਉਹਨਾਂ ਦੇ ਕਿਸਾਨਾਂ ਦਾ ਕਹਿਣਾ ਕਿ ਇਹ ਸਾਡੇ ਵਿਰੋਧ ਦੇ ਵਿੱਚ ਆ, ਇਹਦੇ ਨਾਲ ਕਿਸਾਨ ਬਰਬਾਦ ਹੋ ਜਾਊਗਾ। ਇਹ ਕੁਝ ਕਿਸਾਨਾਂ ਦਾ ਆਗੂਆਂ ਦਾ ਇਹ ਵੀ ਕਹਿਣਾ ਕਿ ਇਹ ਬਿੱਲ ਆ ਜਿਹੜਾ ਇਹ RDX ਆ, ਸਾਡੀਆਂ ਫਿਊਚਰ, ਸਾਡੇ ਜਿਹੜੇ ਨੇ ਬੱਚਿਆਂ ਦੇ ਫਿਊਚਰ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਨਾਲ ਬਰਬਾਦ ਹੋ ਜਾਣਗੇ। ਪਰ ਜਿਹੜੇ BJP ਸਰਕਾਰ ਦੇ ਨੁਮਾਇੰਦੇ ਨੇ, ਆਗੂ ਨੇ, ਉਹ ਲੋਕਾਂ ਨੂੰ ਤੇ ਕਿਸਾਨਾਂ ਨੂੰ ਇਹ ਦੱਸਣ ਦੇ ਵਿੱਚ ਲੱਗੇ ਹੋਏ ਨੇ ਕਿ ਜਿਹੜੇ ਬਿੱਲ ਨੇ ਇਹ ਜਿਹੜੇ ਕਿਸਾਨਾਂ ਦੇ ਹੱਕ ਦੇ ਵਿੱਚ ਨੇ। ਕਿਸਾਨਾਂ ਦਾ ਜਿਹੜੀ ਆਮਦਨ ਆ ਉਹ ਦੁੱਗਣੀ ਹੋ ਜਾਏਗੀ, ਕਿਸਾਨ ਖੁਸ਼ਹਾਲ ਹੋ ਜਾਊਗਾ। ਜਿਹੜਾ ਪੰਜਾਬ ਦਾ ਕਿਸਾਨ ਪਹਿਲਾਂ ਪਿਛਲੇ ਸਮੇਂ ਤੋਂ ਖੁਦਕੁਸ਼ੀਆਂ ਕਰਦਾ ਆਇਆ ਵਾ। ਇਸੇ ਲੜੀ ਦੇ ਤਹਿਤ ਅੱਜ ਮੈਂ ਪਹੁੰਚਿਆ ਵਾਂ ਲੁਧਿਆਣਾ ਦੇ ਵਿੱਚ। BJP ਦੇ ਵਾਈਸ ਪ੍ਰੈਜ਼ੀਡੈਂਟ ਨੇ ਪ੍ਰਵੀਨ ਬੰਸਲ ਜੀ,
ਉਹਨਾਂ ਨਾਲ ਗੱਲ ਕਰਦੇ ਹਾਂ ਕਿ ਜਿਹੜੇ ਉਹਨਾਂ ਦੀ ਸਰਕਾਰ ਵੱਲੋਂ, ਉਹਨਾਂ ਦੀ ਪਾਰਟੀ ਵੱਲੋਂ ਇਹ ਬਿੱਲ ਲੈ ਕੇ ਆਉਂਦੇ ਨੇ, ਉਹ ਕਿੰਨੇ ਕੁ ਲਾਹੇਵੰਦ ਨੇ। ਜੇ ਲਾਹੇਵੰਦ ਆ ਤਾਂ ਕਿਸਾਨ ਕਿਉਂ ਇਹਦਾ ਵਿਰੋਧ ਕਰ ਰਹੇ ਨੇ, ਆਓ ਗੱਲ ਕਰਦੇ ਹਾਂ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਪ੍ਰਾਈਮ ਉਹਦੇ ਵਾਲੇ ਸਾਰੇ ਦੋਸਤਾਂ ਦਾ ਧੰਨਵਾਦ ਕਰਦਾ ਤੇ ਨਾਲ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ। ਸਰ, ਕਿਸਾਨ ਸੜਕਾਂ ਤੇ ਹੈ, ਅੰਦੋਲਨ ਹੋ ਰਹੇ ਨੇ, ਕਦੇ ਰੇਲਾਂ ਰੁਕੀਆਂ ਹੋਈਆਂ ਨੇ, ਮੌਲ ਰੁਕੇ ਹੋਏ ਨੇ, ਟੋਲ ਪਲਾਜ਼ਾ ਵਾ। ਹਰੇਕ ਬੰਦਾ ਕਹਿੰਦਾ ਵਾ ਜੀ ਕਿਸਾਨਾਂ ਦੇ ਵੱਲੋਂ ਕਿ ਇਹ ਜਿਹੜਾ ਬਿੱਲ ਲੈ ਕੇ ਆਂਦੇ ਗਏ ਨੇ, ਇਹ ਸਾਡੇ ਲਈ ਮਾਰੂ ਬਿੱਲ ਨੇ, ਇਹ ਸਾਡੇ ਫਿਊਚਰ ਖਰਾਬ ਕਰ ਦੇਣਗੇ, ਇੱਥੇ ਅੰਬਾਨੀਆਂ, ਅਡਾਨੀਆਂ, ਅਰਬਪਤੀਆਂ ਦਾ ਰਾਜ ਹੋ ਜਾਊਗਾ। ਪਰ ਤੁਹਾਡੀ ਸਰਕਾਰ ਆ ਜਿਹੜੀ ਇਸ ਸਮੇਂ, ਉਹ ਕਹਿ ਰਹੀ ਆ ਕਿ ਨਹੀਂ ਜੀ, ਇਹ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਆ। ਇਹਦੇ ਬਾਰੇ ਦਿਓ ਕੁਝ ਜਾਣਕਾਰੀ ਥੋੜ੍ਹੀ। ਦੇਖੋ, ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਸਾਡੀ ਗੱਲ ਸੁਣ ਕੇ ਅੱਗੇ ਕਿਸਾਨ ਭਰਾਵਾਂ ਅਤੇ ਜਨਤਾ ਤੱਕ ਪਹੁੰਚਾਉਣ ਦਾ ਤੁਹਾਡਾ ਜਿਹੜਾ ਤੁਸੀਂ ਕੰਮ ਕਰੋਗੇ, ਉਹਦੇ ਲਈ ਤੁਹਾਡਾ ਧੰਨਵਾਦ ਹੈ। ਦੇਖੋ, ਤੁਸੀਂ ਆਪਣੀ ਗੱਲਬਾਤ ਸ਼ੁਰੂਆਤ ਕਰਦੇ ਇਹ ਗੱਲ ਕਹੀ ਵੀ ਕਿਸਾਨ ਖੁਦਕਸ਼ੀਆਂ ਕਰ ਰਿਹਾ ਜੀ। ਮੇਰਾ ਸਵਾਲ ਉੱਤੋਂ ਹੀ ਸ਼ੁਰੂ ਹੁੰਦਾ ਜੀ ਵੀ 1947 ਤੋਂ ਬਾਅਦ ਜਿਹੜੀਆਂ ਸਰਕਾਰਾਂ ਦਾ ਰਾਜ ਰਿਹਾ ਜੀ, ਜਿਹੜੀਆਂ ਸਰਕਾਰਾਂ ਚਾਹੇ ਸਟੇਟਾਂ ਦੇ ਅੰਦਰ ਚਾਹੇ ਕੇਂਦਰ ਦੇ ਅੰਦਰ ਲੰਬੇ ਲੰਬੇ ਦੌਰ ਜਿਨ੍ਹਾਂ ਦੇ ਰਹੇ, ਅੱਜ ਉਹੀ ਪਾਰਟੀਆਂ ਕਿਸਾਨਾਂ ਨੂੰ ਗਲਤ ਮਲਤ ਬਿੱਲਾਂ ਦੇ ਬਾਰੇ ਦੱਸ ਕੇ ਔਰ ਪ੍ਰੋਟੈਸਟ ਕਰਵਾ ਰਹੀਆਂ ਜੀ, ਸਪੋਂਸਰਡ ਕਰ ਰਹੀਆਂ, ਪਿੱਛੇ ਬਹਿ ਕੇ ਸਾਰਾ ਕੰਮ ਕਰ ਰਹੀਆਂ ਜੀ। ਸਾਡੀ ਕੋਸ਼ਿਸ਼ ਹੈ ਵੀ ਅਸੀਂ ਕਿਸਾਨ ਭਰਾਵਾਂ ਕੋਲ ਜਾਈਏ, ਉਸ ਬਿੱਲ ਦੇ ਜਿਹੜੇ ਵੀ ਉਹਨਾਂ ਦੇ ਖਸਤੇ ਆ ਉਹਨਾਂ ਨੂੰ ਅਸੀਂ ਦੂਰ ਕਰੀਏ, ਸਾਡੀ ਕੋਸ਼ਿਸ਼ ਹੈ। ਲੇਕਿਨ ਇਹ ਆਪਣੀਆਂ ਗੱਲਾਂ ਦੇ ਨਾਲ ਇਹ ਗਲਤ ਇਹਨੂੰ ਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕਰ ਰਹੇ। ਜੇ ਸਰਕਾਰਾਂ ਇੰਨੀਆਂ ਹੀ ਚੰਗੀਆਂ ਸੀ, ਜੇ ਉਹ ਇੰਨਾ ਹੀ ਵਧੀਆ ਕੰਮ ਕਰ ਰਹੀਆਂ ਸੀ, ਫਿਰ ਕਿਸਾਨ 1947 ਤੋਂ ਹੁਣ ਤੱਕ 73 ਸਾਲਾਂ 'ਚ ਤੇ ਹੁਣ ਵੀ ਕਿਸਾਨ ਆਤਮ ਹੱਤਿਆ ਕਰ ਰਿਹਾ। ਸਾਡੇ ਜਿਹੜੀ ਹਰੀ ਕ੍ਰਾਂਤੀ ਆਈ, ਜੈ ਜਵਾਨ ਜੈ ਕਿਸਾਨ ਦਾ ਅਸੀਂ ਨਾਰਾ ਦਿੱਤਾ, ਔਰ ਪੂਰੇ ਵਰਲਡ 'ਚ ਜਿਸ ਤਰ੍ਹਾਂ ਦਾ ਅਸੀਂ ਪ੍ਰੈਜੈਂਟੇਸ਼ਨ ਅਸੀਂ ਕੀਤੀ ਤੇ ਉਹ ਮਾਰਬਲਸ ਸੀਗੀ, ਸਾਡੀ ਪ੍ਰੋਡਕਸ਼ਨ ਮਾਰਬਲਸ ਸੀ। ਉਹਦੇ ਬਾਵਜੂਦ ਕਿਸਾਨ ਕਿਉਂ ਆਤਮ ਹੱਤਿਆ ਕਰ ਰਿਹਾ? ਤੇ ਇਹਦਾ ਮਤਲਬ ਕਿਤੇ ਨਾ ਕਿਤੇ ਉਹ ਪਾਲਿਸੀਆਂ 'ਚ, ਉਹਨਾਂ ਦੀਆਂ ਪਾਲਿਸੀਆਂ 'ਚ ਫਰਕ ਸੀ। ਉਹਨਾਂ ਨੇ ਕਿਸਾਨਾਂ ਨੂੰ ਬੰਧਨਾਂ 'ਚ ਰੱਖਿਆ ਹੋਇਆ ਸੀਗਾ। ਉਹ ਗੱਲਾਂ ਤਾਂ ਕਰਦੇ ਸੀ ਕਿਸਾਨ ਦੀਆਂ, ਨਾਰਾ ਤਾਂ ਦਿੰਦੇ ਸੀ ਜੈ ਜਵਾਨ ਜੈ ਕਿਸਾਨ ਦਾ, ਲੇਕਿਨ ਉਹਨਾਂ ਨੂੰ ਓਪਨ ਮੰਡੀਆਂ ਨਹੀਂ ਦਿੱਤੀਆਂ, ਉਹਨਾਂ ਨੂੰ ਆਜ਼ਾਦੀ ਨਹੀਂ ਦਿੱਤੀ। ਕਿਸਾਨ ਬੰਨਿਆ ਹੋਇਆ ਸੀ। ਜੇ ਕਿਸਾਨ ਇੱਕ ਮੰਡੀ 'ਚੋਂ ਬਾਹਰ ਜਾਂਦਾ, ਉਹਨਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਟੈਕਸ ਲੱਗੇ ਸੀ, ਉਹਨੂੰ ਨਵੀਂ ਟੈਕਨੋਲੋਜੀ ਲਈ ਸਪੋਰਟ ਨਹੀਂ ਸੀ, ਉਹਨਾਂ ਨੂੰ ਦੂਸਰੇ ਬਾਜ਼ਾਰਾਂ, ਦੇਸ਼ ਦੇ ਬਾਜ਼ਾਰਾਂ ਦੀ ਉਹਨਾਂ ਨੂੰ ਕੋਈ ਖੁੱਲ੍ਹ ਨਹੀਂ ਸੀ। ਭਾਰਤੀ ਜਨਤਾ ਪਾਰਟੀ 2014 'ਚ ਆਈ, ਉਹਨਾਂ ਨੇ ਆਂਦੇ ਇਹ ਗੱਲ ਕਹੀ ਵੀ ਅਸੀਂ ਕਿਸਾਨਾਂ ਦੀ ਆਮਦਨ ਕਰਨੀ ਧਿਆਨ ਦੇਵਾਂਗੇ। ਸਾਡਾ ਨਾਰਾ ਸਭ ਦਾ ਰਾਜ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ, ਸਭ ਦੇ ਵਿੱਚ ਕਿਸਾਨ ਪ੍ਰਮੁੱਖ ਆਉਂਦਾ। ਕਿਉਂ? ਕਿਉਂਕਿ ਅਸੀਂ ਅੰਨਦਾਤਾ ਕਹਿੰਦੇ ਹਾਂ। ਦੇਖੋ, ਤੁਸੀਂ ਅੱਗੇ ਕਦੇ ਵੀ ਸੰਸਦ 'ਚ ਮੀਟਿੰਗਾਂ ਹੁੰਦੀਆਂ ਸੀਗੀਆਂ ਤਾਂ ਸਾਰੀਆਂ ਸਟੇਟਾਂ ਦੀਆਂ ਜਿਹੜੇ ਨੁਮਾਇੰਦੇ ਸੀਗੇ ਯੂਰੀਆ ਵਾਸਤੇ ਪ੍ਰਦਰਸ਼ਨ ਕਰਦੇ ਸੀ। ਅਸੀਂ ਆਂਦੇ ਹੀ ਇਹ ਪ੍ਰੋਬਲਮ ਖਤਮ ਕਰਤੀ, ਨੀਮ ਕੋਟਡ ਯੂਰੀਆ ਅਸੀਂ ਕਿਸਾਨਾਂ ਨੂੰ ਦਿੱਤਾ। ਅੱਜ ਤੁਹਾਨੂੰ ਯੂਰੀਆ ਦੀ ਕਿਤੇ ਗੱਲ ਨਹੀਂ ਹੁੰਦੀ। ਅਸੀਂ ਬੀਮਾ ਕਿਸਾਨਾਂ ਦੀ ਫਸਲ ਦਾ ਬੀਮਾ ਸ਼ੁਰੂ ਕੀਤਾ, ਅਸੀਂ ਉਹਨਾਂ ਦੇ ਲੋਨ ਦਾ ਸਿਸਟਮ ਸ਼ੁਰੂ ਕੀਤਾ, ਅਸੀਂ ਉਹਨਾਂ ਦੀ ਸੋਇਲ ਟੈਸਟਿੰਗ ਸ਼ੁਰੂ ਕੀਤੀ। ਅਸੀਂ ਇਹ ਕਿਹਾ ਸੀ ਵੀ ਕਿਸਾਨਾਂ 'ਤੇ ਸਾਡਾ ਫੋਕਸ ਸੀ। ਕਿਸਾਨਾਂ 'ਤੇ ਫੋਕਸ ਕਰਦੇ ਹੋਏ ਜਦ ਦੂਸਰੀ ਵਾਰ ਸਾਡੀ ਸਰਕਾਰ ਆਈ, ਜਦ ਅਸੀਂ 2019 ਸਾਡੀ ਸਰਕਾਰ ਆਈ, ਅਸੀਂ ਉਸ ਤੋਂ ਬਾਅਦ ਉਹਨਾਂ ਦੇ ਨੁਮਾਇੰਦਿਆਂ ਨਾਲ, ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਔਰ ਐਕਸਪਰਟਾਈਜ਼ ਨਾਲ ਮਿਲ ਕੇ, ਉਹਨਾਂ ਨਾਲ ਗੱਲਬਾਤ ਕਰਕੇ, ਉਹਨਾਂ ਦੇ ਵਿਚਾਰ ਲੈ ਕੇ ਇੱਕ ਕਾਨੂੰਨ ਲੈ ਕੇ ਆਂਦਾ। ਉਹ ਕਾਨੂੰਨ ਪਿਛਲੇ ਕਾਨੂੰਨ ਦੇ ਪੈਰਲਲ ਸੀ। ਪਿਛਲਾ ਜੋ ਕਾਨੂੰਨ ਸੀ APMC ਦਾ, ਮੰਡੀਆਂ ਦਾ ਜਾਂ MSP ਦਾ, ਉਹਨੂੰ ਬਿਨਾਂ ਟੱਚ ਕੀਤੇ ਰਾਦਰ ਉਹਨੂੰ ਵੀ ਮਜ਼ਬੂਤ ਕੀਤਾ ਸੀ। ਵੀ MSP ਰੇਟ ਵਧਾਏ, ਉਹਨਾਂ ਨੂੰ ਮਜ਼ਬੂਤ ਕਰਦੇ, ਇੱਕ ਪੈਰਲਲ ਸਿਸਟਮ ਚਲਾਇਆ ਕੰਟਰੈਕਟ ਫਾਰਮਿੰਗ ਦਾ। ਵੀ ਜਿਹੜੇ ਕਿਸਾਨ ਵੀਰ ਉਸ ਆਪਸ਼ਨ 'ਚ ਆਉਣਾ ਚਾਹੁੰਦੇ ਆ, ਜਿਹੜੇ ਸਮੁੰਦਰ 'ਚ ਤੈਰਨਾ ਚਾਹੁੰਦੇ ਆ, ਜਿਹੜੇ ਵਿਦੇਸ਼ਾਂ 'ਚ ਆਪਣੀ ਫਸਲ ਵੇਚਣਾ ਚਾਹੁੰਦੇ ਆ,
ਤੁਹਾਡੇ ਕਹਿਣ ਦਾ ਮਤਲਬ ਜਿੱਥੇ ਤੱਕ ਮੈਨੂੰ ਸਮਝ ਆਇਆ ਇਹ ਆ ਕਿ ਜਿਹੜੇ ਕਿਸਾਨ ਬੈਠੇ ਨੇ ਉਹਨਾਂ ਨੂੰ ਉਕਸਾਇਆ ਜਾ ਰਿਹਾ ਦੂਸਰੀ ਕਾਂਗਰਸ ਪਾਰਟੀ ਵੱਲੋਂ। ਕੀ ਤੁਹਾਨੂੰ ਲੱਗਦਾ ਪਾਰਟੀ ਵੱਲੋਂ ਨਹੀਂ ਜੀ ਸਾਰੀਆਂ ਹੀ ਪਾਰਟੀਆਂ ਪੰਜਾਬ ਦੇ ਵਿੱਚ ਸੱਤਾ ਜਿੰਨਾਂ ਦੀ ਸਾਰੇ ਪਾਰਟੀਆਂ ਕਿਉਂਕਿ ਤੁਹਾਨੂੰ ਕੀ ਲੱਗਦਾ ਜਿਹੜਾ ਕਿਸਾਨ ਆ ਉਹ ਇੰਨਾ ਹੀ ਅਨਪੜ੍ਹ ਆ ਤੇ ਉਹ ਮਗਰ ਲੱਗ ਰਿਹਾ? ਬਿਲਕੁਲ ਨਹੀਂ, ਉਹਨਾਂ ਦੇ ਆਪ ਦੇ ਦਿਮਾਗ ਹੈ ਨਹੀਂ ਜੀ। ਬਿਲਕੁਲ ਉਹਨਾਂ ਦਾ ਬਹੁਤ ਦਿਮਾਗ ਹੈ। ਕਿਸਾਨ ਅਨਪੜ੍ਹ ਨਹੀਂ ਹੈ, ਕਿਸਾਨ ਬੜਾ ਸਮਝਦਾਰ ਹੈ, ਦੇਸ਼ ਭਗਤ ਹੈ। ਦੇਖੋ ਪਰ ਹਾਂਜੀ ਮੈਂ ਤੁਹਾਡੀ ਇਸੇ ਗੱਲ ਨੂੰ ਜੋੜਨ ਲੱਗਿਆ ਤੁਹਾਡੇ ਨਾਲ। ਦੇਖੋ ਇੱਕ ਚੀਜ਼ ਹੈ ਜੀ, ਤੁਹਾਡੀ ਯਾਦ ਹੈ ਜਦੋਂ ਹਿੰਦੁਸਤਾਨ 'ਚ ਭਾਖੜਾ ਡੈਮ ਬਣਿਆ ਸੀਗਾ ਜੀ, ਉਦੋਂ ਵੀ ਇੱਕ ਅੰਦੋਲਨ ਹੋਇਆ ਸੀਗਾ ਜੀ, ਔਰ ਅੰਦੋਲਨ ਕੀ ਸੀਗਾ ਵੀ ਕਿਸਾਨਾਂ ਨੂੰ ਸਰਕਾਰ ਫੋਕਾ ਪਾਣੀ ਦੇ ਰਹੀ ਹੈ, ਉਸ ਤੋਂ ਬਿਜਲੀ ਕੱਢੀ ਹੋਈ ਹੈ, ਤੇ ਤੁਸੀਂ ਕੀ ਕਹੋਗੇ ਕਿਸਾਨ ਅਨਪੜ੍ਹ ਹੈ? ਕਿਸਾਨ ਨੂੰ ਸਮਝ ਨਹੀਂ ਆਉਂਦੀ ਸੀਗੀ। ਫਿਰ ਜੇ ਕਿਸਾਨ ਅਨਪੜ੍ਹ ਨਹੀਂ ਕਿਸਾਨ ਸਮਝਦਾਰ ਆ, ਫਿਰ ਕਿਸਾਨ ਜਦੋਂ ਕਹਿ ਰਿਹਾ ਕਿ ਸਾਨੂੰ ਲੋੜ ਨਹੀਂ ਇਹ ਬਿੱਲ ਦੀ, ਜੇ ਮੈਂ ਕਹਾਂ ਵੀ ਮੈਂ ਤੁਹਾਡੀ ਪਹਿਲਾਂ ਮੈਂ ਚਲੋ ਵਿੱਚ ਤੁਹਾਡੀ ਨਾਲ ਗੱਲ ਦੀ ਇੱਕ ਐਗਜ਼ਾਮਪਲ ਦੇ ਦੇਣਾ ਕਿ ਜੇ ਤੁਹਾਡੀ ਸਿਹਤ ਮੰਨ ਲਓ ਠੀਕ ਆ, ਪਰਮਾਤਮਾ ਕਹਿੰਦਾ ਵੀ ਠੀਕ ਆ, ਤੁਸੀਂ ਚੰਗੇ ਹੋ, ਸਿਹਤਮੰਦ ਹੋ, ਮੈਂ ਤੁਹਾਨੂੰ ਆ ਕੇ ਕਹਾਂ ਵੀ ਆਹ ਇੱਕ ਟੈਬਲੇਟ ਲੈ ਲਓ ਜੀ, ਜੇ ਤੁਹਾਨੂੰ ਆਹ ਬਿਮਾਰੀ ਹੈਗੀ ਆ ਤਾਂ ਠੀਕ ਹੋ ਜੂ, ਜੇ ਨਹੀਂ ਹੈਗੀ ਤਾਂ ਆਉਣ ਵਾਲੇ ਸਮੇਂ 'ਚ ਲੱਗੂਗੀ ਨਹੀਂ। ਤੁਸੀਂ ਕਹੋ ਯਾਰ ਮੈਨੂੰ ਲੋੜ ਹੀ ਨਹੀਂ, ਮੈਂ ਠੀਕ ਹਾਂ, ਤੇ ਮੈਂ ਤੁਹਾਡੇ ਨਾਲ ਧੱਕਾ ਕਰਾਂ ਕਿ ਨਹੀਂ ਯਾਰ ਤੁਸੀਂ ਲਓ। ਜਦੋਂ ਜਿਹੜਾ ਬੰਦਾ ਬਿਮਾਰ ਆ, ਜਿਹਨੂੰ ਸਰਕਾਰ ਕਹਿ ਰਹੀ ਆ ਵੀ ਲੋੜ ਆ ਕਿਸਾਨ ਨੂੰ, ਜਦੋਂ ਕਿਸਾਨ ਹੀ ਕਹਿ ਰਿਹਾ ਕਿ ਸਾਨੂੰ ਲੋੜ ਹੀ ਨਹੀਂ ਯਾਰ, ਫਿਰ ਇਹ ਧੱਕਾ ਕਿਉਂ ਕੀਤਾ ਜਾ ਰਿਹਾ? ਹੁਣ ਤੱਕ ਕਿਸਾਨ ਆਤਮ ਹੱਤਿਆ ਕਿਉਂ ਕਰਦਾ ਰਿਹਾ? ਤੁਸੀਂ ਡਾਕਟਰੀ ਦੀ ਗੱਲ ਕੀਤੀ ਹੈ, ਮੈਂ ਤੁਹਾਨੂੰ ਉਸੇ ਭਾਸ਼ਾ 'ਚ ਜਵਾਬ ਦਿੰਦਾ। ਤੁਸੀਂ ਕਿਸਾਨ ਆਤਮ ਹੱਤਿਆ ਕਰ ਰਿਹਾ, ਅਸੀਂ ਉਸ ਆਤਮ ਹੱਤਿਆ ਉਹ ਨਾ ਕਰੇ ਉਹਦਾ ਅਸੀਂ ਇੰਤਜ਼ਾਮ ਕਰਨਾ। ਮੰਨ ਲਓ ਕੋਈ ਬੰਦਾ ਬਿਮਾਰ ਹੁੰਦਾ, ਆਪਾਂ ਇੱਕ ਡਾਕਟਰ ਕੋਲ ਜਾਂਦੇ ਹਾਂ, ਉਹ ਆਪਾਂ ਨੂੰ ਕੋਈ ਦਵਾਈ ਦਿੰਦਾ, ਉਹਦਾ ਨਹੀਂ ਠੀਕ ਹੋਇਆ, ਫਿਰ ਵੀ ਆਤਮ ਹੱਤਿਆ ਹੋ ਰਹੀ ਹੈ, ਨਹੀਂ ਆਪਣੀ ਪਾਲਿਸੀ ਸਹੀ ਹੋਈ, ਫਿਰ ਆਪਾਂ ਦੂਸਰੀ ਲੈ ਕੇ ਆਉਂਦੇ ਹਾਂ। ਦੂਸਰੀ ਲੈ ਕੇ ਆਉਣ ਤੋਂ ਬਾਅਦ ਹੀ ਸਰਕਾਰ ਇਹ ਕਹਿੰਦੀ ਹੈ ਵੀ ਤੁਸੀਂ ਅਡਾਪਟ ਕਰੋ, ਸਰਕਾਰ ਤੁਹਾਡੇ ਮਸਲੇ ਹੱਲ ਕਰਨ ਲਈ ਬੈਠੀ ਹੈ, ਅਸੀਂ ਦੁਬਾਰਾ ਬੈਠ ਸਕਦੇ ਹਾਂ। ਪਰ ਜਿਹੜਾ ਬਿਮਾਰ ਬੰਦਾ ਉਹ ਕਹਿੰਦਾ ਜੀ ਮੈਂ ਤਾਂ ਹੁਣ ਠੀਕ ਹਾਂ ਜੀ, ਮੈਨੂੰ ਲੋੜ ਨਹੀਂ, ਮੈਂ ਲੈਣੀ ਹੋਈ ਨਹੀਂ, ਪਰ ਫਿਰ ਵੀ ਡਾਕਟਰ ਕਹਿੰਦਾ ਨਹੀਂ ਮੈਂ ਤੇਰੇ ਟੀਕਾ ਲਾਉਣਾ ਹੀ ਲਾਉਣਾ। ਇਹ ਤਾਂ ਇੱਥੇ ਸਿਚੁਏਸ਼ਨ ਉਹ ਹੋ ਗਈ ਆ, ਸਾਰੇ ਕਿਸਾਨ ਜਿਹੜੇ ਨੇ ਸੜਕਾਂ ਤੇ ਉਹ ਕਹਿੰਦੇ ਸਾਨੂੰ ਲੋੜ ਹੀ ਨਹੀਂ। ਗੱਲਬਾਤ ਖੁਦਕੁਸ਼ੀ ਤੋਂ ਸ਼ੁਰੂ ਹੋਈ ਸੀਗੀ। ਬਿਲਕੁਲ ਜੀ, ਠੀਕ ਹੈ ਨਾ, ਖੁਦਕੁਸ਼ੀਆਂ ਕਿਸਾਨਾਂ ਨੇ ਕੀਤੀਆਂ, ਪਰ ਉਹ ਕਹਿੰਦੇ ਪੁਰਾਣੀਆਂ ਸਰਕਾਰਾਂ ਨੇ ਵੀ ਸਾਡੇ ਨਾਲ ਕੋਈ ਜ਼ਿਆਦਤੀ ਧੱਕਾ ਹੀ ਕੀਤਾ ਸਾਡਾ, ਉਹਨਾਂ ਨਾਲ ਉਹਨਾਂ ਨੇ ਵੀ ਉਹਨਾਂ ਦਾ ਇਹ ਵੀ ਬਸ ਅੱਜ ਉਹ ਦੂਜੀਆਂ ਪੁਰਾਣੀਆਂ ਸਰਕਾਰਾਂ ਨੇ ਪਹਿਲਾਂ ਵੀ ਧੱਕਾ ਕੀਤਾ ਸੀ ਤੇ ਉਹ ਹੁਣ ਵੀ ਧੱਕਾ ਕਰ ਰਹੀਆਂ। ਉਹ ਸਿਰਫ ਕਿਸਾਨਾਂ ਨੂੰ ਵੋਟ ਬੈਂਕ ਦੇ ਤੌਰ ਤੇ ਵਰਤ ਰਹੀਆਂ। ਅਸੀਂ ਇਹ ਚਾਹੁੰਦੇ ਹਾਂ, ਅੱਜ ਮੈਂ ਐਗਜ਼ਾਮਪਲ ਦਿੰਦਾ ਹੁੰਦਾ, ਅੱਜ ਲੁਧਿਆਣੇ 'ਚ ਹੀਰੋ ਸਾਈਕਲ ਦਾ ਪੂਰੇ ਵਰਲਡ 'ਚ ਨਾਮ ਹੈ। ਜਦੋਂ ਹੀਰੋ ਸਾਈਕਲ ਸ਼ੁਰੂ ਹੋਇਆ ਸੀ, ਇੱਕ ਆਮ ਬਿਜ਼ਨਸਮੈਨ, ਛੋਟੇ ਜਿਹੇ ਬਿਜ਼ਨਸਮੈਨ ਤੋਂ ਸ਼ੁਰੂ ਕੀਤਾ ਸੀ। ਆਪਣੇ ਪ੍ਰੋਡਕਟ ਨੂੰ ਅਸੀਂ ਡਿਮਾਂਡ ਦੇ ਹਿਸਾਬ ਨਾਲ ਬਣਾਉਣਾ, ਆਪਣੀ ਮਰਜ਼ੀ ਦੇ ਹਿਸਾਬ ਨਾਲ ਵੇਚਣਾ। ਅੱਜ 2 ਰੁਪਏ ਕਿਲੋ ਲੈ ਕੇ ਆਲੂ 200 ਰੁਪਏ ਕਿਲੋ ਤੱਕ ਦਾ ਉਹਦਾ ਪ੍ਰੋਸੈਸ ਕਰਕੇ ਵੇਚਣਾ, ਉਹ ਕਿਸਾਨ ਕਿਉਂ ਨਾ ਵੇਚ ਸਕੇ? ਅੱਜ ਮੈਗੀ ਟਮਾਟਰ 10 ਰੁਪਏ ਕਿਲੋ ਲੈ ਕੇ ਉਹ 100 ਰੁਪਏ ਕਿਲੋ 200 ਰੁਪਏ ਕਿਲੋ ਦੀ ਉਹ ਚਟਨੀ ਵੇਚੇ, ਕਿਉਂ ਨਾ ਕਿਸਾਨ ਵੇਚੇ? ਸਰ ਹਜੇ ਤਾਂ ਪੰਜਾਬ ਦੇ ਵਿੱਚ ਕਾਨੂੰਨ ਲਾਗੂ ਨਹੀਂ ਹੋਇਆ ਜਿਹੜਾ ਹੁਣ ਨਵਾਂ ਬਣਿਆ ਵਾ, ਪਰ ਕਹਿ ਸਕਦੇ ਹਾਂ ਕਿ ਅੱਜ ਜਿਹੜੇ ਰੇਟ ਨੇ ਉਹ ਵੀ ਅਸਮਾਨ ਨੂੰ ਛੂੰਹਦੇ ਪਏ ਨੇ। ਕੁਝ ਲੋਕ ਸਟੋਰੇਜ ਕਰਦੇ ਹੋਣਗੇ, ਉਹਦੇ ਕਰਕੇ ਮਾਰਕੀਟ 'ਚ ਇਸ ਚੀਜ਼ ਦੀ ਸ਼ਾਰਟੇਜ ਆਉਂਦੀ ਆ। ਪਹਿਲਾਂ ਜਦੋਂ ਇਸ ਕਾਨੂੰਨ ਦੇ ਵਿੱਚ ਤੋਂ ਪਹਿਲਾਂ ਇਹ ਗੱਲ ਹੈ ਸੀ ਕਿ ਬੰਦੇ ਤੁਸੀਂ ਇੰਨਾ ਹੀ ਸਟੋਰ ਕਰ ਸਕਦੇ ਹੋ, ਬਾਕੀ ਤੁਹਾਨੂੰ ਮਾਰਕੀਟ ਸਿੱਟਣਾ ਪਊਗਾ। ਪਰ ਜਦੋਂ ਤੁਸੀਂ ਇਸ ਕਾਨੂੰਨ ਦੇ ਤਹਿਤ ਦੇਖਦੇ ਆ ਤਾਂ ਇਹ ਸਟੋਰੇਜ ਦੀ ਖੁੱਲੀ ਛੁੱਟੀ ਦੇ ਦੇਣੀ ਆ, ਤਾਂ ਕਿਵੇਂ ਨਹੀਂ ਚੋਰ ਬਜ਼ਾਰੀ ਬਚੂਗੀ? ਦੇਖੋ, ਜਦੋਂ ਇਹ ਕਾਨੂੰਨ ਬਣਿਆ ਸੀ ਸਟੋਰੇਜ ਦਾ, ਉਦੋਂ ਸ਼ਾਰਟੇਜ ਸੀਗੀ, ਹੁਣ ਤਾਂ ਸ਼ਾਰਟੇਜ ਨਹੀਂ ਹੈ, ਸਾਡੇ ਭੰਡਾਰ ਭਰੇ ਹੋਏ ਆ, ਹੁਣ ਕੋਈ ਦਿੱਕਤ ਨਹੀਂ ਹੈ। ਤੁਸੀਂ ਸਟੋਰੇਜ ਨਹੀਂ ਸੁਣੋ ਪੂਰੇ ਹਿੰਦੁਸਤਾਨ 'ਚ ਲੋਕਡਾਊਨ 'ਚ ਆਦਰਣੀय ਨਰਿੰਦਰ ਮੋਦੀ ਜੀ ਨੇ ਘੱਟੋ ਘੱਟ 60% ਲੋਕਾਂ ਨੂੰ, ਹਿੰਦੁਸਤਾਨ ਦੇ ਲੋਕਾਂ ਨੂੰ ਉਹਨਾਂ ਨੇ ਫ੍ਰੀ ਅੰਨ ਦਿੱਤਾ ਨਾ ਜੀ, 7-7 ਮਹੀਨਿਆਂ ਦਾ ਦਿੱਤਾ, ਤੇ ਸਾਡੇ ਕੋਲ ਸੀ ਤਾਂ ਹੀ ਦਿੱਤਾ ਨਾ ਅਸੀਂ। ਸੋ ਉਸ ਟਾਈਮ ਸਰਪਲਸ ਨਹੀਂ ਸੀ, ਉਦੋਂ ਸ਼ਾਰਟੇਜ ਸੀ, ਹੁਣ ਸਾਡੇ ਕੋਲ ਸਰਪਲਸ ਹੈ। ਸੋ ਹੁਣ ਇਹ ਕਾਨੂੰਨ ਦੀ ਲੋੜ ਨਹੀਂ ਹੈ। ਜਦੋਂ ਤੁਸੀਂ ਕਹਿੰਦੇ ਹੋ ਹੁਣ ਮਿਸਯੂਜ਼ ਹੋ ਰਿਹਾ, ਜਦੋਂ ਤੁਸੀਂ ਕਹਿੰਦੇ ਹੋ ਕਿ ਚਲੋ ਸਟੋਰੇਜ ਸੀ, ਸਾਡੇ ਕੋਲ ਖਜ਼ਾਨਾ ਹੈ, ਦਿੱਤਾ ਲੋਕਡਾਊਨ 'ਚ ਲੋਕਾਂ ਨੂੰ ਦਿੱਤਾ ਵੀ ਹੈ ਜਿਨ੍ਹਾਂ ਨੂੰ ਲੋੜਵੰਦਾਂ ਨੂੰ ਸੀਗਾ। ਪਹਿਲੀ ਤਾਂ ਗੱਲ ਸਟੋਰੇਜ ਦੀ ਆਉਂਦੀ ਆ ਜੀ। ਦੂਸਰੀ ਗੱਲ ਆਉਂਦੀ ਆ ਕਿ ਕਿਸਾਨ ਤਾਂ ਸਟੋਰੇਜ ਕਰ ਨਹੀਂ ਸਕਦਾ ਜੀ, ਇੰਨੀ ਸਟੋਰੇਜ ਕੌਣ ਕਰੇਗਾ? ਬਿਜ਼ਨਸਮੈਨ ਕਰਨਗੇ ਜੀ। ਫਿਰ ਬਿਜ਼ਨਸਮੈਨ ਇੱਥੇ ਕਲੀਅਰ ਕਿਉਂ ਆ ਕਿ
ਬਿਜ਼ਨਸਮੈਨ ਇਨੀ ਸਟੋਰ ਕਰਕੇ ਤਾਂ ਮਹਿੰਗੇ ਰੇਟਾਂ ਤੇ ਵੇਚੂਗਾ ਹੀ ਵੇਚੂਗਾ ਨਹੀਂ ਨਹੀਂ ਬਿਲਕੁਲ ਮੇਰੇ ਕੋਲ ਆ ਲਿਖਿਆ ਹੋਇਆ ਹੈ ਜੀ। ਬਿਜ਼ਨਸਮੈਨ ਕਿਉਂ, ਕਿਸਾਨ ਵੀ ਸਟੋਰ ਕਰ ਸਕਦਾ। ਸਰ ਕਿਸਾਨ ਕੋਲੇ ਕਿੱਥੇ ਆ ਸਟੋਰੇਜ ਕਰਨ ਦਾ ਨਹੀਂ, ਆਪਸ਼ਨ ਹੈ ਕਿੱਥੇ ਆ ਨਹੀਂ, ਦੱਸੋ। ਨਹੀਂ, ਐਡੇ ਐਡੇ ਨਹੀਂ, ਜਿਹੜੇ ਸੈਲੋ ਨਹੀਂ, ਬਣਨੇ ਨਹੀਂ, ਕੌਣ ਕਿੱਥੋਂ ਬਣਾਊਗਾ ਨਹੀਂ ਕਿਸਾਨ? ਨਹੀਂ ਐਦਾਂ ਦੀ ਕੋਈ ਗੱਲ ਨਹੀਂ, ਨਿੱਕੇ ਨਿੱਕੇ ਕੋਲਡ ਸਟੋਰ ਲੱਗੇ ਹੋਏ ਆ, ਕੋਈ ਇਸ਼ੂ ਨਹੀਂ ਹੈ। ਸਰਕਾਰ ਟੈਕਨੋਲੋਜੀ ਵਾਸਤੇ ਸਪੋਰਟ ਕਰ ਰਹੀ ਹੈ। ਇਹ ਸਾਰੇ ਇਨਫਰਾਸਟ੍ਰਕਚਰ ਲਈ, ਉਹ ਇੰਡੀਵਿਜੂਅਲ ਲਈ ਵੀ, ਉਹ ਆਰਗੇਨਾਈਜੇਸ਼ਨ ਲਈ ਵੀ, ਉਹ ਵਿਲੇਜ ਬਾਈ ਜੀ ਮੇਰੇ ਕੋਲ ਲਿਖਿਆ ਹੋਇਆ। ਚਲੋ ਮੈਂ ਤੁਹਾਡੀ ਗੱਲ ਮੰਨ ਲੈਣਾ ਜੀ ਮੈਂ, ਕਿ ਤੁਸੀਂ ਕਹਿੰਦੇ ਹੋ ਕਿਸਾਨ ਸਟੋਰੇਜ ਕਰ ਲੂਗਾ। ਬਿਜ਼ਨਸਮੈਨ ਕੋਈ ਵੀ ਬਣ ਸਕਦਾ, ਕੋਈ ਵੀ ਕਰ ਸਕਦਾ। ਇਧਰੋਂ ਤੁਸੀਂ ਕਹਿੰਦੇ ਹੋ ਵੀ ਕਿਸਾਨ ਵੀ ਕਰ ਸਕਦਾ ਸਟੋਰੇਜ, ਉਹਦੇ ਕੋਲੇ ਬਣੇ ਹੋਏ ਨੇ, ਚਲੋ ਸਟੋਰੇਜ ਹੈਗੇ ਨੇ। ਜਦੋਂ ਮੰਨ ਲਓ ਕਿਸਾਨ ਨਹੀਂ ਕਰ ਲਈ ਸਟੋਰੇਜ, ਤੇ ਭਾਰ ਕਿਹਦੇ ਤੇ ਪੈਣਾ ਜੀ? ਆਮ ਜਨਤਾ ਤੇ ਪੈਣਾ ਜੀ। ਸਟੋਰੇਜ ਕਰਕੇ ਉਹਦਾ ਆਪਦੇ ਚਾਹੇ ਕੋਈ ਅਰਬਪਤੀ ਬਿਜ਼ਨਸਮੈਨ ਹੋਵੇ ਚਾਹੇ ਕਿਸਾਨ ਹੋਵੇ, ਉਦੋਂ ਪੈਂਦਾ ਹੁੰਦਾ ਜਿਹੜੀ ਜਿਸ ਟਾਈਮ ਡਿਮਾਂਡ ਤੇ ਸਪਲਾਈ ਦਾ ਡਿਫਰੈਂਸ ਹੋਵੇ, ਤੇ ਉਹ ਰੋਕ ਲੈਣਗੇ ਜੀ। ਨਾ 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 ਜਦੋਂ ਕਾਨੂੰਨ ਦੇ ਵਿੱਚ ਲਿਖ ਹੀ ਦਿੱਤਾ ਵੀ ਸਟੋਰੇਜ ਜਿੰਨੀ ਮਰਜ਼ੀ ਕਰ ਸਕਦਾ ਜੀ। ਰੂਟੀਨ 'ਚ ਆਪਣੀ ਜ਼ਿੰਦਗੀ 'ਚ ਜਿਹੜੀਆਂ ਕੰਮਾਂ ਵਾਲੀਆਂ ਚੀਜ਼ਾਂ, ਕੋਈ ਇੱਕ ਚੀਜ਼ ਦੀ ਐਗਜ਼ਾਮਪਲ ਦੇ ਸਕਦੇ ਹੋ ਵੀ ਜਿਹਨੇ ਸਟੋਰੇਜ ਕਰ ਲਈ ਹੋਵੇ? ਕੋਈ ਸਿੰਗਲ ਚੀਜ਼ ਦੀ ਐਗਜ਼ਾਮਪਲ ਤੁਹਾਡੇ ਕੋਲ ਅੱਜ ਮਾਰਕੀਟ ਦੇ ਵਿੱਚ ਪਿਆਜ਼ ਆ ਜਿਹੜਾ 80 ਰੁਪਏ ਤੱਕ ਹੋਇਆ ਜੀ। ਚਲੋ ਜੇ ਸਾਡੇ ਭੰਡਾਰ ਭਰੇ ਹੋਏ ਨੇ ਫਿਰ ਇੰਨੇ ਰੇਟ ਕਿਉਂ? ਤੁਸੀਂ ਉਹਦੇ ਐਡੇ ਮਸਲੇ ਨਾਲ ਤੁਸੀਂ ਉਹ ਪਿਆਜ਼ ਇੱਕ ਐਗਜ਼ਾਮਪਲ ਉਹ ਕਿਸੇ ਸਟੋਰੇਜ ਕਰਕੇ ਨਹੀਂ ਹੋਇਆ। ਇੱਕ ਚੀਜ਼ ਹੋ ਸਕਦੀ ਆ, ਕੱਲ ਨੂੰ ਸਾਰੀਆਂ ਹੋ ਸਕਦੀਆਂ। ਸੁਣੋ ਸੀ, ਨਹੀਂ 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 ਤੁਸੀਂ ਮੈਂ ਤੁਹਾਨੂੰ ਰੂਟੀਨ 'ਚ ਦੱਸੋ ਨਾ ਕੋਈ ਚੀਜ਼ ਸਟੋਰੇਜ ਕਰਕੇ ਹੋਈ ਹੋਵੇ। ਐਸਾ ਇੱਕ ਵੀ ਆਈਟਮ ਨਹੀਂ ਹੈਗੀ। ਸੋ ਐਸਾ ਨਹੀਂ ਹੈਗਾ। ਇਹ ਸਿਰਫ ਤੇ ਸਿਰਫ ਉਹਨਾਂ ਦੇ ਵਹਿਮ ਉਹਨਾਂ ਨੂੰ ਪਾਏ ਜਾ ਰਹੇ ਹੈ। ਐਸਾ ਬਿਲਕੁਲ ਨਹੀਂ ਹੈ। ਮੋਦੀ ਸਰਕਾਰ ਨੇ 2014 ਤੋਂ ਬਾਅਦ ਕੋਈ ਇੱਕ ਕੰਮ ਦੱਸੋ ਜਿਹੜਾ ਉਹਨਾਂ ਨੇ ਹਿਡਨ ਏਜੰਡਾ ਉਹਨਾਂ ਦਾ ਕੋਈ ਹੋਇਆ ਹੋਵੇ। ਚਾਹੇ ਉਹ 370 ਸੀ, ਚਾਹੇ ਲੋਕਾਂ ਨੂੰ ਫ੍ਰੀ ਸਿਲੰਡਰ ਦਿੱਤੇ, ਚਾਹੇ ਲੋਕਾਂ ਨੂੰ ਫ੍ਰੀ ਮਕਾਨ ਦਿੱਤੇ, ਚਾਹੇ ਲੋਕਾਂ ਦੇ ਸ਼ੌਚਾਲਿਆ ਬਣੇ, ਕੋਈ ਕੰਮ ਸੀ ਸਾਡੇ, ਸੁਣੋ ਸੀ ਨਾ, ਸਾਡੇ ਕਿਸੇ ਕੰਮ 'ਚ ਕੋਈ ਹਿਡਨ ਏਜੰਡਾ ਨਹੀਂ। ਔਰ ਅਸੀਂ ਬਾਰ-ਬਾਰ ਬੈਠਦੇ ਹਾਂ। ਅਸੀਂ GST ਲਾਗੂ ਕੀਤੀ। ਦੇਖੋ ਮੈਂ ਪਿੱਛੇ ਫੋਰਨ ਗਿਆ ਤੇ ਉਹ ਕੋਈ ਪ੍ਰੋਬਲਮ ਆਉਂਦੀ ਹੈ, ਉਹ ਦੇਸ਼ ਨਾਲ ਦੀ ਨਾਲ ਬੈਠਦੇ ਆ, ਉਹਦਾ ਹੱਲ ਵਾਸਤੇ ਬੈਠਦੇ ਆ। GST ਜੀ ਹਰ ਮਹੀਨੇ ਮੀਟਿੰਗ ਹੋਣਾ, ਕੌਂਸਲ ਦਾ ਬਹਿਣਾ, ਔਰ ਕੌਂਸਲ 'ਚ ਸਾਰੇ ਸਟੇਟਾਂ ਦੇ ਨੁਮਾਇੰਦਿਆਂ ਦਾ ਬਹਿਣਾ। ਇਸ ਤੋਂ ਵਧੀਆ ਕੇਂਦਰ ਸਰਕਾਰ ਕੀ ਕਰ ਸਕਦੀ ਹੈ? ਚਲੋ ਮੈਂ ਤੁਹਾਡੀ ਗੱਲ ਨੂੰ ਪੂਰਾ ਤੁਸੀਂ ਮੰਨ ਗਿਆ ਕਿ ਜਦੋਂ ਕਿਸਾਨ ਸਟੋਰੇਜ ਕਰ ਲਵੇ, ਚਾਹੇ ਕੋਈ ਬਿਜ਼ਨਸਮੈਨ ਸਟੋਰੇਜ ਕਰ ਲਵੇ, ਨਹੀਂ ਆਉਂਦੀ ਸ਼ਾਰਟੇਜ। ਪਰ ਜਿਹੜਾ ਕਿਸਾਨ ਇਸ ਸਮੇਂ ਆ, ਤੁਸੀਂ ਦੱਸਿਆ ਵੀ ਉਹ ਸਮਝਦਾਰ ਵੀ ਆ, ਉਹ ਪੜ੍ਹਿਆ ਲਿਖਿਆ ਵੀ ਆ, ਹੁਣ ਤਾਂ ਨੌਜਵਾਨੀ ਵੀ ਨਾਲ ਜੁੜ ਗਈ ਆ ਜਿਹੜੀ ਪੜ੍ਹੀ ਲਿਖੀ ਆ। ਜਦੋਂ ਇੱਕ ਬੰਦਾ ਕਹਿ ਰਿਹਾ ਕਿ ਮੈਂ ਆਮਦਨ ਆਪਦੀ ਦੁੱਗਣੀ ਕਰਾਉਣੀ ਹੀ ਨਹੀਂ ਜੀ, ਫਿਰ ਸਰਕਾਰ ਧੱਕੇ ਨਾਲ ਕਿਉਂ ਕਰਨਾ ਚਾਹੁੰਦੀ ਆ? ਦੇਖੋ ਕੋਈ ਵੀ ਸਮਾਜ ਆ, ਵਪਾਰੀ ਅੱਜ ਮਜ਼ਬੂਤ ਹੁੰਦਾ ਤਾਂ ਸਾਡਾ ਸਟੇਟ ਮਜ਼ਬੂਤ ਹੋਏਗੀ, ਸਾਡਾ ਦੇਸ਼ ਮਜ਼ਬੂਤ ਹੋਏਗਾ। ਅੱਜ ਕਿਸਾਨ ਮਜ਼ਬੂਤ ਹੁੰਦਾ, ਸਾਡੀ ਸਟੇਟ ਮਜ਼ਬੂਤ ਹੋਏਗੀ, ਸਾਡਾ ਦੇਸ਼ ਤਰੱਕੀ ਕਰੇਗਾ। ਹਰ ਚੀਜ਼ ਦੇਸ਼ ਦੇ ਤਰੱਕੀ ਦੇ ਨਾਲ ਜੁੜੀ ਹੋਈ ਹੈ। ਕਿਸਾਨ ਕਹਿੰਦਾ ਮੈਨੂੰ ਨਹੀਂ ਚਾਹੀਦਾ, ਠੀਕ ਹੈ। ਉਹ ਜਿਹੜੇ ਕਾਂਗਰਸੀ ਤੇ ਹੋਰ ਪਾਰਟੀਆਂ ਦੇ ਇਸ ਤਰ੍ਹਾਂ ਦੀ ਉਹ ਆਵਾਜ਼ਾਂ ਕੱਢਦੇ ਆ, ਲੇਕਿਨ ਕਿਹੜਾ ਨਹੀਂ ਚਾਹੁੰਦਾ ਮੈਂ ਤਰੱਕੀ ਕਰਾਂ? ਕਿਹੜਾ ਨਹੀਂ ਚਾਹੁੰਦਾ ਮੇਰੀ ਆਮਦਨ ਦੁੱਗਣੀ ਹੋਵੇ? ਜੇ ਤੁਸੀਂ ਕਹਿੰਦੇ ਆਮਦਨ ਦੁੱਗਣੀ, ਕੋਈ ਐਸਾ ਹੈ? ਦੁੱਗਣੀ ਕਿਸਾਨਾਂ ਦੀ ਆਮਦਨ ਤੁਸੀਂ ਹੋ, ਮੈਂ ਕੌਣ ਨਹੀਂ ਚਾਹੁੰਦਾ? ਬਿਲਕੁਲ। ਜੇ ਦੁੱਗਣੀ ਕਿਸਾਨਾਂ ਦੀ ਆਮਦਨ ਹੁੰਦੀ ਆ ਤਾਂ ਇਹ ਬਿੱਲ ਆ ਜਿਹੜਾ ਇਹ ਬਿਹਾਰ ਦੇ ਵਿੱਚ ਲਾਗੂ ਹੋਇਆ ਪਹਿਲਾਂ, ਤੇ ਬਿਹਾਰ ਦੇ ਵਿੱਚ ਦੱਸੋ ਕਿਹੜੇ ਕਿਸਾਨਾਂ ਨੇ ਵੇਅਰ ਹਾਊਸ ਖੋਲ੍ਹ ਲਏ? ਤੁਸੀਂ ਦੇਖੋ ਬਿਹਾਰ ਤਾਂ ਕੋਈ ਪ੍ਰਦਰਸ਼ਨ ਹੈ ਹੀ ਨਹੀਂ। ਜੇ ਉੱਥੇ ਹੁੰਦੀ ਇਹ ਜੀ ਗੱਲ, ਜੇ ਡਬਲ ਫਾਇਦਾ ਹੁੰਦਾ ਤਾਂ ਕਿਸਾਨ ਕਰਦਾ ਨਾ ਜੀ ਉੱਥੇ। ਉਹ ਛੋਟਾ ਕਿਸਾਨ ਪੰਜਾਬ ਜਾ ਕੇ ਲੇਬਰ ਕਰ ਰਿਹਾ। ਜਿਹੜੇ ਅਸੀਂ ਇਹ ਬਿੱਲ ਲਾਗੂ ਕੀਤੇ ਆ, ਇਹ ਬਿੱਲਾਂ ਦਾ ਕੁਝ ਹਿੱਸਾ ਪੰਜਾਬ ਦੇ ਅੰਦਰ ਕੈਪਟਨ ਕਾਂਗਰਸ ਸਰਕਾਰ ਨੇ ਲਾਗੂ ਕੀਤਾ ਸੀ, ਉਹਦਾ ਕੁਝ ਹਿੱਸਾ ਪੰਜਾਬ ਦੇ ਅੰਦਰ ਅਕਾਲੀ ਦਲ ਸਰਕਾਰ ਨੇ ਲਾਗੂ ਕੀਤਾ ਸੀ। ਅਸੀਂ ਤਾਂ ਇਹਨਾਂ ਨੂੰ ਦੇਖ ਕੇ ਉਹ ਸਾਰਾ ਸਿਸਟਮ ਹਿੰਦੁਸਤਾਨ 'ਚ ਲਾਗੂ ਕੀਤਾ। ਜਿਹੜੀਆਂ ਚੀਜ਼ਾਂ ਉਹ ਕਿਸਾਨ ਫਿਰ ਕਹਿੰਦੇ ਨੇ ਜੀ, ਉਹ ਲਿਖਣ ਦੇ ਵਿੱਚ ਕੀ ਦਿੱਕਤ ਆਉਂਦੀ ਆ? MSP ਲਈ ਉਹ ਕਹਿੰਦੇ ਨੇ, ਮੂੰਹ ਜ਼ਬਾਨੀ ਸਾਰੇ ਕਹੀ ਜਾਂਦੇ ਨੇ, ਪ੍ਰਧਾਨ ਮੰਤਰੀ ਸਾਹਿਬ ਵੀ ਕਹੀ ਜਾਂਦੇ ਨੇ MSP ਕਿਤੇ ਨਹੀਂ ਜਾਏਗੀ, ਕहीं ਨਹੀਂ ਜਾਏਗੀ। ਜਦੋਂ ਤੁਸੀਂ ਕਹਿ ਰਹੇ ਹੋ ਤੁਹਾਡੀ ਇਰਾਦਾ ਨੇਕ ਆ, ਫਿਰ ਇਹਨੂੰ ਰਿਟਨ ਦੇ ਵਿੱਚ ਲਿਖਣ 'ਚ ਕੀ ਦਿੱਕਤ ਆਉਂਦੀ ਹੈ? ਅੱਜ ਤੱਕ ਕਿਉਂਕਿ ਇਹ ਫੈਡਰਲ ਸਿਸਟਮ ਹੈ, ਜਿਹੜੇ ਮੰਡੀਆਂ ਦਾ ਸਿਸਟਮ ਹੁੰਦਾ, ਕਿਤੇ ਕੋਈ ਨਾਮ ਚੱਲਦਾ, ਕਿਤੇ ਕੋਈ ਸਿਸਟਮ ਚੱਲਦਾ। ਉਹ ਮੰਡੀਆਂ ਦਾ ਜਿਹੜਾ ਹੈਗਾ ਉਹ ਸਟੇਟ ਦਾ ਕੰਮ ਹੈ। ਅੱਜ ਤੱਕ ਕਿਸੇ ਸਰਕਾਰ ਨੇ ਲਿਖਿਆ ਉਹ ਨਹੀਂ। ਚਲੋ ਜਿਹੜੀ ਪੰਜਾਬ ਸਰਕਾਰ ਆ ਉਹਨੇ ਤਾਂ MSP ਦੇ ਰਹੀ ਯਾਰ, ਕੇਂਦਰ ਵੀ ਦੇ ਰਹੀ ਹੈ। ਕੇਂਦਰ ਨੇ ਵੀ ਕਹਿਤਾ, ਪਰ ਕੇਂਦਰ ਨੇ ਬਿੱਲ ਦੇ ਵਿੱਚ ਮੂੰਹ ਜ਼ਬਾਨੀ ਕਿਉਂ? ਸਟੇਟ ਦਾ ਕੰਮ ਹੈ, ਕੇਂਦਰ ਨੇ ਰੇਟ ਤੈਅ ਕਰਤੇ। ਤੁਸੀਂ ਦੱਸੋ ਨਾ, 1947 ਤੋਂ ਸੁਣੋ ਸੀ ਯਾਰ, 1947 ਕਿੱਥੇ ਲਿਖਿਆ? ਸਿਸਟਮ ਇਹ ਹੈ। ਅਸੀਂ ਤਾਂ ਉਸ ਸਿਸਟਮ ਨੂੰ ਬਿਨਾਂ ਟੱਚ ਕੀਤੇ ਇੱਕ ਪੈਰਲਲ ਸਿਸਟਮ,
ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਮੰਨ ਲਓ ਵਪਾਰੀਆਂ ਵਾਸਤੇ ਉਰੇ ਇੱਕ ਅਸੀਂ ਸ਼ਤਾਬਦੀ ਐਕਸਪ੍ਰੈਸ ਚੱਲਦੀ ਹੈ ਲੁਧਿਆਣੇ ਤੋਂ ਦਿੱਲੀ, ਸ਼ਤਾਬਦੀ ਐਕਸਪ੍ਰੈਸ ਰੈਗੂਲਰ ਚੱਲ ਰਹੀ ਹੈ, ਅਸੀਂ ਉਹਦੇ ਨਾਲ ਇੱਕ ਪੈਰਲਲ ਹੋਰ ਟ੍ਰੇਨ ਚਲਾਤੀ ਸੁਪਰ ਫਾਸਟ ਹੈ ਵੀ ਜਿਹੜੀ ਉਹਨਾਂ ਨੂੰ 4 ਘੰਟੇ ਦੀ ਬਜਾਏ 3 ਘੰਟੇ 'ਚ ਪਹੁੰਚਾਏਗੀ। ਉਹਦੇ ਨਾਲ ਅਸੀਂ ਕੁਝ ਛੇੜਿਆ ਨਹੀਂ ਹੈਗਾ, ਉਹਨੂੰ ਸ਼ਤਾਬਦੀ ਉੱਦਾਂ ਹੀ ਜਾ ਰਹੀ ਹੈ, ਉਹਦੇ ਉਹੀ ਰੇਟ ਆ, ਉਲਟਾ ਅਸੀਂ ਉਸ 'ਚ ਕਿਸਾਨਾਂ ਨੂੰ ਬੈਨੀਫਿਟ ਦਿੱਤਾ ਜੀ। ਅਸੀਂ ਉਸ ਸਿਸਟਮ ਨੂੰ ਨਹੀਂ ਛੇੜ ਰਹੇ, ਅਸੀਂ ਤਾਂ ਚਾਹੁੰਦੇ ਉਸ ਸਿਸਟਮ ਦੇ ਰਾਹੀਂ ਕਿਸਾਨ ਜਿਹਨੂੰ ਉਸ 'ਚ ਬੈਨੀਫਿਟ ਲੱਗਦਾ ਉਹਨੂੰ ਅਡਾਪਟ ਕਰੇ। ਫਿਰ ਦੂਸਰੀ ਗੱਲ, ਸਾਡੇ ਕ੍ਰਿਸ਼ੀ ਮੰਤਰੀ ਨਰਿੰਦਰ ਤੋਮਰ ਜੀ, ਸਾਡੇ ਪ੍ਰਧਾਨ ਮੰਤਰੀ ਆਦਰਣੀय ਨਰਿੰਦਰ ਮੋਦੀ ਜੀ, ਸਾਡੇ ਅਨੁਰਾਗ ਠਾਕਰ ਜੀ, ਉਹਨਾਂ ਨੇ ਕਿਹਾ ਵੀ ਤੁਸੀਂ ਆਓ ਇਹਨੂੰ ਵਰਤੋ, ਫਿਰ ਤੁਹਾਡੇ ਨਾਲ ਫਿਰ ਅਸੀਂ ਬਹਿ ਜਾਾਂਗੇ। ਅਸੀਂ 2022 ਤਾਂ ਪੰਜਾਬ ਦੇ ਇਲੈਕਸ਼ਨ ਆ, ਅਸੀਂ 2024 ਤੱਕ ਤਾਂ ਵੈਸੇ ਹੀ ਸਾਡਾ ਰਾਜ ਹੈ, ਔਰ ਜਿਹੇ ਜੇ ਅਸੀਂ ਕੰਮ ਕਰ ਰਹੇ ਹਾਂ ਅਸੀਂ ਹਾਲੇ 10-20 ਸਾਲ ਰਾਜ ਕਰਨਾ। ਜੇ ਤੁਸੀਂ ਕਹਿੰਦੇ ਹੋ ਕਿ ਕਿਸਾਨਾਂ ਦੀ ਆਮਦਨ ਡਬਲ ਕਰਨੀ ਹੈ, ਫਿਰ ਇਕੱਲੇ ਪੰਜਾਬ ਦੇ ਕਿਸਾਨਾਂ ਦੀ ਹੀ ਜਾਂ ਹਰਿਆਣੇ ਦੇ ਕਿਉਂ, ਸਾਰੀਆਂ ਬਾਕੀ ਸਟੇਟਾਂ ਦੇ ਇਹ ਕਿਉਂ ਨਹੀਂ ਲਾਇਆ? ਨਾ ਪੂਰੇ ਹਿੰਦੁਸਤਾਨ ਚ ਲਾਇਆ। ਹਜੇ ਤੱਕ ਤਾਂ ਇੱਥੇ ਨਹੀਂ ਹਜੇ ਤੱਕ ਤਾਂ ਪੰਜਾਬ ਤੇ ਹਰਿਆਣਾ ਦਾ ਜਿਹੜਾ ਕਿਸਾਨ ਆ ਉਹ ਰੌਲਾ ਪਾ ਰਿਹਾ। ਨਾ ਹਾਂ, ਪੰਜਾਬ ਦਾ ਹਰਿਆਣੇ ਦਾ ਕਿਸਾਨ ਵੀ ਨਹੀਂ ਹੈ। ਨਹੀਂ ਆਏ ਹੋਏ ਨੇ ਜੀ ਸੜਕਾਂ ਤੇ ਅੰਦੋਲਨ ਦੇ ਵਿੱਚ ਨਹੀਂ, ਇਕੱਲੇ ਪੰਜਾਬ ਦਾ ਕਿਸਾਨ ਹੈ। ਔਰ ਪੰਜਾਬ 'ਚ ਕਿਉਂਕਿ ਰਾਜਨੀਤੀ ਕੈਪਟਨ ਸਾਹਿਬ ਨੇ ਜ਼ਿਆਦਾ ਥੱਲੇ ਤੱਕ ਆ ਕੇ ਕਰਨ ਲੱਗੇ, ਪਰ ਉਹ ਤਾਂ ਕਾਂਗਰਸ ਸਰਕਾਰ ਦੇ ਮੰਤਰੀਆਂ ਦਾ ਵੀ ਬਾਈਕਾਟ ਕੀਤਾ ਹੈ ਜੀ ਉਹਨਾਂ ਨੇ। ਤਾਂ ਉਹ ਤਾਂ ਕਿਸਾਨ ਤਾਂ ਆਪਣੀ ਸਟੇਜ ਤੇ ਨਹੀਂ ਚੜ੍ਹਨ ਦਿੰਦੇ ਕਾਂਗਰਸ। ਨਹੀਂ, ਉਹ ਵੀ ਡਰਾਮੇਬਾਜ਼ੀ ਆ, ਜਿਹੜਾ ਬਿੱਲ ਵੀ ਪਾਸ ਹੈ ਸਭ ਡਰਾਮੇ ਹੀ ਹੈ। ਅਸੀਂ ਡਰਾਮਾ ਨਹੀਂ ਕਰਦੇ, ਅਸੀਂ ਜੋ ਸੱਚਾਈ ਹੈ, ਜੋ ਜਿਸ ਚੀਜ਼ ਦੀ ਲੋੜ ਹੈ, ਸਾਡੀ ਨੀਅਤ ਵੀ ਸਾਫ਼ ਹੈ ਤੇ ਨੀਤੀ ਵੀ ਸਪਸ਼ਟ ਹੈ। ਜੇ ਨੀਅਤ ਸਾਫ਼ ਆ ਜੀ ਤੇ ਫਿਰ ਇੱਕ ਵਾਰੀ ਕਿਸਾਨਾਂ ਦੀ ਮੰਨ ਕੇ ਦੇਖ ਲਓ ਜੀ। ਜੇ ਕਹਿੰਦੇ ਨੇ ਭਾਈ ਸਾਨੂੰ ਲੋੜ ਨਹੀਂ ਤਾਂ ਰਹਿਣ ਦਿਓ। ਤਾਂ ਕਿਸਾਨਾਂ ਦੀ ਉਹ ਮੰਨ ਕੇ ਕੀਤੀ ਹੈ, ਜਿਹੜੀ ਉਹਨਾਂ ਦੀ ਮੰਗ ਰੱਖਦੇ ਨਹੀਂ ਜੀ, ਉਹ ਕਹਿੰਦੇ ਸਾਡੀ ਤਾਂ ਮੰਗ ਹੀ ਨਹੀਂ ਹੈ ਜੀ। ਸਵਾਮੀਨਾਥਨ ਦੀ ਸਾਰੀ ਉਮਰ ਜਿੰਨੇ ਵੀ ਕਿਸਾਨ ਲੀਡਰ ਸੀਗੇ ਸਵਾਮੀਨਾਥਨ ਹੀ ਕਰਦੇ ਸੀ ਨਾ ਜੀ। ਅਸੀਂ ਉਸ ਤੋਂ ਹੀ ਚੱਕ ਕੇ ਸਾਰਾ ਕੁਝ ਕੀਤਾ। ਪਰ ਸਵਾਮੀਨਾਥਨ ਦੀ ਰਿਪੋਰਟ ਦੇ ਵਿੱਚ ਤਾਂ ਇਹ ਸੀਗਾ ਜੀ ਕਿ ਲਾਗਤ ਨਾਲੋਂ 1.5 ਗੁਣਾ ਦਿੱਤਾ ਜਾਊਗਾ। ਉਹ 1.5 ਗੁਣਾ ਦੇਤਾ ਸਰ, 1.5 ਗੁਣਾ ਦਿੱਤਾ ਨਹੀਂ। ਜਦੋਂ 1.5 ਗੁਣਾ ਦੀ ਐਮਐਸਪੀ ਦਾ ਵਿੱਚੋਂ ਚੱਕ ਹੀ ਦਿੱਤੀ, ਫਿਰ 1.5 ਗੁਣਾ ਚੱਕੀ ਨਾ। ਇਹੀ ਤਾਂ ਤੁਹਾਨੂੰ ਗਲਤ ਚੱਕੀ ਨਹੀਂ। ਮੋਦੀ ਸਾਹਿਬ ਨੇ ਕਿਹਾ ਐਮਐਸਪੀ ਸੀ, ਐਮਐਸਪੀ ਹੈ, ਐਮਐਸਪੀ ਰਹੇਗੀ। ਸਰ ਜਵਾਨੀ 1.5 ਗੁਣਾ ਵੀ ਕਰਤੀ। ਜਵਾਨੀ ਮੈਂ ਪੜਿਆ ਜੀ, ਬਿੱਲ ਮੈਂ ਪੜਿਆ, ਬਿੱਲ ਦੇ ਵਿੱਚ ਕਿਤੇ ਨਹੀਂ ਇਸ ਚੀਜ਼ ਦਾ ਹੈਗਾ ਕਿ ਐਮਐਸਪੀ ਰਹੂਗੀ। ਹਾਂ, ਐਮਐਸਪੀ ਪਹਿਲਾਂ ਬਿੱਲ 'ਚ ਹੈ ਹੀ ਨਹੀਂ ਸੀ, ਉਹ ਤਾਂ ਸਟੇਟ ਦਾ ਕੰਮ ਹੈ। ਨਹੀਂ, ਪਹਿਲਾਂ ਸਰ ਸਟੇਟ ਬਿੱਲ ਦੇ ਵਿੱਚ ਬਕਾਇਦਾ ਪਿੱਛੋਂ ਚੱਲ ਰਹੀ ਹੈ, ਸੈਂਟਰ ਦੇ ਵੀ ਰਹੀ ਅੱਜ ਤੱਕ, ਹੁਣ ਵੀ ਦੇ ਰਹੀ ਹੈ। ਹੁਣ ਜਵਾਨੀ ਆ ਇਹ ਕਾਨੂੰਨ ਨਾ ਪਹਿਲਾਂ ਵੀ ਇਦਾਂ ਹੀ ਸੀ, ਬਿੱਲ ਦੇ ਵਿੱਚੋਂ ਚੱਕਿਆ ਗਿਆ। ਨੋ ਇਹੀ ਗੱਲ ਹੈ ਨਾ। ਤੁਸੀਂ ਮੈਨੂੰ ਇੱਕ ਦਿਖਾਓ ਜਿੱਥੋਂ ਚੱਕਿਆ ਗਿਆ ਹੋਵੇ, ਦਿਖਾਓ। ਸਰ ਮੈਂ ਬਿੱਲ ਪੜਿਆ, ਇਹਦੇ ਵਿੱਚ ਮੇਰੇ ਕੋਲ ਬਿੱਲ ਹੈ, ਮੈਂ ਸਾਰੇ ਬਿੱਲ ਪੜ੍ਹ ਲਏ, ਪੁਰਾਣਾ ਐਸਾ ਕੁਝ ਨਹੀਂ ਹੈ। ਐਮਐਸਪੀ ਦੀ ਮੈਨੂੰ ਇਹਦੇ ਵਿੱਚ ਇੱਕ ਵੀ ਲਾਈਨ ਦਿਖਾ ਦਿਓ। ਐਮਐਸਪੀ ਇਸ ਬਿੱਲ ਦਾ ਪਾਰਟ ਨਹੀਂ ਹੈ, ਇਹ ਉਸ ਤੋਂ ਅਲੱਗ ਹੈ। ਤੁਸੀਂ ਉਹਦੇ ਨਾਲ ਇੰਟਰਮਿੰਗਲ ਕਰ ਰਹੇ ਹੋ। ਨਹੀਂ ਸਰ, ਜੇ ਬਿੱਲ ਦੇ ਵਿੱਚ ਲਿਖਿਆ ਹੋਊਗਾ ਜਿਹੜਾ ਬਾਕੀ ਸਾਰੀਆਂ ਸ਼ਰਤਾਂ ਉਹਦੇ ਬਿੱਲ ਦੇ ਮੁਤਾਬਕ ਹੀ ਲਾਗੂ ਹੋਣੀਆਂ ਨੇ। ਐਮਐਸਪੀ ਅਲੱਗ ਚੀਜ਼ ਹੈ, ਇਹ ਅਲੱਗ ਚੀਜ਼ ਹੈ। ਸਰ ਬਿੱਲ ਦਾ ਹਿੱਸਾ ਕਿਸਾਨੀ ਦਾ ਹਿੱਸਾ। ਨਹੀਂ, ਇਹ ਤਾਂ ਕਿਤੇ ਉਹ ਤਾਂ ਨਹੀਂ ਹੋ ਜੂ, ਉਹ ਤਾਂ ਨਹੀਂ ਹੋ ਜੂ ਜਿਵੇਂ ਪਹਿਲਾਂ ਕਿਹਾ ਗਿਆ, ਮੋਦੀ ਸਰਕਾਰ ਆਉਣ ਤੋਂ ਪਹਿਲਾਂ ਕਿਹਾ ਗਿਆ ਸੀਗਾ ਕਿ 15 ਲੱਖ ਰੁਪਇਆ ਖਾਤੇ 'ਚ ਆਊਗਾ ਜੀ। ਕਿਤੇ ਨਹੀਂ ਕਿਹਾ, ਪਰ ਬਾਅਦ ਦੇ ਵਿੱਚ ਨਹੀਂ, ਸਪੀਚਾਂ ਦੇ ਵਿੱਚ ਹੋਇਆ ਜੀ। ਜਦੋਂ ਬਾਅਦ ਚੋਂ ਇੱਕ ਸਪੀਚ ਦਿਖਾਓ, ਜਦੋਂ ਗ੍ਰਹਿ ਮੰਤਰੀ ਬਈ ਇੱਕ ਸਪੀਚ ਦਿਖਾਓ ਨਾ ਤੁਸੀਂ। ਮੇਰੀ ਜੁੜ ਜਣੀ ਗੱਲ ਜੁੜ ਜਣੀ ਹੈ। ਮੈਂ ਤੁਹਾਨੂੰ ਦੱਸਦਾ, ਤੁਹਾਡਾ ਦਾ ਐਡਾ ਰਿਪਿਊਟਡ ਚੈਨਲ ਹੈ ਤੇ ਮੈਂ ਸਰ ਉਹੀ ਦੱਸਣ ਲੱਗਿਆ ਤੁਹਾਨੂੰ ਕਿ ਜਦੋਂ ਮੋਦੀ ਸਰਕਾਰ ਸਰ ਨੇ ਸਟੇਟ ਦੇ ਆਪਣੇ ਸਟੇਜ ਦੇ ਉੱਤੇ ਖੜ ਕੇ ਇਹ ਗੱਲ ਕਹੀ ਸੀ ਕਿ ਕਾਲਾ ਧਨ ਇੰਨਾ ਪਿਆ ਬਾਹਰ ਕਿ ਮੈਂ ਉਹਨਾਂ ਨੂੰ ਲੈ ਆਵਾਂਗੇ, ਹਰੇਕ ਬੰਦੇ ਦੇ ਖਾਤੇ 'ਚ ਤਾਂ ਵੈਸੇ ਹੀ 15-20 ਲੱਖ ਰੁਪਇਆ ਆ ਜਾਊਗਾ। ਹੋਈ ਸੀ ਇਹ ਗੱਲ। ਉਸ ਤੋਂ ਬਾਅਦ ਗ੍ਰਹਿ ਮੰਤਰੀ ਨੂੰ ਨੈਸ਼ਨਲ ਮੀਡੀਆ ਦਾ ਇੱਕ ਪੱਤਰਕਾਰ ਨੇ ਇਹ ਕੁਐਸਚਨ ਪੁੱਛਿਆ ਕਿਹੜਾ 15 ਲੱਖ ਦਾ ਸੀਗਾ, ਉਹ ਕੀ ਸੀ? ਤੇ ਗ੍ਰਹਿ ਮੰਤਰੀ ਸਾਹਿਬ ਦਾ ਇਹ ਕਹਿਣਾ ਸੀ ਕਿ ਉਹ ਤਾਂ ਜੁਮਲਾ ਸੀ। ਅੱਜ ਕਿਸਾਨ ਕਿਉਂ ਨਾ ਇਹ ਸ਼ੱਕ ਕਰੇ ਕਿ ਜਿਹੜਾ ਐਮਐਸਪੀ ਦੀ ਜਵਾਨੀ ਕਹਿ ਰਹੀ ਆ ਕਿ ਬਾਅਦ ਚੋਂ ਕਿਹਾ ਜਾਵੇ ਉਹ ਤਾਂ ਜੁਮਲਾ ਸੀ। 2014 ਤੋਂ ਪਹਿਲਾਂ ਜੁਮਲੇ ਦੀਆਂ ਸਰਕਾਰਾਂ ਹੁੰਦੀਆਂ ਸੀ, ਹੁਣ ਕੋਈ ਜੁਮਲਾ ਨਹੀਂ, ਨਾ ਜੁਮਲੇ ਦੀ ਸਰਕਾਰ ਹੈ। ਅਸੀਂ ਜਿਹਨੂੰ ਜੋ ਚੀਜ਼ ਦੇਸ਼ ਦੇ ਉਰੇ ਰਹਿਣ ਵਾਲੇ ਨੂੰ, ਜੋ ਉਸ ਦੇਸ਼ ਵਾਸੀ ਨੂੰ ਚਾਹੀਦੀ ਹੈ, ਜਿਸ ਨੂੰ ਸਿਲੰਡਰ ਚਾਹੀਦਾ ਅਸੀਂ ਸਿਲੰਡਰ ਦਿੱਤਾ, ਜਿਸ ਨੂੰ ਬਿਜਲੀ ਚਾਹੀਦੀ ਸੀ ਬਿਜਲੀ ਦਿੱਤੀ, ਜਿਹਨੂੰ ਮਕਾਨ ਚਾਹੀਦੇ ਸੀ ਉਹਨੂੰ ਮਕਾਨ ਦਿੱਤੇ, ਜਿੱਥੇ 에ਅਰਪੋਰਟ ਚਾਹੀਦੇ ਸੀ 에ਅਰਪੋਰਟ ਦਿੱਤੇ, ਜਿਹੜੇ ਫੌਜੀਆਂ ਨੂੰ ਗਨਾਂ ਚਾਹੀਦੀਆਂ ਸੀ ਗਨ ਦਿੱਤੇ, ਜਿੱਥੇ ਫਾਈਟਰ ਚਾਹੀਦੇ ਸੀ ਅਸੀਂ ਫਾਈਟਰ ਦਿੱਤੇ, ਜਿਹਦੇ ਪਿੰਡਾਂ ਨੂੰ ਸ਼ੌਚਾਲੇ ਚਾਹੀਦੇ ਸੀ ਸ਼ੌਚਾਲਿਆ ਦਿੱਤੇ। ਸੋ ਜਿਸ ਨੂੰ ਜਿਸ ਚੀਜ਼ ਦੀ ਦੇਸ਼ ਵਾਸੀ ਨੂੰ ਲੋੜ ਸੀ ਅਸੀਂ ਉਹ ਚੀਜ਼ਾਂ ਦਿੱਤੀਆਂ। ਉਹ ਕਿੱਥੋਂ ਆਈਆਂ? ਤੁਹਾਨੂੰ ਲੱਗਦਾ ਕਿ ਇਹ ਬਿੱਲ ਨਹੀਂ ਵਾਪਸ ਲਿਆ ਜਾਊਗਾ? ਨਹੀਂ, ਬਿੱਲ ਇਹ ਉਹਨਾਂ ਦੇ ਫਾਇਦੇਮੰਦ ਹੈ, ਵਾਪਸ ਕੋ ਲਿਆ ਜਾਏਗਾ? ਜੇ ਉਹ ਕਹਿੰਦੇ ਅਸੀਂ ਸਾਨੂੰ ਤਾਂ ਲੋੜ ਨਹੀਂ, ਫਾਇਦਾ ਸਾਡਾ ਹੋ ਹੀ ਨਹੀਂ ਰਿਹਾ। ਨਹੀਂ, ਉਹਦਾ ਫਾਇਦਾ ਹੋਊਗਾ, ਹੋਏਗਾ ਤੁਹਾਡੇ ਮੁਤਾਬਕ?
ਸਾਡੇ ਮੁਤਾਬਕ ਨਹੀਂ, ਸੱਚਾਈ ਇਹੀ ਹੈ। ਪਰ ਮਾਹਰ ਜਿਹੜੇ ਨੇ ਉਹ ਬਹੁਤ ਪੰਜਾਬ ਦੇ ਜਿਹੜੇ ਇਸ ਕ੍ਰਿਸ਼ੀ ਮਾਹਰ ਨੇ ਉਹਨਾਂ ਦਾ ਕਹਿਣਾ ਕਿ ਨਹੀਂ ਇਹ ਵਾਕਈ ਹੀ ਕਿਆ ਸਰਕਾਰ ਮਾੜਾ। ਐਸਐਸ ਜੋਹਲ ਤੋਂ ਮਾਹਰ ਵੀ ਕੋਈ ਹੈਗਾ ਜੀ? ਉਹਨਾਂ ਨੇ ਤਾਂ ਕਿਆ ਫਾਇਦਾ ਹੋਊਗਾ? ਕਿਹੜੇ ਮਾਹਰ ਦੀ ਗੱਲ ਕਰਦੇ ਹੋ ਤੁਸੀਂ? ਕੋਈ ਮਾਹਰ ਨਹੀਂ ਹੋਣਗੇ, ਕੋਈ ਪ੍ਰੋਜੈਕਟਡ ਹੋਣਗੇ। ਐਸਐਸ ਜੋਹਲ ਨੇ ਕਿਹਾ ਹੈ, ਵਾਈਸ ਚਾਂਸਲਰ ਰਹੇ ਹੈ, ਉਹਨਾਂ ਤੋਂ ਜ਼ਿਆਦਾ ਕਿਸਾਨੀ ਕੌਣ ਜਾਣਦਾ ਹੈ? ਫਿਰ ਜਿਹੜੇ ਕਿਸਾਨ ਉਹਨਾਂ ਨੇ ਕਿਹਾ ਵੀ ਇਹਦਾ ਫਾਇਦਾ ਹੋਏਗਾ। ਜਿਹੜਾ ਕਿਸਾਨ ਅੱਜ ਸੜਕਾਂ ਤੇ ਬੈਠਾ ਜੀ, ਉਹ ਲੱਗਦਾ ਕਿ ਉਹ ਕਿਸੇ ਦੇ ਮਗਰ ਲੱਗ ਕੇ ਬੈਠਾ। ਬਿਲਕੁਲ ਇਸ ਤਰ੍ਹਾਂ ਹੀ ਹੈ, ਔਰ ਅਸੀਂ ਉਹਨਾਂ ਕੋਲ ਜਾ ਰਹੇ ਹਾਂ। ਸਾਡੇ ਆਦਰਨੀ ਹੈ ਜਾਨੀ ਜੀ, ਸਾਡੇ ਮੰਤਰੀ ਸੀਗੇ ਪੰਜਾਬ ਸਰਕਾਰ 'ਚ, ਉਹਨਾਂ ਦੀ ਰਹਿਨੁਮਾਈ ਦੇ ਅੰਦਰ ਅਸੀਂ ਇੱਕ ਟੀਮ ਬਣਾਈ ਹੈ, ਜਿਹੜੇ ਪੂਰੇ ਬਿੱਲਾਂ ਦੀਆਂ ਕਾਪੀਆਂ, ਔਰ ਅਸੀਂ ਇਹਨੂੰ ਵੀ ਉਹਨਾਂ ਨੂੰ ਸਮਝ ਆਉਣ। ਅਸੀਂ ਬਲਕਿ ਦੇਖੋ ਬੜਾ ਪੜ੍ਹਿਆ ਲਿਖਿਆ ਕਿਸਾਨ ਹੈ, ਲੇਕਿਨ ਕੋਈ ਕਿਸਾਨ ਇਸ ਤਰ੍ਹਾਂ ਦਾ ਜਿਹੜਾ ਇੰਗਲਿਸ਼ ਨਹੀਂ ਜਾਣਦਾ, ਅਸੀਂ ਉਹਨਾਂ ਵਾਸਤੇ ਇਹ ਪੰਜਾਬੀ 'ਚ ਕਰਵਾਈਆਂ। ਪੰਜਾਬੀ 'ਚ ਲੈ ਕੇ ਸਾਡੇ ਸਾਰੇ ਲੀਡਰ ਉਹਨਾਂ ਕੋਲ ਜਾ ਰਹੇ ਹਾਂ। ਅਸੀਂ ਦੋਵੇਂ ਤਰ੍ਹਾਂ ਦੀਆਂ ਕਾਪੀਆਂ ਨੂੰ ਜਾ ਕੇ ਇਹ ਬਿੱਲ ਦੀ ਇੱਕ ਜਿਹੜੀ ਹੈਗੀ ਚੀਜ਼ ਉਹਨਾਂ ਨੂੰ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਤੱਕ ਜਾਈਏ, ਜਿਹੜੀ ਸਾਡੀ ਕਮੀ ਰਹੀ ਹੈ ਅਸੀਂ ਹੁਣ ਉਹ ਕਮੀ ਪੂਰੀ ਕਰ ਰਹੇ ਹਾਂ। ਜੇ ਉਹ ਇਹ ਪੰਜਾਬੀ ਦੇ ਵਿੱਚ ਕਰਵਾਤਾ, ਤੁਸੀਂ ਉਹਨਾਂ ਨੂੰ ਸਮਝਾਓਗੇ ਵੀ? ਜੇ ਸਮਝਣ ਤੋਂ ਬਾਅਦ ਵੀ ਉਹ ਕਹਿਣ ਵੀ ਨਹੀਂ ਯਾਰ ਸਾਨੂੰ ਸਮਝ ਆ ਗਈ, ਅਸੀਂ ਫੇਰ ਵੀ ਨਹੀਂ ਲੈਣਾ? ਨਹੀਂ ਕੋਈ ਨਹੀਂ, ਉਹ ਜੇ ਤਾਂ ਕੋਈ ਹਾਲੇ ਬੈਠਾਂਗੇ, ਅਸੀਂ ਬਾਰ-ਬਾਰ ਉਹਨਾਂ ਕੋਲ ਜਾਵਾਂਗੇ। ਸਾਡੇ ਆ, ਸਾਡਾ ਪਰਿਵਾਰ ਹੈ ਜੀ। ਮੈਂ ਦੂਸਰੇ ਕੁਐਸਚਨ ਵੱਲ ਆਵਾਂ ਕਿ ਜਿਹੜੇ ਇਸ ਟਾਈਮ ਬੀਜੇਪੀ ਦੇ ਨੁਮਾਇੰਦੇ ਨੇ, ਉਹ ਪੂਰੇ ਪੰਜਾਬ ਦੇ ਵਿੱਚ ਦਲਿਤ ਯਾਤਰਾ ਕਰ ਰਹੇ ਨੇ ਕਿ ਦਲਿਤਾਂ ਨਾਲ ਧੱਕਾ ਹੋਇਆ। ਦਲਿਤਾਂ ਨਾਲ ਧੱਕਾ ਜਿਹੜਾ ਤੁਸੀਂ ਕਹਿੰਦੇ ਹੋ ਹੋਇਆ, ਸੰਪਲਾ ਸਾਹਿਬ ਵੀ ਕੱਢ ਰਹੇ ਨੇ, ਰੈਲੀਆਂ ਪ੍ਰੋਗਰਾਮ ਕਰ ਰਹੇ ਨੇ। ਜਿੱਥੇ ਤੱਕ ਧੱਕਾ ਹੋਇਆ ਉੱਥੇ ਸਰਕਾਰ ਤੁਹਾਡੀ, ਸੈਂਟਰ ਦੇ ਵਿੱਚ ਸਰਕਾਰ ਤੁਹਾਡੀ, ਤੇ ਫਿਰ ਧੱਕਾ ਕੌਣ ਕਰ ਰਿਹਾ ਜੀ? ਅਸੀਂ ਇਨਸਾਫ ਕਿਤੋਂ ਮੰਗ ਰਹੇ ਹਾਂ? ਦੇਖੋ, ਪੰਜਾਬ ਦੇ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਤ, ਜਿਹੜੇ ਦਲਿਤ ਭਰਾਵਾਂ ਦੀ, ਦਲਿਤ ਦੀ ਤਾਕਤ ਕਰਕੇ ਉਹਨਾਂ ਦੀ, ਜਿਨ੍ਹਾਂ ਦੀ ਅੱਜ ਮੰਤਰੀ ਦੇ ਪਦ ਤੱਕ ਉਹ ਪਹੁੰਚੇ, ਉਹਨਾਂ ਦਾ ਹੀ ਉਹਨਾਂ ਨੇ ਸ਼ੋਸ਼ਣ ਕਰਨਾ ਸ਼ੁਰੂ ਕਰਤਾ। ਜਿਹੜੇ ਬੱਚੇ ਜਿਨ੍ਹਾਂ ਨੂੰ ਵਜ਼ੀਫਾ ਮਿਲਣਾ ਸੀ, ਉਹਨਾਂ ਦਾ ਕੋਈ ਡਾਕਟਰ ਬਣ ਸਕਦਾ ਹੈ, ਕੋਈ ਵਕੀਲ ਬਣ ਸਕਦਾ ਹੈ, ਕੋਈ ਜੱਜ ਬਣ ਸਕਦਾ ਹੈ, ਕੋਈ ਦੇਸ਼ ਦਾ ਕੋਈ ਮੰਤਰੀ ਬਣ ਸਕਦਾ। ਸੋ ਉਹਨਾਂ ਦੇ ਵਜ਼ੀਫੇ ਮਾਰ ਕੇ ਉਹਨਾਂ ਨੇ ਘੋਰ ਪਾਪ ਕੀਤਾ, ਘਿਨਾਉਣਾ ਪਾਪ ਕੀਤਾ, ਉਹਨਾਂ ਦੇ ਫਿਊਚਰ ਤੇ ਅੜਚਨ ਪੈਦਾ ਕੀਤੀ। ਸੋ ਉਸ ਤੋਂ ਬਾਅਦ ਦੂਸਰਾ ਐਪੀਸੋਡ, ਕੈਪਟਨ ਨੇ ਉਹਨੂੰ ਕਲੀਨ ਚਿੱਟ ਦੇ ਕੇ ਵੱਡਾ ਪਾਪ ਕੀਤਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਉਹਦੇ ਨਾਲ ਰਲੇ ਹੋਏ ਆ। ਸੋ ਕਿਆ ਉਹ ਦਲਿਤ ਸਟੂਡੈਂਟਸ ਨੂੰ ਇਨਸਾਫ ਦਿਵਾਉਣਾ ਭਾਰਤੀ ਜਨਤਾ ਪਾਰਟੀ ਦਾ ਧਰਮ ਨਹੀਂ ਹੈ? ਅਸੀਂ ਆਪਣਾ ਧਰਮ ਦਾ ਪਾਲਣ ਕਰ ਰਹੇ ਹਾਂ। ਜੇ ਦਲਿਤ ਸਟੂਡੈਂਟ 65 ਕਰੋੜ ਰੁਪਏ ਦਾ ਘਪਲਾ, ਪੰਜਾਬ ਸਰਕਾਰ ਦਾ ਇੱਕ ਸੀਨੀਅਰ ਆਫੀਸਰ, ਚੀਫ ਸੈਕਟਰੀ ਲੈਵਲ ਦਾ ਆਫੀਸਰ, ਉਹ ਕਹਿ ਰਿਹਾ ਵੀ ਹਾਂ ਜੀ ਇਹ ਘਪਲਾ ਹੋਇਆ। ਜੇ ਪੰਜਾਬ ਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਦਲਿਤ ਨਾਲ ਧੱਕਾ ਹੋਇਆ, ਸਟੂਡੈਂਟਾਂ ਦਾ ਮਤਲਬ ਇਹ ਪੈਸਾ ਜਿਹੜਾ ਸਾਧੂ ਸਿੰਘ ਧਰਮਸੋਤ ਨੇ ਖਾਧਾ, ਘਪਲਾ ਹੋਇਆ, ਜੋ ਵੀ ਆ, ਇਹ ਜਿਹੜੀ ਉਹਨਾਂ ਦੇ ਖਿਲਾਫ ਰੈਲੀ ਕੱਢੀ ਜਾ ਰਹੀ ਆ ਦਲਿਤਾਂ ਦੇ ਹੱਕ 'ਚ ਤੇ ਸਰਕਾਰ ਦੇ ਖਿਲਾਫ, ਇਹ ਜਿਹੜੀ ਰੈਲੀ ਹੈ ਯੂਪੀ ਵੱਲ ਨੂੰ ਜਾਊ, ਜਿੱਥੇ ਇੱਕ ਦਲਿਤ ਬੱਚੀ ਦੇ ਨਾਲ ਘਟਨਾ ਤੁਹਾਨੂੰ ਪਤਾ ਹੀ ਆ ਕੀ ਹੋਈ ਆ, ਹਾਥਰਸ ਵਾਲੀ। ਪਰ ਤੁਹਾਡੇ ਬੀਜੇਪੀ ਦੇ ਮੰਤਰੀ ਵਰਕਰ ਉਹਨਾਂ ਦੇ ਖਿਲਾਫ ਉੱਥੇ ਧਰਨੇ ਲਾ ਰਹੇ ਨੇ, ਜਿਹੜੇ ਦੋਸ਼ੀ ਨੇ ਉਹਨਾਂ ਦੇ ਹੱਕ ਸਪੋਰਟ ਦੇ ਵਿੱਚ ਰੈਲੀਆਂ ਕਰ ਰਹੇ ਨੇ, ਉਹਨਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਇਹ ਦਲਿਤ ਯਾਤਰਾ ਉਧਰ ਨੂੰ ਵੀ ਜਾਊ ਜੀ, ਕਿਉਂਕਿ ਯੂਪੀ ਦੇ ਵਿੱਚ ਤਾਂ ਤੁਹਾਡੀ ਸਰਕਾਰ ਹੀ ਹੈ। ਦੇਖੋ ਮੇਰੇ ਖਿਆਲ ਆਪਾਂ ਨਾ ਗੱਡੇ ਦੇ ਨਾਲ ਕੱਟਾ ਬੰਨਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਉਹ ਬੱਚੀ ਚਾਹੇ ਕੋਈ ਰਾਜਸਥਾਨ 'ਚ ਕੋਈ ਹੋਈ ਹੈ, ਚਾਹੇ ਯੂਪੀ 'ਚ ਹੋਇਆ, ਤੇ ਅੱਜ ਕੱਲ੍ਹ ਪੰਜਾਬ 'ਚ ਕਿਤੇ ਵੀ ਹੋਵੇ ਗਲਤ ਹੈ, ਕਿਤੇ ਬਿਲਕੁਲ ਜੀ। ਉਹ ਦਲਿਤ ਦੀ ਬੱਚੀ ਹੋ ਸਕਦੀ ਹੈ, ਉਹ ਬ੍ਰਾਹਮਣ ਦੀ ਹੋ ਸਕਦੀ ਹੈ, ਉਹ ਬਾਨੀਏ ਦੀ ਹੋ ਸਕਦੀ ਹੈ, ਉਹ ਹਿੰਦੂ ਦੀ ਹੋ ਸਕਦੀ ਹੈ, ਉਹ ਸਿੱਖ ਦੀ ਹੋ ਸਕਦੀ ਹੈ। ਇਹ ਮੈਨੇ ਨਹੀਂ ਰਖਾਉਂਦਾ। ਚਲੋ ਅਸੀਂ ਉਹਦੇ ਨਾਲ ਜੋੜ ਕੇ ਆਪਣੇ ਸਿਰਫ ਰਾਜਨੀਤਿਕ ਹਿੱਤਾਂ ਦੀ ਪੂਰਤੀ ਕਰਦੇ ਹਾਂ, ਪਰ ਉਸ ਪਰਿਵਾਰ ਨਾਲ ਧੱਕਾ ਕਰਦੇ ਹਾਂ। ਠੀਕ ਹੈ, ਅੱਜ ਉੱਥੇ ਰਾਹੁਲ ਗਾਂਧੀ ਜਾਣ ਦੀ ਕੋਸ਼ਿਸ਼ ਕਰ ਰਹੇ ਆ, ਅੱਜ ਉੱਥੇ ਪ੍ਰਿੰਕਾ ਗਾਂਧੀ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਜਸਥਾਨ 'ਚ ਰੇਪ ਹੋ ਗਿਆ, ਉੱਥੇ ਦਾ ਕੋਈ ਨਹੀਂ ਵੜਿਆ। ਹੁਣ ਪੰਜਾਬ 'ਚ ਹੁਸ਼ਿਆਰਪੁਰ ਕੋਲੇ ਟਾਂਡੇ ਇੱਕ 6 ਸਾਲ ਦੀ ਬੱਚੀ ਨਾਲ ਹੋ ਗਿਆ, ਉੱਥੇ ਦਾ ਕੈਪਟਨ ਵੀ ਨਹੀਂ ਜਾ ਸਕਿਆ, ਇਹਨਾਂ ਦਾ ਕੋਈ ਮੰਤਰੀ ਵੀ ਨਹੀਂ ਗਿਆ। ਇਹੀ ਤਾਂ ਅਸੀਂ ਕਹਿੰਦੇ ਹਾਂ, ਅਸੀਂ ਜਸਟੀਫਾਈ ਨਹੀਂ ਕਰ ਰਹੇ। ਲਿਸਨ ਮੀ, ਨਾ ਤਾਂ ਜਸਟੀਫਾਈ ਮੇਰੀ ਗੱਲ ਪੂਰੀ ਹੋਣ ਦਿਓ, ਮੇਰੀ ਗੱਲ ਪੂਰੀ ਹੋਣ ਜੀ ਦਿਓ। ਜੀ। ਤਾਂ ਉਹਨੂੰ ਤੁਸੀਂ ਦਲਿਤ ਨਾਲ ਜੋੜ ਕੇ ਅਸੀਂ ਕਿਤਨਾ ਕਿਤੇ ਇਸ ਕਾਨੂੰਨੇ ਪਾਪ 'ਚ ਵੀ ਆਪਣੀਆਂ ਵੋਟਾਂ ਪੱਕੀਆਂ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਜੀ ਭਾਰਤੀ ਜਨਤਾ ਪਾਰਟੀ ਨਹੀਂ ਇਹ ਕਰਦੀ। ਅਸੀਂ ਬਿਨਾਂ ਕਿਸੇ ਰਾਜਨੀਤੀ ਦੇ ਜਿਸ ਟਾਈਮ ਉੱਥੇ ਅਲੱਗ-ਅਲੱਗ ਇਹ ਵਿਊ ਆਉਣੇ ਸ਼ੁਰੂ ਹੋਏ ਵੀ ਕੋਈ ਕਹਿੰਦਾ ਹੋਇਆ, ਕੋਈ ਕਹਿੰਦਾ ਨਹੀਂ ਹੋਇਆ, ਕੋਈ ਵੱਡੀਆਂ ਜਾਤੀ ਛੋਟੀ ਜਾਤੀਆਂ ਸੀ, ਇਸ ਚੱਕਰ 'ਚ ਨਹੀਂ ਪਿਆ। ਇਮੀਡੀਏਟ ਉਹਨਾਂ ਨੇ ਚੀਫ ਮਿਨਿਸਟਰ ਯੋਗੀ ਸਾਹਿਬ ਨੇ CBI ਇਨਕੁਆਇਰੀ ਦੀ ਮੰਗ ਕੀਤੀ ਔਰ CBI ਇਨਕੁਆਇਰੀ ਕਰ ਰਹੀ ਹੈ ਔਰ ਜੋ ਸੱਚ ਹੋਵੇਗਾ ਸਾਡੇ ਸਾਹਮਣੇ ਆ ਜਾਏਗਾ। ਸਰ 8-8 ਦਿਨ ਇਹ ਹੋਰ ਚੀਜ਼ ਹੈ। 8-8 ਦਿਨ ਉਸ ਪਰਿਵਾਰ ਦੀ FIR ਤੱਕ ਨਹੀਂ ਲਿਖੀ ਜਾਂਦੀ। DM ਔਨ ਰਿਕਾਰਡ ਨੂੰ ਧਮਕੀ ਦੇ ਰਿਹਾ। ਇਹ ਤੋਂ ਵੱਧ ਧੱਕਾ ਕੀ ਹੋ ਜੂ? ਕੋਈ ਨਹੀਂ। ਦੇਖੋ ਕੋਈ ਅਫਸਰ ਨੇ ਧੱਕਾ ਕੀਤਾ, ਇਮੀਡੀਏਟ ਉਹਨੂੰ ਸਸਪੈਂਡ ਕਰਤਾ। ਐਟਲੀਸਟ ਤੁਸੀਂ ਹਿੰਦੁਸਤਾਨ 'ਚ ਦੇਖੋ, ਜਿਸ ਟਾਈਮ ਮੋਦੀ ਸਾਹਿਬ ਮੁੱਖ ਮੰਤਰੀ ਸੀ ਗੁਜਰਾਤ ਦੇ, ਉਦੋਂ ਵੀ ਬੜਾ ਪ੍ਰਚਾਰ ਕੀਤਾ ਇਹ ਵਿਰੋਧੀ ਪਾਰਟੀਆਂ ਨੇ, ਇਹ ਮੁਸਲਮਾਨਾਂ ਦੇ ਖਿਲਾਫ ਹੈ, ਇੱਦਾਂ ਕਰਦੇ, ਇਹ ਕਰ ਦੇਂਗੇ, ਉਹ ਕਰ ਦੇਂਗੇ, ਇਹਨਾਂ ਨੂੰ ਬੜਾ ਖਤਰਾ ਹੈ, ਇਹ ਭਜਾ ਦੇਣਗੇ। ਅੱਜ ਉਹੀ ਮੁਸਲਮਾਨ ਐਸ਼ ਕਰਦੇ ਆ, ਗੁਜਰਾਤ ਦੇ ਅੰਦਰ ਹੀ ਹੈ, ਅਹਿਮਦਾਬਾਦ ਦੇ ਉੱਥੇ ਹੀ ਬੈਠੇ ਆ। ਸੋ ਇਹ ਸਿਰਫ ਇੱਕ ਪ੍ਰੋਜੈਕਸ਼ਨ ਹੈ ਭਾਰਤੀ ਜਨਤਾ ਪਾਰਟੀ ਦੇ ਖਿਲਾਫ, ਔਰ ਭਾਰਤੀ ਜਨਤਾ ਪਾਰਟੀ ਦੇ ਮਨ 'ਚ ਕੁਛ ਨਹੀਂ ਹੈ। ਭਾਰਤੀ ਜਨਤਾ ਪਾਰਟੀ ਦੇਸ਼ ਦੇ 135 ਕਰੋੜ ਦੇ 135 ਕਰੋੜ ਲੋਕਾਂ ਨੂੰ ਆਪਣਾ ਸਮਝਦੀ ਹੈ। ਉਹ ਕਿਸੇ ਵੀ ਵਰਗ ਦਾ ਹੋ ਸਕਦਾ, ਕਿਸੇ ਵੀ ਧਰਮ ਦਾ ਹੋ ਸਕਦਾ। ਸੋ ਸਾਡੇ ਵਾਸਤੇ ਮੈਟਰ ਨਹੀਂ ਕਰਦਾ, ਇਹ ਮੈਟਰ ਨਹੀਂ ਕਰਦਾ। ਪਰ ਮੇਰਾ ਸਵਾਲ ਤਾਂ ਇਹ ਸੀਗਾ ਕਿ ਜਦੋਂ ਅਸੀਂ ਪੰਜਾਬ ਦੇ ਵਿੱਚ ਓਪੋਜੀਸ਼ਨ ਦੇ ਵਿੱਚ ਹਾਂ, ਤੁਹਾਡੀ BJP ਸਰਕਾਰ ਆ ਜਿਹੜੀ ਅੱਜ ਉਹ ਵਿਰੋਧੀ ਧਿਰ ਦੇ ਵਿੱਚ ਹੋਣ ਕਰਕੇ ਪੰਜਾਬ ਦੇ ਕੈਪਟਨ ਦੀ ਸਰਕਾਰ ਦਾ ਇਸ ਚੀਜ਼ ਦਾ ਵਿਰੋਧ ਕਰ ਰਹੀ ਆ ਕਿ ਜੀ 64 ਕਰੋੜ ਰੁਪਇਆ ਖਾ ਲਿਆ। ਮੈਂ ਉਹੀ ਕਹਿਣਾ ਚਾਹੁੰਦਾ ਸੀ, ਜੇ ਇੱਥੇ ਦਲਿਤਾਂ ਨਾਲ ਧੱਕਾ ਹੋ ਰਿਹਾ ਤੇ ਦਲਿਤਾਂ ਨਾਲ ਉੱਥੇ ਵੀ ਹੋਇਆ ਤਾਂ ਸਾਨੂੰ ਉੱਥੇ ਵੀ ਸਪੋਰਟ ਕਰਨੀ ਚਾਹੀਦੀ ਹੈ। ਕਿਸੇ ਹੋਰ ਰਾਜਸਥਾਨ ਚ ਹੋਇਆ ਉੱਥੇ ਵੀ ਹੋਣੀ ਚਾਹੀਦੀ ਹੈ। ਸੀ ਜਦੋਂ ਮੋਦੀ ਸਰਕਾਰ ਨਹੀਂ ਸੀ ਤਾਂ ਤੁਹਾਡੇ ਚੈਨਲਾਂ ਦਾ ਤੇ ਨਿਊਜ਼ਪੇਪਰਾਂ ਦੀ ਹੈਡਲਾਈਨ ਰੋਜ਼ ਨਵੇਂ ਘਪਲਿਆਂ ਦੀ ਲੱਗਦੀ ਸੀ। ਅਸੀਂ ਜਸਟੀਫਾਈ ਕਰ ਨਹੀਂ, ਮੈਂ ਕੈਪਟਨ ਨੂੰ ਜਸਟੀਫਾਈ ਨਹੀਂ ਕਰ ਰਿਹਾ ਜੀ। ਮੈਂ ਕਾਂਗਰਸ ਨੂੰ ਜਸਟੀਫਾਈ ਨਹੀਂ ਕਰ ਰਿਹਾ। ਮੇਰੀ ਗੱਲ ਪੂਰੀ ਸੁਣ ਲਓ ਜੀ। ਹੁਣ ਅਸੀਂ ਰੋਜ਼ ਨਵੀਆਂ ਯੋਜਨਾ ਦੀ ਹੈਡਲਾਈਨ ਲੱਗਦੀ ਹੈ। 2014 ਤੋਂ ਬਾਅਦ ਕੋਈ ਇੱਕ ਦੱਸੋ, ਇੱਕ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਰਾਜ ਕੋਈ ਸਕੈਮ ਹੋਇਆ ਹੋਵੇ, ਯੋਗੀ ਸਾਹਿਬ ਤੋਂ ਬਾਅਦ ਕੋਈ ਸਕੈਮ ਹੋਇਆ ਹੋਵੇ, ਜਿੱਥੇ ਸਕੈਮ ਨਹੀਂ ਹੋਣਾ, ਜਿੱਥੇ ਕੋਈ ਮਸਲਾ ਹੀ ਨਹੀਂ, ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਦੇਸ਼ ਲਈ ਸਮਰਪਣ ਕਰਦਾ। ਜਿਹੜਾ ਰਫਾਲ ਦਾ ਰੌਲਾ ਪੈ ਗਿਆ ਜੀ, ਫਿਰ ਉਹ ਉਹੀ ਪੈ ਗਿਆ, ਕੋਈ ਕਪੜਾ ਨਹੀਂ ਸੀ। ਬਿਲਕੁਲ ਕੋਈ ਕਪੜਾ ਨਹੀਂ ਸੀਗਾ। ਸੰਸਦ 'ਚ ਵੀ ਕਲੀਅਰ ਹੋ ਗਿਆ, ਸੁਪਰੀਮ ਕੋਰਟ 'ਚ ਵੀ ਕਲੀਅਰ ਹੋ ਗਿਆ। ਅੱਜ ਰਫਾਇਲ ਚਾਈਨਾ ਤੇ ਅਸੀਂ ਲਾਇਆ ਤਾਂ ਚਾਈਨਾ ਅੱਜ ਬੋਲਤੀ ਉਹਦੀ ਬੰਦ ਕਰਤੀ। ਜਿਹੜੀ PM ਕੇਅਰ ਜ਼ਰੂਰੀ ਸੀ ਦੇਸ਼ ਲਈ। ਜੇ PM ਕੇਅਰ ਫੰਡ ਨੂੰ RTI ਦੇ ਦਾਇਰੇ ਚੋਂ ਬਾਹਰ ਕੀਤਾ ਗਿਆ ਤਾਂ ਫਿਰ ਇਹ ਕਪੜਾ ਨਹੀਂ ਸੀ ਜੀ। ਤੁਸੀਂ ਨਾ ਕਿ ਪਤਾ ਹੀ ਨਹੀਂ ਲੱਗਣਾ ਕਿ ਕਿੰਨਾ ਆਇਆ, ਕਿੰਨਾ ਗਿਆ, ਕਿੰਨਾ ਖਾਦਾ ਗਿਆ, ਇਹ ਨਹੀਂ ਪਤਾ ਲੱਗਣਾ। ਸਾਨੂੰ ਖਾਣ ਦੀ ਲੋੜ ਨਹੀਂ, ਸਾਨੂੰ ਖਾਣ ਦੀ ਲੋੜ ਨਹੀਂ। ਸਾਡਾ ਨਾਰਾ ਨਾ ਖਾਊਂਗਾ ਨਾ ਖਾਣੇ ਦੂੰਗਾ। ਅਸੀਂ ਤਾਂ ਜਿਹੜੇ ਖਾਣ ਦੀ ਕੋਸ਼ਿਸ਼ ਵੀ ਕਰਦੇ ਆ ਨਾ, ਅਸੀਂ ਉਹਨਾਂ ਨੂੰ ਵੀ, ਉਹਨਾਂ ਦਾ ਜਿਹੜਾ ਦੇਸ਼ ਦੀ ਜਨਤਾ ਦਾ ਕੋਈ ਪੈਸਾ ਕੋਈ ਖਾ ਨਾ ਸਕੇ, ਉਹਨਾਂ ਨੂੰ ਵੀ ਨਕੇਲ ਪਾਵਾਂਗੇ। ਉਹ ਕੋਈ ਵੀ ਹੋ ਸਕਦਾ, ਕਿਸੇ ਵੀ ਪਾਰਟੀ ਦਾ ਹੋ ਸਕਦਾ। ਫਿਰ ਦੇਸ਼ ਦਾ ਜਿਹੜਾ ਪੈਸਾ ਸੀ ਜਨਤਾ ਦਾ, ਉਹ ਕਾਲਾ ਧਨ ਹਜੇ ਤੱਕ ਤਾਂ ਆਇਆ ਨਹੀਂਗਾ ਜੀ। ਤੁਹਾਨੂੰ ਕੀ ਲੱਗਦਾ 8 ਕਰੋੜ ਲੋਕਾਂ ਨੂੰ ਜਿਸ ਦੇਸ਼ ਦੇ ਅੰਦਰ ਗੈਸ ਸਿਲੰਡਰ ਦੀ ਜਸਟ ਪ੍ਰਾਇੋਰਟੀ ਲੈਣ ਵਾਸਤੇ ਪੈਸੇ ਉਨੇ ਹੀ ਲੱਗਦੇ ਸੀ? ਸ਼ਾਇਦ ਤੁਸੀਂ ਦੇਖਿਆ ਹੋਣਾ, ਪ੍ਰਾਇੋਰਟੀ ਲੈਣ ਵਾਸਤੇ ਮੈਂਬਰ ਪਾਰਲੀਮੈਂਟ ਦੀ ਸਿਫਾਰਿਸ਼ ਚਾਹੀਦੀ ਹੁੰਦੀ ਸੀ, ਪਰਚੀ ਚਾਹੀਦੀ ਹੁੰਦੀ ਸੀ। ਗੈਸ ਏਜੰਸੀ ਨੂੰ ਪਰਚੀ ਦਿੰਦੇ ਸੀ, ਗੈਸ ਏਜੰਸੀ ਵਾਲਾ ਪੈਸੇ ਪੂਰੇ ਦਿੰਦਾ ਸੀ, ਲੇਕਿਨ ਕਨੈਕਸ਼ਨ 6 ਮਹੀਨਿਆਂ ਦੀ ਬਜਾਏ ਮਹੀਨੇ 'ਚ ਕਰ ਦਿੰਦਾ ਸੀ। ਉਸ ਤੋਂ ਬਾਅਦ ਉਸ ਦੇਸ਼ ਦੇ ਅੰਦਰ ਲੰਬੀਆਂ ਲਾਈਨਾਂ ਲੱਗਦੀਆਂ ਸੀ। ਉਸ ਦੇਸ਼ 'ਚ ਮੋਦੀ ਸਾਹਿਬ ਨੇ 50 ਕਰੋੜ ਤੋਂ ਵੱਧ ਲੋਕਾਂ ਨੂੰ ਆਯੁਸ਼ਮਾਨ ਯੋਜਨਾ ਦੇ ਅੰਦਰ ਉਹਨਾਂ ਨੂੰ ਫ੍ਰੀ ਮੈਡੀਕਲ ਏਡ ਪ੍ਰੋਵਾਈਡ ਕਰਤੀ। ਜਿੱਥੇ ਬਿਜਲੀ ਨਹੀਂ ਸੀ ਉੱਥੇ ਬਿਜਲੀ ਪਹੁੰਚਾਤੀ। ਸੋ ਇਹ ਜਿਹੜਾ ਸਾਰਾ ਪੈਸਾ ਹੈ ਇਹ ਕਿੱਥੋਂ ਹੈ? ਇਹ ਸਾਰਾ ਜਿੱਥੋਂ ਵੀ ਇਹ ਜੌਂਕਾਂ ਲੱਗੀਆਂ ਹੋਈਆਂ ਸੀ ਦੇਸ਼ ਨੂੰ, ਦੇ ਲੋਕਾਂ ਨੂੰ ਪੈਸਾ ਖਾਣ ਨੂੰ, ਦੇਸ਼ ਦੇ ਫੰਡ ਨੂੰ, ਅਸੀਂ ਉਹ ਬਚਾਇਆ ਪੈਸਾ। ਫੰਡ ਸੇਵਿੰਗ ਇਜ਼ ਇਕੁਅਲ ਟੂ ਫੰਡ ਰੇਜ਼ਿੰਗ। ਜਿਹੜਾ ਅਸੀਂ ਉਹ ਫੰਡ ਬਚਾਇਆ, ਅਸੀਂ ਉਹ ਦੇਸ਼ ਦੇ ਕਲਿਆਣ ਵਾਸਤੇ ਲਗਾਇਆ। ਫਿਰ ਸਰ ਉਹ ਜਿਹੜਾ PM ਕੇਅਰ ਫੰਡ ਦਾ, ਜੇ ਤੁਸੀਂ ਕਹਿੰਦੇ ਕਿਸੇ ਵੀ ਖਾਦਾ ਨਹੀਂ, ਕਿਸੇ ਖਾਣ ਨਹੀਂ ਦਿੰਦੇ ਤੁਸੀਂ, ਫਿਰ ਉਹ PM ਕੇਅਰ ਫੰਡ ਨੂੰ ਲੁਕੋਇਆਗਾ ਤੇ ਗਿਆ ਕਿ ਪਤਾ ਹੀ ਅਸੀਂ ਨਹੀਂ ਦੱਸਣਾ ਜੀ ਕਿੰਨਾ ਆਇਆ ਕਿੰਨਾ ਗਿਆ। ਸਾਡਾ ਤਾਂ ਭਾਰਤੀ ਜਨਤਾ ਪਾਰਟੀ ਦਾ ਵੀ ਜਿਹੜਾ ਅਸੀਂ ਕਿਸੇ ਤਰ੍ਹਾਂ ਦਾ ਵੀ ਕੰਮ ਕਰ, ਟਰਾਂਸਪੇਰੈਂਸੀ ਹੈ, ਸ਼ੀਸ਼ੇ ਵਾਂਗੂ ਵਧੀਆ। ਸਾਡੀ ਸਰਕਾਰ ਵੀ ਸ਼ੀਸ਼ੇ ਵਾਂਗੂ ਹੈ ਤੇ ਸਾਡਾ ਪਾਰਟੀ ਵੀ ਸ਼ੀਸ਼ੇ ਵਾਂਗੂ ਹੈ। ਅਸੀਂ ਉਸ 'ਚ ਕਿਸੇ ਤਰ੍ਹਾਂ ਦਾ, ਅਸੀਂ ਉਹ ਪਾਰਟੀ ਨਹੀਂ ਹੈਗੀ ਜਿਹੜੇ ਚਾਈਨਾ ਤੋਂ ਅਸੀਂ ਫੰਡ ਲੈ ਲੈਂਦੇ ਹਾਂ। ਚਾਈਨਾ ਜਾ ਕੇ ਡੈਮੋਕ੍ਰੈਟਿਕ ਪਾਰਟੀ ਦੇ ਨਾਲ ਕਾਂਗਰਸ ਨੇ ਉੱਥੇ ਸਮਝੌਤਾ ਕੀਤਾ। ਕਦੇ ਸੁਣਿਆ ਪਾਰਟੀਆਂ ਦਾ ਆਪਸ 'ਚ ਮੈਮੋਰੈਂਡਮ ਸਾਈਨ ਹੁੰਦਾ? ਦੇਸ਼ਾਂ, ਸੁਣੋ ਪਹਿਲਾਂ, ਦੇਸ਼ਾਂ ਦਾ ਹੁੰਦਾ। ਸੋ ਭਾਰਤੀ ਜਨਤਾ ਪਾਰਟੀ ਦਾ ਐਸਾ ਕੋਈ ਏਜੰਡਾ ਨਾ ਸੀ
ਨਾ ਹੈ ਨਾ ਰਹੇਗਾ। ਜੇ ਇੰਨਾ ਹੀ ਵਧੀਆ ਕੰਮ ਕੀਤੇ ਨੇ ਸਰਕਾਰ ਨੇ, ਤਾਂ ਹੀ ਅਸੀਂ ਫਿਰ ਦੁਬਾਰਾ ਜਿੱਤ ਸ਼ੀਸ਼ੇ ਕੇ ਆ ਵਾਂਗੂ ਗਏ। ਸਾਫ਼ ਆ, ਸ਼ੀਸ਼ੇ ਵਾਂਗੂ ਸਾਫ਼ ਆ। ਤੁਸੀਂ ਕਹਿੰਦੇ ਹੋ ਕਿ ਚੰਗੇ ਕੰਮ ਕੀਤੇ ਨੇ, ਫਿਰ 8400 500 ਕਰੋੜ ਰੁਪਏ ਦੇ ਐਦਾਂ ਦੇ ਪਲੇਨ ਲੈਣ ਦੀ ਕੀ ਲੋੜ ਪੈ ਗਈ ਜਨਤਾ ਦੇ ਪੈਸੇ ਨਾਲ, ਜਿਹਦੇ ਤੇ ਕੋਈ ਪ੍ਰਧਾਨ ਮੰਤਰੀ ਸਾਹਿਬ ਦੇ ਲਈ ਸਪੈਸ਼ਲ ਮੰਗਾਇਆ ਗਿਆ? ਕੀ ਉਹ ਲੱਗਦਾ ਨਹੀਂ ਸੀ ਕਿ ਉਹ ਪੈਸਾ, ਜੇ ਤੁਸੀਂ ਕਹਿੰਦੇ ਹੋ ਜਨਤਾ ਦੇ ਭਲੇ ਵਾਸਤੇ ਤੁਹਾਨੂੰ ਲੱਗੇ? ਕੀ ਲੱਗਦਾ ਵੀ ਪ੍ਰਧਾਨ ਮੰਤਰੀ ਵਾਸਤੇ ਸਾਈਕਲ ਖਰੀਦੀਏ? ਨਹੀਂ, ਜਹਾਜ਼ ਹੈਗੇ ਨੇ ਉਹਨਾਂ ਕੋਲੇ, ਸਰਕਾਰ ਕੋਲੇ ਪਹਿਲਾਂ 70 ਸਾਲਾਂ ਤੋਂ 에ਅਰਪੋਰਟ, ਐਰੋਪਲੇਨ ਵਗੈਰਾ ਸਾਰਾ ਹੈਗਾ ਉਹਨਾਂ ਕੋਲੇ। ਨਹੀਂ, ਤੁਸੀਂ ਇੱਕ ਚੀਜ਼ ਸੁਣੋ, ਇੱਕ ਚੀਜ਼ ਦੇਖੋ, ਦੇਸ਼ ਦੇ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕਰਨ ਵਾਸਤੇ ਜਿਸ ਚੀਜ਼ ਦੀ ਵੀ ਲੋੜ ਹੈ, ਮੰਨ ਲਓ ਵਪਾਰੀਆਂ ਵਾਸਤੇ 에ਅਰਪੋਰਟ ਲੈਣ ਦੀ ਲੋੜ ਹੈ, ਅਸੀਂ 에ਅਰਪੋਰਟ ਬਣਾਏ, ਠੀਕ ਹੈ। ਫੌਜੀਆਂ ਵਾਸਤੇ ਬੁਲਟ ਪ੍ਰੂਫ ਜੈਕਟਸ ਦੀ ਲੋੜ ਹੈ, ਅਸੀਂ ਉਹ ਬਣਾਈ ਹੈ। ਲੇਟੈਸਟ ਗਨਸ ਦੀ ਲੋੜ ਹੈ, ਅਸੀਂ ਉਹ ਲਿੱਤੇ। ਸਾਡੀ ਮੂਵਮੈਂਟਸ ਵਾਸਤੇ ਚਿਨਕੂ ਵਗੈਰਾ ਹੈਲੀਕਾਪਟਰ ਦੀ ਲੋੜ ਹੈ, ਅਸੀਂ ਉਹ ਲਿੱਤੇ। ਫਾਈਟਰ 에ਅਰਕ੍ਰਾਫਟ ਦੀ ਲੋੜ ਹੈ, ਅਸੀਂ ਉਹ ਲਿੱਤੇ। ਸੋ ਐਸੇ ਵੀ ਸਾਰੇ ਇਨਫਰਾਸਟ੍ਰਕਚਰ ਲਈ ਕੋਈ ਐਸਾ ਮੋਦੀ ਸਾਹਿਬ, ਸੁਣੋ ਜੀ ਮੈਂ ਮੋਦੀ ਸਾਹਿਬ ਉਹ ਪ੍ਰਧਾਨ ਮੰਤਰੀ ਹੈ ਜਿਹੜੇ ਦਿਨ 'ਚ ਬੈਠਕਾਂ ਕਰਦੇ ਹੈ ਔਰ ਰਾਤ ਨੂੰ ਸਫ਼ਰ ਕਰਦੇ ਹੈ, ਹਿੰਦੁਸਤਾਨ 'ਚ ਆ ਕੇ ਫੇਰ ਜਾ ਕੇ ਲੋਕਾਂ ਦੀ ਦੁੱਖ ਸਮੱਸਿਆ ਵਾਸਤੇ ਬੈਠਦੇ ਹੈ, ਔਰ ਪੂਰੇ ਉਹਨਾਂ ਨੇ ਆਪਣੇ ਦੌਰ 'ਚ ਇੱਕ ਵੀ ਛੁੱਟੀ ਨਹੀਂ ਕੀਤੀ। ਉਹਨਾਂ ਦਾ ਆਪਣਾ ਜੀਵਨ ਉਹਨਾਂ ਨੇ ਆਪਣਾ ਦੇਸ਼ ਲਈ ਉਹਨਾਂ ਨੇ ਤਿਆਗ ਕੀਤਾ ਹੋਇਆ। ਜੇ ਇੰਨੀ ਮਿਹਨਤ ਕੀਤੀ ਆ, ਤੁਸੀਂ ਕਹਿੰਦੇ ਹੋ ਇਹ ਚਰਚਾ ਵੀ ਆ ਨੈਸ਼ਨਲ ਚੈਨਲ ਤੇ ਕਿ 18 ਘੰਟੇ ਸੌਂਦੇ ਉਹ ਜਾਗਦੇ ਨੇ, ਥੋੜਾ ਚਿਰ ਸੌਂਦੇ ਨੇ, ਚਰਚਾ ਨਹੀਂ ਹੈ, ਸੱਚਾਈ ਹੈ, ਸੱਚਾਈ ਹੈ। ਹਾਂ, ਫਿਰ ਅੱਜ ਦੇਸ਼ ਇੰਨੇ ਮਾੜੇ ਹਾਲਾਤਾਂ 'ਚ ਕਿਉਂ ਆ? GDP ਡਿੱਗੀ ਪਈ ਆ, ਰੁਜ਼ਗਾਰ ਪੈਦਾ ਨਹੀਂ ਹੋ ਰਹੇ, ਜਿਹੜੀਆਂ ਨੌਕਰੀਆਂ ਸੀਗੀਆਂ ਲੋਕਾਂ ਕੋਲੇ ਉਹ ਖਤਮ ਹੋ ਗਈਆਂ। 2 ਕਰੋੜ ਹਰੇਕ ਸਾਲ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉਹ ਪੂਰਾ ਨਹੀਂ ਹੋਇਆ। ਜਿਹੜੀਆਂ ਸੀਗੀਆਂ ਉਹ ਵੀ ਗਈਆਂ, GDP ਵੀ ਗਿਰ ਗਈ। ਫਿਰ ਜਦੋਂ ਇੰਨੀ ਮਿਹਨਤ ਕੀਤੀ ਗਈ ਆ ਤੇ ਫਿਰ ਇਹ ਹੁਣ ਮੈਂ ਨਾਲ ਇਸ ਦੇ ਤੁਹਾਨੂੰ ਜੋੜ ਹੀ ਦਿੰਦਾ, ਜਿਹੜਾ ਰੇਲਵੇ ਅੱਜ ਵੇਚਿਆ ਜਾ ਰਿਹਾ ਜੀ, ਪ੍ਰਾਈਵੇਟ ਕੀਤਾ ਜਾ ਰਿਹਾ, BSNL ਪ੍ਰਾਈਵੇਟ ਕੀਤੀ ਜਾ ਰਹੀ ਆ ਜੀ, 에ਅਰਪੋਰਟ ਉਹ ਵੇਚੇ ਜਾ ਰਹੇ ਨੇ। ਮੈਨੂੰ ਇਹ ਦੱਸੋ ਵੀ ਜੇ ਤਾਂ ਇਹ ਘਾਟੇ 'ਚ ਨੇ ਤਾਂ ਬਿਜ਼ਨਸਮੈਨ ਖਰੀਦ ਕਿਉਂ ਰਿਹਾ? ਜੇ ਇਹ ਫਾਇਦੇ 'ਚ ਨੇ ਤੇ ਫਿਰ ਸਰਕਾਰ ਵੇਚ ਕਾਹਤੇ ਰਹੀ ਆ ਜੀ? ਦੇਖੋ, ਹੁਣ ਦੇਸ਼ 'ਚ ਨਹੀਂ, ਪੂਰੀ ਦੁਨੀਆ 'ਚ ਕਰੋਨਾ ਆਇਆ ਜੀ, ਸੋ ਉਹਦਾ ਇੰਪੈਕਟ ਸਾਡੇ ਦੇਸ਼ ਤੇ ਵੀ ਆਇਆ। ਜਿਸ ਦੇਸ਼ 'ਚ ਐਡੀ ਜਨਸੰਖਿਆ ਹੋਵੇ, ਸੈਕੰਡ ਲਾਰਜੈਸਟ ਪੋਪੂਲੇਟਡ ਕੰਟਰੀ ਹੋਵੇ, ਉੱਥੇ ਮੋਦੀ ਸਾਹਿਬ ਨੇ ਇਕਨੋਮੀ ਨੂੰ ਤਰਜੀਹ ਦੇਣ ਦੀ ਬਜਾਏ ਦੇਸ਼ ਦੇ ਲੋਕਾਂ ਦੀ ਜਾਨਾਂ ਦੀ ਪਰਵਾਹ ਕੀਤੀ। ਅਮਰੀਕਾ, ਜਰਮਨੀ, ਫਰਾਂਸ ਵਰਗਿਆਂ ਨੇ ਲੇਟ ਲੋਕਡਾਊਨ ਕੀਤਾ, ਲੇਕਿਨ ਹਿੰਦੁਸਤਾਨ 'ਚ ਲੋਕਡਾਊਨ ਹੋਇਆ। ਅੱਜ ਡੈਥ ਰੇਟ ਕਰੋਨਾ ਕਰਕੇ ਸਭ ਤੋਂ ਘੱਟ ਇੰਡੀਆ 'ਚ ਹੈ। ਸੋ ਉਸ ਕਰੋਨਾ ਕਾਲ 'ਚ ਇਹ ਚੀਜ਼ਾਂ ਦਾ ਅਸਰ ਹੋਏਗਾ ਹੀ ਹੋਏਗਾ। ਸਰ ਇੰਨਾ ਹੋ ਗਿਆ ਕਿ ਵੇਚਣਾ ਪੈ ਗਿਆ ਸਾਰਾ ਕੁਝ। ਵੇਚਿਆ ਕੁਛ ਨਹੀਂ ਵੇਚਿਆ, ਪ੍ਰਾਈਵੇਟਾਈਜੇਸ਼ਨ ਜਦੋਂ ਹੋ ਗਈ ਫਿਰ ਤਾਂ ਵੇਚੂਗਾ ਜੀ, ਵਪਾਰੀ ਆਪਦੇ ਹਿਸਾਬ ਨਾਲ ਪੈਸਾ ਲਾਉਂਦੇ। ਵੇਚਿਆ ਤੁਸੀਂ ਬੰਬੇ 에ਅਰਪੋਰਟ ਕਾਂਗਰਸ ਨੇ ਕਿਸੇ ਪ੍ਰਾਈਵੇਟ ਏਜੰਸੀ ਕੋਲ ਸੀਗਾ, ਮਦਰਾਸ ਦਾ 에ਅਰਪੋਰਟ ਪ੍ਰਾਈਵੇਟ ਏਜੰਸੀ ਕੋਲ ਸੀਗਾ। ਮਤਲਬ ਇੱਕ ਉਹ ਮੇਨਟੇਨੈਂਸ ਜਾਂ ਉਹਨਾਂ ਨੂੰ ਰਨ ਕਰਨ ਵਾਸਤੇ ਆਪਣਾ ਬੈਟਰ ਅਸੀਂ ਸਰਵਿਸ ਕਿੱਦਾਂ ਦੇ ਸਕਦੇ ਹਾਂ, ਇਹ ਪਹਿਲਾਂ ਵੀ ਸਰਕਾਰਾਂ ਕਰਦੀ ਰਹੀਆਂ, ਹੁਣ ਵੀ ਸਰਕਾਰਾਂ ਕਰਦੀਆਂ। ਔਨ ਰਿਕਾਰਡ ਤੁਸੀਂ ਕਹਿ ਰਹੇ ਹੋ ਕਿ ਨਹੀਂ ਵੇਚਿਆ, ਤੁਸੀਂ ਕਹਿੰਦੇ ਹੋ ਔਨ ਰਿਕਾਰਡ ਕਹਿ ਰਹੇ ਹੋ ਕਿ ਨਹੀਂ ਵੇਚਿਆ, ਨਾ ਦਿੱਤਾ। ਪ੍ਰਾਈਵੇਟੇਸ਼ਨ ਤਾਂ ਕੀਤੀ ਆ ਨਾ ਜੀ। ਦੇਖੋ, ਪ੍ਰਾਈਵੇਟਾਈਜੇਸ਼ਨ ਤਾਂ ਬਾਕੀਆਂ 'ਚ ਵੀ ਹੋਈ ਜਾਂਦੀ ਸੀ, ਪਹਿਲਾਂ ਨਹੀਂ ਹੋਈ ਪ੍ਰਾਈਵੇਟਾਈਜੇਸ਼ਨ। ਅਸੀਂ ਪਬਲਿਕ ਨੂੰ ਸਰ ਮੈਂ ਤਾਂ ਪਹਿਲਾਂ ਦੀ ਗੱਲ ਆ, ਸੁਣੋ, ਜੇ ਸਰਕਾਰ ਤੁਹਾਡੀ ਆ ਇਸ ਸਮੇਂ, ਮੈਂ ਤਾਂ ਪਹਿਲਾਂ ਹੁੰਦੀ ਸੀ, ਚਲੋ ਉਹਨਾਂ ਤੋਂ ਜਦੋਂ ਉਹ ਸੱਤਾ ਦੇ ਵਿੱਚ ਸੀ ਅਸੀਂ ਉਹਨਾਂ ਨੂੰ ਵੀ ਸਵਾਲ ਕੀਤਾ। ਅੱਜ ਸੱਤਾ 'ਚ ਤੁਸੀਂ ਹੋ, ਅਸੀਂ ਤੁਹਾਨੂੰ ਕਰਾਂਗੇ, ਅਸੀਂ ਉਹਨਾਂ ਨੂੰ ਨਹੀਂ ਕਰਾਂਗੇ ਕਿ ਕਰ ਸਕਦੇ ਹੋ, ਕਿਉਂਕਿ ਜੋ ਸੱਤਾ ਦੇ ਵਿੱਚ ਹੁੰਦਾ, ਸਰਕਾਰ 'ਚ ਹੁੰਦਾ, ਉਹ ਸਵਾਲਾਂ ਨੂੰ ਜਵਾਬ ਦਿੰਦਾ। ਪਰ ਦੇਖੋ, ਮੈਂ ਪ੍ਰਾਈਮ ਮੁੱਦੇ ਦੇ ਤੁਹਾਡੇ ਬਾਰੇ, ਤੁਸੀਂ ਸੀਨੀਅਰ ਪੱਤਰਕਾਰ ਹੋ, ਕੋਈ ਇੱਕ ਚੀਜ਼ ਪ੍ਰਾਈਵੇਟਾਈਜੇਸ਼ਨ ਕਰਨਾ ਤੇ ਵੇਚਣਾ, ਇਸ 'ਚ ਫਰਕ ਹੈ। ਫਿਰ ਮਹਿੰਗਾਈ ਨਹੀਂ ਹੋਊ ਜੀ ਪ੍ਰਾਈਵੇਟਾਈਜੇਸ਼ਨ? ਬਿਲਕੁਲ ਨਹੀਂ ਹੋਗੀ, ਬਿਲਕੁਲ ਨਹੀਂ ਹੋਏਗੀ। ਵਪਾਰੀ ਆਪਣੇ ਮਤਲਬ ਦਾ ਰੇਟ ਨਹੀਂ ਲਾਉਂਦੇ। ਅੱਜ ਜਿੰਨੀਆਂ ਆਪਾਂ GT ਰੋਡ ਬਣਾਤੀਆਂ, ਅੱਗੇ ਆਪਾਂ ਦਿੱਲੀ ਜਾਂਦੇ ਸੀਗੇ 7-7 8-8 ਘੰਟੇ ਲੱਗਦੇ ਸੀਗੇ, ਅੱਜ ਦਿੱਲੀ ਜਾਣ ਤੋਂ ਬਾਅਦ ਤੁਹਾਨੂੰ 4.5-4 ਘੰਟੇ ਲੱਗਦੇ ਆ। ਕਿਤੇ ਐ ਤਾਂ ਨਹੀਂ ਲੱਗਦਾ ਕਿ ਤੁਹਾਡੇ ਹਾਂਜੀ ਨੈਸ਼ਨਲ ਹਾਈਵੇ ਬਣ ਗਏ ਤਾਂ ਅਸੀਂ ਟੋਲ ਟੈਕਸ ਪੇ ਕਰ ਰਹੇ ਹਾਂ ਨਾ। ਦੇਖੋ, ਮੋਰ ਸਰਵਿਸਿਜ਼, ਮੋਰ ਟੈਕਸਿਸ, ਮੋਰ ਸੈਟਿਸਫੈਕਸ਼ਨ। ਤੁਸੀਂ ਇਹ ਚੀਜ਼ ਦੇਖੋ ਨਾ, ਸਾਡਾ ਟਾਈਮ ਕਿੰਨਾ ਬਚਣ ਲੱਗ ਗਿਆ। ਅੱਜ ਅਸੀਂ ਸਿੱਧੀ ਆਟੋ ਚੱਲਦੇ ਹਾਂ, ਅਸੀਂ 4 ਘੰਟੇ ਜਾ ਕੇ ਦਿੱਲੀ ਪਹੁੰਚ ਜਾਣਾ, ਅੱਗੇ 7-7 ਘੰਟੇ ਲੱਗਦੇ ਸੀ। ਦੇਸ਼ ਤਰੱਕੀ ਵਾਲਾ ਹੈ। ਇਹ ਚੀਜ਼ਾਂ ਨੂੰ ਜੇ ਅਸੀਂ ਬੈਟਰ ਸਰਵਿਸ ਲੈਣੀ ਹੈ, ਅੱਜ ਵਪਾਰੀ ਹੈ, ਅੱਜ ਵਪਾਰੀ ਪੇ ਕਰਨ ਨੂੰ ਤਿਆਰ ਹੈ, ਉਹ ਚਾਹੁੰਦਾ ਮੇਰਾ ਟਾਈਮ ਨਾ ਖਰਾਬ ਹੋਵੇ, ਸੋ ਉਹਨੂੰ ਤੁਹਾਨੂੰ 에ਅਰਪੋਰਟ ਤੁਹਾਨੂੰ ਦੇਣੇ ਪੈਣਗੇ, ਉੱਥੇ ਬੈਟਰ ਸਰਵਿਸ ਦੇਣੀ ਪਏਗੀ। ਕਿੰਨੇ % ਵਪਾਰੀ ਆ ਜੀ ਪੰਜਾਬ ਦੇ ਵਿੱਚ? ਨਹੀਂ, ਵਪਾਰੀ ਪਰਸੈਂਟੇਜ ਦਾ ਸਵਾਲ ਨਹੀਂ ਹੈ,
ਭਾਰਤ ਦੇ ਵਿੱਚ ਕਿੰਨੇ ਨਹੀਂ ਪਰਸੈਂਟ ਨਹੀਂ ਵਪਾਰੀ ਸੁਣੋ ਹੈ? ਇੱਕ ਮਿੰਟ ਸੁਣੋ। ਜਿਹੜਾ ਵਪਾਰੀ ਉਹ ਟ੍ਰੇਨ 'ਚ ਜਾਊਗਾ ਹੀ ਕਿਉਂ ਜੀ? ਉਹ ਆਪਦਾ ਜੈਟ ਲੈ ਕੇ ਜਾਊ, ਆਪਦਾ 에어ਪੋਰਟ ਉਹਨਾਂ ਦੇ ਪਰਸਨਲ ਨੇ, ਐਡੇ ਅੰਬਾਨੀਆਂ ਅਡਾਨੀਆਂ ਦੇ ਆਪਦੇ 에ਅਰੋਪਲੇਨ ਨੇ। ਬਿਜ਼ਨਸਮੈਨ ਨੂੰ ਕੀ ਲੋੜ ਪਈ ਹੈ ਟ੍ਰੇਨ 'ਚ ਜਾਣ ਦੀ? ਅਡਾਨੀ ਜੈਟ ਲੈ ਕੇ ਜਾ ਸਕਦੇ ਆ, ਐਡਾ ਸੌਖਾ ਵੀ ਨਹੀਂ ਹੈ। ਜਿਹੜੇ ਬਿਜ਼ਨਸਮੈਨ ਦੀ ਤੁਸੀਂ ਗੱਲ ਕਰਦੇ ਹੋ ਉਹਦੇ ਕੋਲ ਆਪਦੀ ਗੱਡੀ ਹੈਗੀ ਆ ਜੀ, ਉਹ ਕਾਹਨੂੰ ਜਾਊਗਾ ਜੀ? ਨਹੀਂ ਉਹ ਮੇਰੇ ਵਰਗਾ ਪੈਸੰਜਰ 'ਚ ਜਾਊ ਜੀ ਜੇ ਜਾਊਗਾ। ਐਸਾ ਨਹੀਂ ਹੈ। ਦੇਖੋ ਪਤਾ ਕੀ ਹੁੰਦੀ ਹੈ, ਹਰ ਇੱਕ ਲੈਵਲ ਹੈ। ਇੱਕ ਵਪਾਰੀ ਮੰਨ ਲਓ ਕੋਈ 50 ਲੱਖ ਦੀ ਸੇਲ ਵਾਲਾ, ਕੋਈ ਕਰੋੜ ਦੀ ਸੇਲ ਵਾਲਾ, ਕੋਈ 100 ਕਰੋੜ ਦੀ, ਕੋਈ 1000 ਦੀ, ਕੋਈ 10,000 ਕਰੋੜ ਦੀ। ਸੋ ਅਲੱਗ-ਅਲੱਗ ਲੈਵਲ ਹੈ, ਅਲੱਗ-ਅਲੱਗ ਜ਼ਰੂਰਤ ਹੈ। ਦੇਸ਼ ਐਡਾ ਸਾਡਾ ਵਿਸ਼ਾਲ ਦੇਸ਼ ਹੈ, ਉਰੇ ਹਰ ਤਰ੍ਹਾਂ ਦੇ ਲੋਕ ਹੈ, ਹਰ ਤਰ੍ਹਾਂ ਦਾ ਸਿਸਟਮ ਹੈ। ਗੱਲ ਮੈਂ ਤੁਹਾਡੀ ਤਾਂ ਜੋੜੀ ਸੀ ਨਾ, ਤੁਸੀਂ ਕਹਿੰਦੇ ਦਿੱਲੀ ਜਾਣ ਲਈ 4 ਘੰਟੇ ਲੱਗਦੇ ਆ, ਪਹਿਲਾਂ 7 ਲੱਗਦੇ ਸੀਗੇ। ਹਾਂ, ਕਿਆ ਜੀਟੀ ਰੋਡ ਨਹੀਂ ਚਾਹੀਦੀ ਸੀ? ਚਾਹੀਦੀ ਸੀ ਸਰ। ਇਹ ਵੀ ਨਹੀਂਗਾ ਕਿ 2014 ਤੋਂ ਪਹਿਲਾਂ ਜੀਟੀ ਰੋਡ ਹੈ ਨਹੀਂ ਸੀ, ਇਹ ਵੀ ਨਹੀਂਗਾ। ਪਰ ਤੁਹਾਡੀਆਂ ਕੁਝ ਮੈਂ ਦੇਖਿਆ ਕਿ ਲੋਕਾਂ ਦਾ ਤੇ ਤੁਹਾਡੇ ਜਿਹੜੇ ਪਾਰਟੀ ਦੇ ਵਰਕਰ ਨੇ ਉਹਨਾਂ ਨੂੰ ਵੀ ਇਦਾਂ ਲੱਗਦਾ ਕਿ 2014 ਤੋਂ ਪਹਿਲਾਂ ਜਿਵੇਂ ਦੇਸ਼ ਹੈ ਹੀ ਨਹੀਂ ਸੀ, ਉਦੋਂ ਬਾਅਦ 'ਚ ਹੀ ਬਣਿਆ। ਨਹੀਂ, ਤੁਸੀਂ ਨਹੀਂ ਕਿਹਾ, ਤੁਸੀਂ ਕਹਿੰਦੇ ਹੋ ਕਿ ਪਹਿਲਾਂ ਰੋਡ ਹੈ ਨਹੀਂ ਸੀ, ਜੀਟੀ ਰੋਡ ਇਦਾਂ ਵਧੀਆ ਨਹੀਂ ਸੀ, ਹੁਣ ਵਧੀਆ ਬਣ ਗਏ। ਨਹੀਂ, ਮੇਰੀ ਇੱਕ ਸਬਮਿਸ਼ਨ ਹੈ ਜੀ। ਦੇਖੋ ਕੋਈ ਵੀ ਚੀਜ਼ ਹੈ ਜਿਹੜੀ ਡਿਵੈਲਪਮੈਂਟ ਹੈ ਨਾ, ਉਹ ਬੈਟਰ ਹਮੇਸ਼ਾ ਉਸ 'ਚ ਚਾਂਸਿਸ ਹੁੰਦੇ ਆ। ਸਪੋਜ਼ ਪਹਿਲਾਂ ਸਾਈਕਲ ਸੀਗਾ, ਸਾਈਕਲ ਤੋਂ ਬਾਅਦ ਸਕੂਟਰ ਦਾ ਆਇਆ, ਸਕੂਟਰ ਤੋਂ ਬਾਅਦ ਤੁਸੀਂ ਦੇਖੋ ਵੱਡੀਆਂ ਗੱਡੀਆਂ, ਡਿਵੈਲਪਮੈਂਟ ਤਾਂ ਹੋਣੀ ਹੈ ਜੀ ਸਮੇਂ ਨਾਲ। ਉਸ ਤਰ੍ਹਾਂ ਇਹੀ ਹੈ। ਤੇ ਪਹਿਲਾਂ ਜੀ 2 ਲੇਨ ਸੀ, ਫਿਰ 4 ਲੇਨ ਹੋ ਗਈ, ਫਿਰ 6 ਲੇਨ ਹੋ ਗਈ। ਸੋ ਇਹ ਡਿਵੈਲਪਮੈਂਟ ਦੇ ਸਟੈਪਸ ਹੈ। ਅੱਜ ਜੋ ਚੀਜ਼ ਹੈਗੀ ਹੈ, ਔਰ ਇੱਕ ਹੋਰ ਆਪਾਂ ਕਹਿੰਦੇ ਹੁੰਦੇ ਆ ਵੀ ਜਿਹੜੀ ਆਵਸ਼ਕਤਾ ਹੈ ਅਵਿਸ਼ਕਾਰ ਕੀ ਜਨਨੀ ਹੈ। ਅੱਜ ਜੋ ਸਾਡੇ ਕੋਲ ਹੈਗਾ ਉਸ ਤੋਂ ਬੈਟਰ ਕੀ ਹੋ ਸਕਦਾ ਹੈ? ਨਵੇਂ ਫਾਈਟਰ ਆ ਰਹੇ ਹੈ, ਨਵੀਂ ਜਨਰੇਸ਼ਨ ਦੇ ਹਿਸਾਬ ਨਾਲ ਟ੍ਰੇਨਸ ਆ ਰਹੀਆਂ, ਬੁਲਟ ਟ੍ਰੇਨਸ ਆ ਰਹੀਆਂ, ਨਵੀਂ ਗਨਸ ਆ ਰਹੀਆਂ। ਸੋ ਉਹ ਜੋ ਮੈਂ ਨਹੀਂ ਇਹ ਕਹਿ ਰਿਹਾ, 1947 ਤੋਂ ਬਾਅਦ 2014 ਤੱਕ ਵੀ ਜਿਹੜੀਆਂ ਸਰਕਾਰਾਂ ਨੇ ਕੰਮ ਕੀਤਾ, ਉਹਨਾਂ ਨੇ ਦੇਸ਼ ਚਲਾਇਆ, ਦੇਸ਼ ਵਾਸਤੇ ਕੁਝ ਕੀਤਾ, ਪਰ ਅਸੀਂ ਸਪੀਡ ਨਾਲ ਕੀਤਾ। ਜਿਹੜਾ ਉਹਨਾਂ ਨੇ 70 ਸਾਲਾਂ 'ਚ ਨਹੀਂ ਕਰ ਸਕੇ, ਅਸੀਂ ਉਹ 6 ਸਾਲਾਂ 'ਚ ਅਸੀਂ ਕੀਤਾ। ਅਸੀਂ ਸਪੀਡ ਨਾਲ ਕੀਤਾ। ਅਸੀਂ ਇਹ ਕਹਿਣਾ ਚਾਹ ਰਹੇ, ਉਹਨਾਂ ਨੇ ਵੀ ਕੀਤਾ ਜੀ। ਜਿਸ ਸਪੀਡ ਨਾਲ ਕੀਤਾ, ਫਿਰ ਇਹਨਾਂ ਨੂੰ ਪ੍ਰਾਈਵੇਟੇਸ਼ਨ ਕਰਨ ਦੀ ਲੋੜ ਕੀ ਪੈ ਗਈ ਸੀ? ਜਦੋਂ ਤੁਸੀਂ ਤਰੱਕੀ ਵੀ ਇੰਨੀ ਕਰਾਤੀ 2014 ਤੋਂ ਬਾਅਦ, ਡਿਵੈਲਪਮੈਂਟ ਹੀ ਇੰਨੀ ਕਰਾਤੀ, ਫਿਰ ਲੋੜ ਕੀ ਪੈ ਗਈ ਮਹਿਕਮਿਆਂ ਨੂੰ ਪ੍ਰਾਈਵੇਟ ਕਰਨ ਦੀ? ਦੇਖੋ ਕਈ ਜਗ੍ਹਾ 'ਤੇ ਹੁਣ ਤੁਸੀਂ ਇਹ ਟੈਲੀਫੋਨ ਦਾ ਲੈ ਲਓ, ਮੋਬਾਈਲ ਦਾ ਲੈ ਲਓ, ਤੇ ਇਹ ਪ੍ਰਾਈਵੇਟ ਕੰਪਨੀਆਂ ਰਨ ਕਰਦੀ ਹੈ ਨਾ। ਹੁਣ ਤੁਸੀਂ ਇਹ ਕਹੋ ਵੀ BSNL ਸੀਗੀ ਜੀ, ਤੇ ਏਅਰਟੈਲ ਕਿਉਂ ਆਈ, ਆਈਡੀਆ ਕਿਉਂ ਆਈ, ਜੀਓ ਕਿਉਂ ਆਈ? ਨਹੀਂ, ਮੇਰਾ ਇਹ ਸਵਾਲ ਨਹੀਂ ਸੀ ਜੀ। ਮੇਰਾ ਤਾਂ ਇਹ ਸੀਗਾ ਕਿ ਜੇ ਫਾਇਦੇ 'ਚ ਸੀ। ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਜੀ। ਸੋ ਇਸ ਲਈ ਜਿਸ ਟਾਈਮ ਅਸੀਂ ਵਰਲਡ ਲੈਵਲ ਦੀ ਸਰਵਿਸ ਦੇਣੀ ਹੈ, ਤਾਂ ਸਾਨੂੰ ਉਸ ਹਿਸਾਬ ਦੇ ਨਾਲ ਉਹ ਚੀਜ਼ਾਂ ਨੂੰ ਮੈਨੇਜ ਕਰਨੀਆਂ ਪੈਂਦੀਆਂ। ਸੋ ਸਾਡੇ ਕੋਲ ਇਸ ਦੇਸ਼ ਦੇ ਵਪਾਰੋਂ ਬੜੇ ਵਪਾਰੀ ਆਉਂਦੇ ਆ, ਇਹ ਟੂਰਿਸਟ ਪਲੇਸ ਹੈ। ਸੋ ਤੁਹਾਨੂੰ ਉਹੋ ਜਿਹੀਆਂ ਚੀਜ਼ਾਂ ਵੀ ਵਰਲਡ ਲੈਵਲ ਦੀਆਂ ਦੇਣੀਆਂ ਪੈਣਗੀਆਂ। ਨਹੀਂ, ਚਲੋ ਇਹ ਤਾਂ ਮੈਂ ਤੁਹਾਡੀ ਗੱਲ ਨੂੰ ਬਿਲਕੁਲ ਕਹਿਣਾ ਕਿ ਡਿਵੈਲਪਮੈਂਟ ਹੋਣੀ ਚਾਹੀਦੀ ਆ ਸਮੇਂ ਨਾਲ। ਜਿਹੜਾ ਵਾ ਉਹ ਜੇ ਟੈਕਨੋਲੋਜੀ ਆ ਜਿਹੜੀ ਉਹ ਵਧਣੀ ਵੀ ਚਾਹੀਦੀ ਆ। ਮੇਰਾ ਸਵਾਲ ਤਾਂ ਇੰਨਾ ਕੀ ਸੀਗਾ ਕਿ ਜਿਹੜਾ ਪ੍ਰਾਈਵੇਟ ਕੀਤਾ ਜਾ ਰਿਹਾ, ਜੇ ਸਰਕਾਰ ਨੇ ਮਿਹਨਤ ਨਾਲ ਕੰਮ ਕੀਤਾ, ਪੈਸਾ ਆਇਆ, ਡਿਵੈਲਪਮੈਂਟ ਹੋਈ ਆ, ਫਿਰ ਇਹਨਾਂ ਨੂੰ ਪ੍ਰਾਈਵੇਟ ਕਰਨ ਦੀ ਲੋੜ ਹੀ ਕੀ ਪੈ ਗਈ ਜਦੋਂ ਸਾਡਾ ਤਾਂ ਮਿਹਨਤ ਨਾਲ ਕੰਮ ਹੀ ਇਹਨਾਂ ਡਿਵੈਲਪ ਸਰਕਾਰ ਅੱਗੇ ਵਧ ਹੀ ਰਹੀ ਹੈ ਜੀ। ਕੁਝ ਚੀਜ਼ਾਂ ਸਰਕਾਰ ਰਨ ਕਰ ਰਹੀ ਹੈ, ਕੁਝ ਸਰਕਾਰ ਦੇ ਬਿਹਾਫ ਤੇ ਜਿਹੜੀਆਂ ਹੈਗੀਆਂ ਪ੍ਰਾਈਵੇਟ ਪਾਰਟਿਸਿਪੇਸ਼ਨ 'ਚ ਕੰਪਨੀਆਂ ਰਨ ਕਰ ਰਹੀ ਹੈ। ਪਰ 70 ਸਾਲ ਤੁਸੀਂ ਜਿਹੜੀ ਜ਼ਿਕਰ ਕੀਤਾ ਪਹਿਲਾਂ ਵੀ ਤਾਂ ਇਹ ਸਾਰਾ ਸਿਸਟਮ ਵਧੀਆ ਹੀ ਚੱਲ ਰਿਹਾ ਸੀਗਾ ਜੀ। ਤੁਸੀਂ ਕਹਿੰਦੇ ਉਹਨਾਂ ਨੇ ਵੀ ਕੀਤਾ, ਸਰਕਾਰਾਂ ਨੇ ਕੰਮ ਪਹਿਲਾਂ ਵਾਲਿਆਂ ਨੇ ਵੀ, ਉਹਨਾਂ ਨੇ ਤਾਂ ਪ੍ਰਾਈਵੇਟ ਅੱਜ ਤੱਕ ਕੀਤਾ ਨਹੀਂ। ਉਹਨਾਂ ਦੇ ਕਿਤੇ ਕਹਿੰਦੇ ਆਪਣੇ ਇੰਟਰਸਟ ਹੁੰਦੇ ਸੀਗੇ, ਉਹਨਾਂ ਨੂੰ ਮਾਲ ਖਾਣ ਦੀ ਕੋਈ ਚਿੰਤਾ ਹੁੰਦੀ ਸੀ, ਉਹਨਾਂ ਨੂੰ ਭੈਣ ਭਾਈ ਜਵਾਈ ਦੀ ਚਿੰਤਾ ਹੁੰਦੀ ਸੀਗੀ। ਸਾਡਾ ਕੁਝ ਨਹੀਂ ਹੈਗਾ, ਸਾਡਾ ਸਿਰਫ ਦੇਸ਼ ਤੇ ਦੇਸ਼ ਦੀ ਜਨਤਾ ਹੈ। ਪਰ ਤੁਹਾਡੇ ਰਾਜ ਦੇ ਵਿੱਚ 2014 ਤੋਂ ਬਾਅਦ ਲੱਗਦਾ ਨਹੀਂ ਕਿ ਅੱਜ ਦਲਿਤ ਦੇ ਹੱਕ ਦੀ ਤੁਸੀਂ ਗੱਲ ਕਰਦੇ ਹੋ, ਪਰ ਦਲਿਤਾਂ ਦੇ ਉੱਤੇ ਅਤਿਆਚਾਰ ਆ ਜਿਹੜਾ ਉਹ ਅੱਗੇ ਨਾਲੋਂ ਵਧਿਆ ਵਾ ਜੀ? ਬਿਲਕੁਲ ਨਹੀਂ 100%। ਸਾਡੇ ਵਾਸਤੇ ਪਹਿਲਾਂ ਕਿਹਾ ਸੀਗਾ ਤੁਸੀਂ ਵਾਸਤੇ ਦਲਿਤ ਤਾਂ ਹੈ ਹੀ ਸਾਡੇ 'ਚੋਂ, ਤੇ ਦੇਸ਼ ਦਾ ਨੁਮਾਇੰਦਾ, ਦੇਸ਼ ਦਾ ਵਸਿੰਦਾ ਜਿਹੜਾ ਵੀ ਹਿੰਦੁਸਤਾਨ 'ਚ ਰਹਿੰਦਾ, ਉਹਦਾ ਬਰਾਬਰ ਦਾ ਹੱਕ ਹੈ, ਉਹ ਕਿਸੇ ਵੀ ਕੌਮ ਦਾ, ਉਹ ਕਿਸੇ ਵੀ ਧਰਮ ਦਾ। ਸੋ ਉਹਦੇ ਨਾਲ ਇਸ ਦੇਸ਼ ਦੀ ਧਰਤੀ 'ਤੇ ਔਰ ਮੋਦੀ ਸਰਕਾਰ ਦੇ ਟਾਈਮ 'ਚ ਇਸ ਤਰ੍ਹਾਂ ਦਾ ਪਾਪ ਹੋ ਹੀ ਨਹੀਂ ਸਕਦਾ। ਪਰ ਜਿਹੜੇ ਯੂਪੀ ਬਿਹਾਰ ਦੇ ਮੰਦਿਰਾਂ ਦੇ ਉੱਤੇ ਬਾਹਰ ਲਿਖ ਕੇ ਲਾਇਆ ਹੈ ਕਿ ਸ਼ੂਦਰ ਤੇ ਕੁੱਤੇ ਦਾ ਆਉਣਾ ਮਨਾ ਜੀ, ਉੱਤੇ ਕਦੇ ਧਿਆਨ ਦਿੱਤਾ? ਮੈਂ ਨਹੀਂ ਦੇਖਿਆ ਹੈਗਾ। ਤੇ ਹੈ ਜੀ, ਮੈਂ ਤੁਹਾਨੂੰ ਦਿਖਾ ਸਕਦਾ। ਐਟਲੀਸਟ ਮੈਂ ਪੰਜਾਬ ਦਾ ਰਹਿਣ ਵਾਲਾ, ਤੇ ਮੈਂ ਤਾਂ ਕੋਈ ਫਰਕ ਪਤਾ ਨਹੀਂ ਲੱਗਦਾ ਵੀ ਸ਼ੂਦਰ ਕੌਮ। ਪੰਜਾਬ ਤਾਂ ਬਹੁਤ ਵਧੀਆ ਸੂਬਾ ਵਾ, ਇੱਥੇ ਕੋਈ ਇਦਾਂ ਦਾ ਵਿਤਕਰਾ ਨਹੀਂ। ਅਸੀਂ ਕਦੇ ਇਸ ਗੱਲ 'ਚ ਅਸੀਂ ਦੇਖਿਆ ਹੀ ਨਹੀਂ, ਨਾ ਸਾਡੇ ਕਦੇ ਮਨ 'ਚ ਐਸਾ ਸਮਝਦੇ ਆ ਵੀ ਸਾਡੇ ਨਾਲੋਂ ਬੈਟਰ ਹੈ ਜਿਹੜੇ ਲੋਕ ਇਸ ਤਰ੍ਹਾਂ ਮਿਹਨਤ ਕਰਦੇ ਆ, ਅਸੀਂ ਇੱਕ ਆ, ਕੋਈ ਫਰਕ ਨਹੀਂ।
ਫਿਰ ਜਿਹੜੇ ਆਰਐਸਐਸ ਦੇ ਏਜੰਡੇ ਦੇਵਤੇ ਹੋਏ, ਮਹਾਂਪੁਰਸ਼ ਹੋਏ, ਪੀਰ ਪੈਗੰਬਰ ਹੋਏ, ਇਹ ਸਭ ਦੇ ਸਾਂਝੇ ਹੈ। ਪਰ ਜਦੋਂ ਜਿਹੜੇ ਆਰਐਸਐਸ ਦੇ ਕੁਝ ਪਿੱਛੇ ਜੇ ਲੀਕ ਵੀ ਹੋਈਆਂ ਸੀਗੀਆਂ, ਚਿੱਠੀਆਂ ਵੀ ਲੀਕ ਹੋਈਆਂ, ਉਹਨਾਂ ਦੇ ਵਿੱਚ ਵੀ ਇਹ ਜ਼ਿਕਰ ਕੀਤਾ ਗਿਆ ਕਿ ਦਲਿਤਾਂ ਦੇ ਇਹਨਾਂ ਨੂੰ ਭੜਕਾ ਕੇ ਇਹਨਾਂ ਦੇ ਰੇਪ ਕੀਤੇ ਜਾਣ, ਇਹਨਾਂ ਨੂੰ ਉਜਾੜਿਆ ਜਾਵੇ, ਇਹਨਾਂ ਨੂੰ ਉਸ ਜਗ੍ਹਾ ਤੇ ਪਹਿਲਾਂ ਵਾਲੀ ਜਗ੍ਹਾ ਤੇ ਰੱਖਿਆ ਜਾਵੇ। ਜਦੋਂ ਮਨੂ ਸਿਮਰਤੀ ਦੇ ਅਨੁਸਾਰ ਇਹ ਜਿੰਨਾ ਦਬਾ ਕੇ ਰੱਖੇ ਗਏ ਸੀ ਓਨਾ ਹੀ ਦਬਾਏ ਜਾਣ। ਉਦੋਂ ਇਹ ਏਜੰਡੇ ਤੇ ਤੁਸੀਂ ਕਿਉਂ ਨਹੀਂ ਬੋਲਦੇ ਕਿ ਨਹੀਂ ਯਾਰ ਅਸੀਂ ਪੰਜਾਬ ਦੇ ਵਾਸੀ? ਮੇਰੇ ਖਿਆਲ ਤੁਹਾਨੂੰ ਆਰਐਸਐਸ ਦੀ ਡੀਪ ਚ ਜਾਣ ਦੀ ਲੋੜ ਹੈ ਜੀ। ਇੱਕ ਪੂਰੇ ਵਰਲਡ 'ਚ ਆਰਐਸਐਸ ਹੀ ਐਸੀ ਸੰਗਠਨ ਹੈ, ਮੈਂ ਉਹਦਾ ਸੰਸੇਵਕ ਹਾਂ ਜੀ, ਪਤਾ ਮੈਨੂੰ ਜੀ। ਇਹ ਕੋਈ ਐਸਾ ਸੰਗਠਨ ਹੈ ਜਿਸ 'ਚ ਜਾਤ ਪੁੱਛੀ ਹੋ ਨਹੀਂ ਜਾਂਦੀ। ਮੇਰਾ ਨਾਮ ਪ੍ਰਵੀਨ ਬਾਂਸਲ ਹੈ, ਉੱਥੇ ਮੈਨੂੰ ਕਦੇ ਕਿਸੇ ਨੇ ਪ੍ਰਵੀਨ ਬਾਂਸਲ ਨਹੀਂ ਕਹਿਣਾ, ਉੱਥੇ ਮੈਨੂੰ ਪ੍ਰਵੀਨ ਜੀ ਕਹਿਣਾ। ਉੱਥੇ ਪਤਾ ਹੀ ਨਹੀਂ ਲੱਗਦਾ ਵੀ ਇਹ ਵਾਲਮੀਕੀ ਹੈ, ਬਾਣੀ ਹੈ, ਰਵਿਦਾਸੀ ਹੈ, ਜੱਟ ਹੈ ਜਾਂ ਸ਼ੂਦਰ ਹੈ, ਤਾਂ ਕੁਝ ਨਹੀਂ ਹੁੰਦਾ। ਜੇ ਦੇਸ਼ ਨਾਲ ਇੰਨਾ ਪਿਆਰ ਸੁਣੋ ਸੀ ਜੀ ਜੀ ਜੀ, ਅਸੀਂ ਸਾਰੇ ਇੱਕ ਹਾਂ ਔਰ ਸਾਨੂੰ ਇਹ ਲੱਗਦਾ ਹੈ ਵੀ ਅਸੀਂ ਸਾਰੇ ਇਕੱਠੇ ਰਵਾਂਗੇ ਤਾਂ ਹੀ ਸਾਡਾ ਦੇਸ਼ ਤਰੱਕੀ ਕਰੇਗਾ। ਜਿਹੜੀਆਂ ਪਾਰਟੀਆਂ, ਜਿਹੜੇ ਸੰਗਠਨਾਂ ਨੂੰ ਇਹ ਲੱਗਦਾ ਵੀ ਜੇ ਆਰਐਸਐਸ ਮਜ਼ਬੂਤ ਹੋਈ ਤਾਂ ਹਿੰਦੁਸਤਾਨ ਵਰਲਡ ਤੇ ਰਾਜ ਕਰੇਗਾ, ਵਿਸ਼ਵ ਗੁਰੂ ਬਣੇਗਾ, ਉਹ ਲੋਕ ਐਸੀਆਂ ਫੇਕ ਚੀਜ਼ਾਂ ਲੋਕਾਂ ਸਾਹਮਣੇ ਪ੍ਰੈਜ਼ੈਂਟ ਕਰਦੇ ਲੈ ਕੇ ਆਉਂਦੇ। ਜਿਹੜੀ ਤੁਸੀਂ ਕਹਿੰਦੇ ਹੋ ਕਿ ਇੰਨੀ ਦੇਸ਼ ਭਗਤੀ ਆ ਤੁਹਾਡੇ ਅੰਦਰ, ਤੁਹਾਡੀ ਪਾਰਟੀ ਦੇ ਅੰਦਰ, ਸਾਰੇ ਆਰਐਸਐਸ ਦੇ ਲਈ, ਫਿਰ ਆਰਐਸਐਸ ਦੇ ਜਿਹੜਾ ਹੈੱਡਕੁਆਟਰ ਆ ਨਾਗਪੁਰ ਦੇ, ਉੱਥੇ ਅੱਜ ਤੱਕ ਤਿਰੰਗਾ ਝੰਡਾ ਨਹੀਂ ਲਾਇਆ ਗਿਆ ਜੀ। ਉੱਥੇ ਭਗਵਾਂ ਹੀ ਲੱਗਿਆ ਹੋਇਆ। ਜੇ ਦੇਸ਼ ਨਾਲ ਇੰਨਾ ਪਿਆਰ ਆ ਕਿ ਤਿਰੰਗਾ ਫਿਰ ਉੱਥੇ ਲਾਉਣ 'ਚ ਕੀ ਦਿੱਕਤ ਆ ਜੀ? ਇਸ ਤਰ੍ਹਾਂ ਤਾਂ ਕੱਲ ਨੂੰ ਤੁਸੀਂ ਕਹੋਗੇ ਵੀ ਜੇਐਂਡਕੇ ਦਾ ਝੰਡਾ ਕਿਉਂ ਨਹੀਂ ਲਾਇਆ? ਨੋ ਸਾਰੇ ਇੰਡੀਆ ਦਾ ਹੀ ਕਹਿ ਰਹੇ ਆ, ਜੇ ਭਾਰਤ ਦੇ ਵਾਸੀਆਂ ਦਾ ਭਾਰਤ ਦਾ ਹੀ ਭਗਵਤਵਾਦ ਸਾਡਾ ਹਿੰਦੁਸਤਾਨ ਦਾ ਸਨਾਤਨੀ ਧਰਮ ਹੈ, ਹਜ਼ਾਰਾਂ ਉਹ ਵੀ ਲੱਗੇ ਸਰ, ਨਾਲ ਇੰਡੀਆ ਦਾ ਵੀ ਲੱਗੇ। ਇੰਸਟਰਕਸ਼ਨ ਦੇ ਰਹੇ ਹੋ ਵੀ ਅਸੀਂ ਨਾਲ ਇੰਡੀਆ ਝੰਡਾ ਵੀ ਲਾਈਏ। ਮੈਂ ਤਾਂ ਬੇਨਤੀ ਤੁਹਾਨੂੰ ਕਰ ਰਿਹਾ ਕਿ ਲੱਗਣਾ ਚਾਹੀਦਾ ਕਿ ਨਹੀਂ ਲੱਗਣਾ ਚਾਹੀਦਾ। ਸੁਣੋ ਸੀ ਨਾ ਪਹਿਲਾਂ, ਮੈਨੂੰ ਦਿਖਾਓ ਐਸੀਆਂ ਲੁਧਿਆਣੇ 'ਚ ਮੰਨ ਲਓ 100 ਆਰਗੇਨਾਈਜੇਸ਼ਨ ਹੈ ਜੀ ਜੀ, ਦਿਖਾਓ ਕਿਹਦੇ ਝੰਡਾ ਵੀ ਤਿਰੰਗਾ ਨਾਲ ਲਾਇਆ ਹੋਇਆ। ਨਹੀਂ, ਮੈਂ ਇਹ ਕਹਿ ਰਿਹਾ ਕਿ ਜੇ ਆਪਾਂ ਦੇਸ਼ ਨਾਲ ਪਿਆਰ ਆ, ਦੇਸ਼ ਨਾਲ ਪਿਆਰ ਹੈ, ਫਿਰ ਪਿਆਰ ਉਸ ਵਾਸਤੇ ਕੰਮ ਕਰ ਰਹੇ ਹਾਂ। ਸਾਡੇ ਪ੍ਰਚਾਰਕਾਂ ਨੇ ਸ਼ਹੀਦੀਆਂ ਦਿੱਤੀਆਂ, ਸਾਡੇ ਪ੍ਰਚਾਰਕ ਦਿਨ ਰਾਤ ਲੱਗਦੇ ਆ, ਸਾਡੇ ਪ੍ਰਚਾਰਕ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਘੁੰਮਦੇ ਆ, ਗੁਜਰਾਤ ਤੋਂ ਕੱਛ ਤੱਕ ਜਾਂਦੇ ਆ, ਕਲਕੱਤੇ ਤੋਂ ਬੰਬੇ ਥਾਰ ਪੂਰਾ ਪੂਰਾ ਵਿਸ਼ਵ ਹਿੰਦੁਸਤਾਨ ਘੁੰਮਦੇ ਆ ਦੇਸ਼ ਤੇ ਨੂੰ ਜੋੜਨ ਦੇ ਲਈ, ਦੇਸ਼ ਦੀ ਤਰੱਕੀ ਦੇ ਲਈ। ਔਰ ਉਹ ਸੰਤ ਦੇ ਰੂਪ ਚ ਕਾਰਿਆ ਕਰਤਾ ਹੈ, ਸੰਤ ਹੈ ਉਹ। ਤੋ ਉਹਦੇ ਨਾਲ ਜਿਹੜੀ ਤੁਸੀਂ ਗੱਲ ਕੀਤੀ ਹੈ, ਇਹ ਸਾਰੀਆਂ ਫੇਕ ਚੀਜ਼ਾਂ। ਸਾਡਾ ਸਿਰਫ ਦੇਸ਼ ਲਈ ਕੰਮ ਕਰਨਾ, ਆਰਐਸ ਦਾ ਕਰ ਕਰਕੇ ਇੱਕ ਹੀ ਕਾਰਿਆ ਕਰਦਾ, ਸਿਰਫ ਤੇ ਸਿਰਫ ਉਹਨੂੰ ਦੇਸ਼ ਹੈ, ਉਹਨੂੰ ਪਰਿਵਾਰ ਦਾ ਨਹੀਂ ਹੈਗਾ, ਉਹਨੂੰ ਕਿਸੇ ਤਰ੍ਹਾਂ ਦਾ ਕੁਛ ਤੇ ਉਹਨੂੰ ਸਿਰਫ ਤੇ ਸਿਰਫ ਦੇਸ਼ ਤੇ ਦੇਸ਼ ਦੀ ਜਨਤਾ ਦਾ ਕੰਮ ਕਰਨਾ। ਮੇਰਾ ਆਖਰੀ ਸਵਾਲ ਕਿ ਜਦੋਂ ਪੰਜਾਬ ਦੇ ਪਾਣੀਆਂ ਦੀ ਗੱਲ ਹੁੰਦੀ ਆ, ਜਦੋਂ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਲੈਣ ਦੀ ਗੱਲ ਹੁੰਦੀ ਆ, ਉਦੋਂ ਤੁਸੀਂ ਪੰਜਾਬ ਦੇ, ਤੁਸੀਂ ਕਹਿੰਦੇ ਹੋ ਮੈਂ ਵਾਸੀ ਹਾਂ, ਪੰਜਾਬ ਦੇ ਜੰਮੇ ਪਲੇ ਹੋ, ਫਿਰ ਤੁਸੀਂ ਸਾਹਮਣੇ ਖੁੱਲ੍ਹ ਕੇ ਕਿਉਂ ਨਹੀਂ ਆਉਂਦੇ ਜੀ? ਜਿਹੜਾ ਸ਼ਹਿਰੀ ਵੋਟ ਆ ਜਾਂ ਸ਼ਹਿਰੀ ਲੋਕ ਨੇ, ਉਹ ਵੀ ਇੱਥੇ ਇਸ ਚੀਜ਼ ਦੇ ਲਈ ਬੋਲਦੇ ਨੇ ਕਿ ਇਕੱਲਾ ਜਿਹੜਾ ਪੰਜਾਬ ਦਾ ਪਾਣੀ ਆ ਉਹ ਸਿੱਖ ਭਾਈਚਾਰੇ ਨਹੀਂ ਪੀਣਾ ਵਾ? ਨਹੀਂ, ਬਿਲਕੁਲ ਨਹੀਂ। ਜਾਂ ਸਿੱਖ ਨੇ ਖੇਤੀ ਕਰਨੀ ਆ? ਪੰਜਾਬ ਸਾਡਾ ਜੀ, ਪੰਜਾਬ ਦੇ ਪਾਣੀਆਂ ਲਈ ਕਿਉਂ ਨਹੀਂ ਬੋਲਦੇ? ਪੰਜਾਬ ਦੇ ਪਾਣੀਆਂ ਲਈ ਸਾਡੇ ਪ੍ਰਧਾਨ ਜੋ ਵੀ ਮੌਕੇ ਤੇ ਰਹੇ ਹੈ ਔਰ ਵਿਧਾਨ ਸਭਾ ਦੇ ਅੰਦਰ ਸਾਡੇ ਨੁਮਾਇੰਦੇ ਹਮੇਸ਼ਾ ਪੰਜਾਬ ਦੀ ਗੱਲ ਕਰਦੇ ਰਹੇ ਹੈ ਔਰ ਪੰਜਾਬ ਤੇ ਪੰਜਾਬੀਅਤ ਲਈ ਭਾਰਤੀ ਜਨਤਾ ਪਾਰਟੀ ਦਾ ਇੱਕ ਹੀ ਕਾਰਜਕਰਤਾ, ਇੱਕ ਨੇਤਾ ਖੜਾ, ਉਹਦੇ ਵਾਸਤੇ ਅਸੀਂ ਹਮੇਸ਼ਾ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹਾਂ। 10 ਸਾਲ ਸਰ ਤੁਸੀਂ ਕੈਪਟਨ ਸਰਕਾਰ ਦੇ ਆਉਣ ਤੋਂ ਪਹਿਲਾਂ 10 ਸਾਲ ਤੁਸੀਂ ਪੰਜਾਬ ਦੇ ਵਿੱਚ ਤੁਹਾਡੀ ਭਾਈਵਾਲੀ ਪਾਰਟੀ ਅਕਾਲੀ ਦਲ ਤੇ ਤੁਸੀਂ ਰਾਜ ਕੀਤਾ। ਉਦੋਂ ਵੀ ਰਾਜਸਥਾਨ ਨੂੰ ਪਾਣੀ ਜਾ ਰਿਹਾ ਸੀਗਾ, ਕਰੋੜਾਂ ਅਰਬਾਂ ਰੁਪਈਆਂ ਦਾ ਅਸੀਂ ਉਹਨਾਂ ਨੂੰ ਪਾਣੀ ਦੇ ਚੁੱਕੇ ਹਾਂ। ਕਦੋਂ ਉਹਨਾਂ ਨੂੰ ਕਹਿਤਾ ਕਿ ਪੈਸਾ ਦਿਓ? ਨਹੀਂ, ਦੇਖੋ ਬੰਦ ਕਿਉਂ ਨਹੀਂ ਕੀਤਾ ਗਿਆ? ਸੁਣੋ ਦੇਖੋ, ਉਹ ਜਿਹੜੀ ਗੱਲ ਹੈ ਕੈਪਟਨ ਸਾਹਿਬ ਨੇ ਆ ਕੇ ਬੰਦ ਕਰਤਾ। ਨਹੀਂ, ਮੈਂ ਤਾਂ ਕੈਪਟਨ ਸਾਹਿਬ ਨੂੰ ਜਸਟੀਫਾਈ, ਉਹ ਤਾਂ ਆਪ ਕਈਆਂ ਦਿੰਦੇ ਸੀਗੇ ਚਾਂਦੀ ਦਾ ਬਣਾ ਕੇ। ਮੈਂ ਤੁਹਾਨੂੰ ਪਤਾ ਕੀ, ਉਹ ਤਾਂ ਚਾਂਦੀ ਦਾ ਕਈਆਂ ਦਿੰਦੇ ਸੀਗੇ ਲਾਓ ਟੱਕ, ਠੀਕ ਹੈ ਨਾ। ਇਹ ਜਿਹੜੀ ਹੈਗੀ ਕੁਝ ਜਿਹੜੇ ਹੈਗੇ ਆ ਇੰਟਰਸਟੇਟ ਸਮਝੌਤੇ ਹੁੰਦੇ ਆ ਔਰ ਉਹ ਲੀਗਲੀ ਹੱਲ ਹੋਣੇ ਆ। ਪਰ ਰਿਪੇਰੀਅਨ ਕਾਨੂੰਨ ਦੇ ਮੁਤਾਬਕ ਤਾਂ ਪਹਿਲਾਂ ਹੱਕ ਪੰਜਾਬ ਦੇ ਬਣਦਾ ਨਾ ਜੀ। ਹੈ ਬਿਲਕੁਲ, ਪੰਜਾਬ ਦਾ ਬਣਦਾ ਬਿਲਕੁਲ। ਅਸੀਂ ਤਾਂ ਅਸੀਂ ਜਿਹੜਾ ਪਾਕਿਸਤਾਨ 'ਚ ਪਾਣੀ ਜਾ ਰਿਹਾ ਸੀਗਾ, ਤਾਂ ਹੀ ਤਾਂ ਮੋਦੀ ਸਰਕਾਰ ਉਹਨੂੰ ਰੋਕ ਰਹੀ ਹੈ ਵੀ ਅਸੀਂ ਉਹ ਪਾਕਿਸਤਾਨ ਫਾਲਤੂ, ਸੁਣੋ ਸੀ ਨਾ, ਪਾਕਿਸਤਾਨ ਦਾ ਫਾਲਤੂ ਪਾਣੀ ਜਿਹੜਾ ਜਾ ਰਿਹਾ ਉਹ ਰੋਕ ਕੇ ਅਸੀਂ ਪੰਜਾਬ 'ਚ ਦੇਵਾਂਗੇ। ਪਰ ਇਹ ਤਾਂ ਨਾ ਇਕੱਲਾ ਤੁਸੀਂ ਜਿਹੜੇ ਕੰਪੀਟੀਟਰ ਆ
ਉਹ ਆਪਦੀ ਮਰਜ਼ੀ ਨਾਲ ਚੁਣਿਆ ਜਾ ਰਿਹਾ। ਪਾਕਿਸਤਾਨ ਨਾਲ ਸਾਡਾ ਕੀ ਮੁਕਾਬਲਾ? ਉਹ ਛੋਟੀ ਜਿਹੀ ਕੰਟਰੀ। ਅਸੀਂ ਜਦੋਂ ਫੋਨ ਦੇ ਵਿੱਚ ਵੀ ਗੇਮ ਖੇਡਦੇ ਆ ਨਾ ਜੀ, ਉਹ ਜੋ ਟੀਮ ਸਿਲੈਕਟ ਕਰਦੇ ਆ, ਅਸੀਂ ਆਪਣੇ ਮਰਜ਼ੀ ਦੇ ਪਲੇਅਰ ਕਰਦੇ ਆ ਤੇ ਜਿੱਤਦਾ ਵੀ ਕੰਪਿਊਟਰ ਤੋਂ ਜਿਹੜਾ ਖੇਡਣ ਵਾਲਾ ਉਹੀ ਹੁੰਦਾ। ਅਸੀਂ ਕੰਪੀਟੀਟਰ ਅਮਰੀਕਾ ਨੂੰ, ਚਾਈਨਾ ਨੂੰ ਕਿਉਂ ਨਹੀਂ ਕਰਦੇ? ਪਾਕਿਸਤਾਨ ਕੀ ਆ? ਪਾਕਿਸਤਾਨ ਕੀ ਆ? ਅਸੀਂ ਚੀਨ ਸਾਡੇ ਅੰਦਰ ਇੰਨਾ ਆ ਗਿਆ, ਚੀਨ ਸਾਡੇ ਅੰਦਰ ਤੱਕ ਆ ਗਿਆ। ਸਾਡੇ ਮੁੰਡੇ ਪੰਜਾਬ ਦੇ ਵਿੱਚ 4 ਸ਼ਹੀਦ ਹੋਏ ਉਹਨਾਂ ਨਾਲ ਲੜਦੇ, ਤੇ ਅਸੀਂ ਉਹੋ ਜਿਹਾ ਕੰਟਰੀਆਂ ਨਾਲ ਟੱਕਰ ਲੈਣ ਦੀ ਗੱਲ ਨਹੀਂ ਕਰ। ਜਦੋਂ ਵੀ ਕੋਈ ਗੱਲ ਹੁੰਦੀ ਆ ਤੁਹਾਡੀ ਪਾਰਟੀ ਤੇ ਇਹੀ ਦੋਸ਼ ਲੱਗਦਾ ਰਿਹਾ ਕਿ ਹਿੰਦੂ ਮੁਸਲਿਮ ਪਾਕਿਸਤਾਨ, ਬਸ ਇਸ ਤੋਂ ਇਲਾਵਾ ਕੁਝ ਨਹੀਂ। ਤੁਸੀਂ ਦੇਖੋ 1962 ਚ ਜਦ ਚੀਨ ਸਾਡੇ ਅੰਦਰ ਆਇਆ ਤਾਂ ਰਾਜ ਕਿਹਦਾ ਸੀ? ਕਾਂਗਰਸ ਦਾ। ਪਹਿਲਾਂ ਗੱਲ ਪੂਰੀ ਸੁਣੋ। ਮੈਂ ਵੀ ਤੁਹਾਨੂੰ ਇਹ ਕਹਿ ਰਿਹਾ, ਮੈਂ ਉਹਨਾਂ ਨੂੰ ਜਸਟੀਫਾਈ ਨਹੀਂ ਕਰ ਰਿਹਾ, ਬਿਲਕੁਲ ਮੈਂ ਉਹਨਾਂ ਦੇ ਹੁੰਦੇ ਵੀ ਇਹੀ ਕੁਝ। ਹਿੰਦੁਸਤਾਨ ਦੇ 1 ਇੰਚ ਨਹੀਂ ਅੱਗੇ ਵੱਧ ਸਕਿਆ। ਅੱਜ ਚਾਈਨਾ ਨੂੰ ਪਹਿਲਾਂ ਡੋਕਲਾਮ ਦਾ, ਹੁਣ ਲੱਦਾਖ 'ਚ ਅੱਜ ਚਾਈਨਾ ਨੂੰ ਆਪਣੇ ਇੱਜ਼ਤ ਬਚਾਉਣ ਦੀ ਪਈ ਹੋਈ ਹੈ। ਔਰ ਜੇ ਸਾਡੇ ਸ਼ਹੀਦ ਹੋਏ ਆ, ਲੇਕਿਨ ਉਹਨਾਂ ਨੂੰ ਸਬਕ ਸਿਖਾ ਕੇ ਸਾਡੇ ਬੰਦੇ ਸ਼ਹੀਦ ਹੋਏ ਆ। ਸੋ ਬਾਰਡਰ ਤੇ ਸਾਡੇ ਫੌਜੀ ਖੜੇ ਆ, ਜਵਾਨ ਸਾਡਾ ਮੁਸਤੈਦ ਹੈ, 1 ਇੰਚ ਵੀ ਨਹੀਂ। ਔਰ ਅਸੀਂ ਬਲਕਿ ਜਿੱਥੇ ਜਿੱਥੇ ਹਿੰਦੁਸਤਾਨ ਦੀਆਂ ਪਹਿਲਾਂ ਫੌਜਾਂ ਸੀ ਉਹ ਉਸ ਤੋਂ ਅੱਗੇ ਵਧੀਆਂ। ਸੋ ਤੁਸੀਂ ਇਹ ਗੱਲਾਂ ਫੇਕ ਹੈ ਯਾਰ। ਨਹੀਂ, ਮੈਂ ਕੰਪੀਟੀਟਰ ਦੀ ਗੱਲ ਕੀਤੀ ਸੀ ਕਿ ਜਦੋਂ ਵੀ ਕੋਈ ਗੱਲ ਆਉਂਦੀ ਆ ਤਾਂ ਪਾਕਿਸਤਾਨ ਤੇ ਸੈੱਟ ਦਿੱਤਾ ਜਾਂਦਾ। ਪਾਕਿਸਤਾਨ ਜਦੋਂ ਪਾਣੀ ਦੀ ਗੱਲ ਕੀਤੀ, ਪਾਣੀ ਦੀ ਵੀ ਚਲੋ ਮੰਨ ਲਓ ਪਾਕਿਸਤਾਨ ਦੀ ਗੱਲ। ਸਾਡਾ ਜਿਹੜਾ ਪਾਣੀ ਜੇ ਬਹਾਓ ਪਾਕਿਸਤਾਨ ਕੰਨੀ ਹੈ, ਸਾਡਾ ਬਹਾਓ ਚੀਨ ਕੰਨੀ ਤਾਂ ਹੈ ਨਹੀਂ। ਤਾਂ ਪਾਕਿਸਤਾਨ ਦੇ ਮੁੱਦੇ ਦੀ ਗੱਲ ਨਹੀਂ ਕਰਦਾ ਜੀ, ਮੈਂ ਇਕੱਲੇ ਪਾਣੀ ਦੇ ਮੁੱਦੇ ਦੀ ਨਹੀਂ ਗੱਲ ਕਰਦਾ। ਅੱਜ ਆਪਾਂ ਕਹਿੰਦੇ ਕਿ ਪਾਣੀ ਪਾਕਿਸਤਾਨ ਦਾ ਅਸੀਂ ਰੋਕਤਾ, ਫਿਰ ਪੰਜਾਬ ਦਾ ਪਾਣੀ ਦੂਜੀਆਂ ਸਟੇਟਾਂ 'ਚ ਜਾਣ ਤੋਂ ਕਿਉਂ ਨਹੀਂ ਰੋਕਿਆ ਜਾ ਰਿਹਾ? ਕਿ ਪੰਜਾਬ ਨਾਲ ਕਿਉਂ? ਉਹੀ ਪਾਣੀ ਜਿਹੜਾ ਸਰਪਲਸ ਹੋਏਗਾ ਉਹ ਸਾਰੀਆਂ ਸਾਡੀਆਂ ਪੰਜਾਬ ਦੀ ਜ਼ਰੂਰਤਾਂ ਪੂਰੀਆਂ ਹੋਣਗੀਆਂ। ਉਸ ਤੋਂ ਬਾਅਦ ਜਿਹੜੀ ਹੈਗੀ ਹੈ ਉਹ ਕੋਈ ਨਾ ਕੋਈ ਸਰ ਲੋੜਾ ਹੈ ਹੀ ਨਹੀਂ। 18 ਡਿਸਟ੍ਰਿਕਟ ਨੇ ਜਿਹੜੇ ਪੰਜਾਬ ਦੇ, ਉਹ ਡੇਂਜਰ ਜ਼ੋਨ ਦੇ ਵਿੱਚ ਆ ਚੁੱਕੇ ਨੇ। ਜ਼ਮੀਨਾਂ 'ਚੋਂ ਪਾਣੀ ਕੱਢ ਲਿਆ ਇੰਨਾ ਜੱਟਾਂ ਨੇ, ਕਿਸਾਨਾਂ ਨੇ ਝੋਨੇ ਨੂੰ ਦੇਣ ਲਈ ਖੇਤੀ। ਜੇ ਉਹਨਾਂ ਨੂੰ ਨਹਿਰੀ ਪਾਣੀ ਦਿੱਤਾ ਜਾਵੇ ਤਾਂ ਲੋੜ ਹੀ ਨਾ ਪਵੇ ਜੀ। ਮੋਦੀ ਸਰਕਾਰ ਦਾ ਕਸੂਰ ਹੈ ਵੀ ਉਹਨਾਂ ਨੇ ਪਾਣੀ ਕੱਢ ਲਿਆ। ਪਾਣੀ ਹੁਣ ਤਾਂ ਨਹੀਂ ਜੇ ਦਿੱਤਾ ਜਾਵੇ। ਸੁਣੋ ਸੀ ਭਾਜੀ, 3 ਸਾਲ ਹੋਇਆ ਕੈਪਟਨ ਸਰਕਾਰ ਨੂੰ। ਗੱਲ ਤਾਂ ਸੁਣੋ ਜੀ। ਜੇ ਉਹ ਡੇਂਜਰ ਜ਼ੋਨ ਆ ਗਿਆ, ਬਲੈਕ ਜ਼ੋਨ ਆ ਗਿਆ, ਉਹਦੇ ਕਰਕੇ ਹੀ ਉਹਨਾਂ ਨੇ ਚਿੰਤਾ ਕੀਤੀ ਕੇਂਦਰ ਸਰਕਾਰ ਨੇ। ਔਰ ਜਲ ਸੁਰੱਖਿਅਨ ਜਿਹੜਾ ਉਹਨੇ ਮੰਤਰਾਲਿਆ ਬਣਾਇਆ, ਆਦਰਨੀय ਸ਼ੇਖਾਵਤ ਜੀ, ਗਜੇਂਦਰ ਸ਼ੇਖਾਵਤ ਜੀ ਸਾਡੇ ਉਹਦੇ ਮੰਤਰੀ ਹੈ। ਅਸੀਂ ਉਸ 'ਤੇ ਕੰਮ ਕਰ ਰਹੇ ਹਾਂ। ਦੇਖੋ ਤੁਸੀਂ ਐਸੀਆਂ ਚੀਜ਼ਾਂ ਵਾਸਤੇ ਜਿਹਨੂੰ ਬਾਬੇ ਗੁਰੂ ਨਾਨਕ ਨੇ ਜਿੱਦਾਂ ਪਾਣੀ ਦਾ ਉਹਨੇ ਦੱਸਿਆ ਸੀ, ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਤ, ਅਸੀਂ ਉਸ 'ਤੇ ਐਕਚੁਅਲ ਕੰਮ ਕਰ ਰਹੇ ਹਾਂ। ਇਹ ਨਾਮ ਤਾਂ ਇਹ ਲੈਂਦੇ, ਅਸੀਂ ਉਸ ਤੋਂ ਵੱਧ ਨਾਮ ਵੀ ਲੈਂਦੇ ਹਾਂ ਤੇ ਉਹਨਾਂ ਦੇ ਕਈ ਸ਼ਬਦਾਂ ਤੇ ਚੱਲ ਵੀ ਰਹੇ ਹਾਂ। ਤੇ ਫਿਰ ਪਾਣੀ ਇਹ ਤੁਸੀਂ ਇੱਥੇ ਤੁਸੀਂ ਪੰਜਾਬ ਦੇ ਨਾਲ ਖੜੋਗੇ ਜਦੋਂ ਹਰਿਆਣੇ ਨੂੰ 100% ਨਹੀਂ ਜੀ, ਪਹਿਲਾਂ ਸਾਡਾ ਪੂਰਾ ਹੋ ਤਾਂ ਹਰਿਆਣਾ ਨੂੰ ਦੇਵਾਂਗੇ। ਪੰਜਾਬ ਨੂੰ ਬਚਾਉਣ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਬੜੇ ਲੀਡਰਾਂ ਨੇ ਸ਼ਹੀਦੀਆਂ ਦਿੱਤੀਆਂ। ਬਾਬੂ ਹਿਤ ਪਲਾਸ਼ ਵਰਗਿਆਂ ਨੇ, ਪੰਡਿਤ ਖੁਸ਼ੀ ਰਾਮ ਸ਼ਰਮਾ ਵਰਗਿਆਂ ਨੇ ਬੜੇ ਬੰਦੇ ਨੇ ਸ਼ਹੀਦੀਆਂ ਦਿੱਤੀਆਂ। ਪੰਜਾਬ ਤੇ ਪੰਜਾਬੀਅਤ ਵਾਸਤੇ ਭਾਰਤੀ ਜਨਤਾ ਪਾਰਟੀ ਦਾ ਇੱਕ ਨੁਮਾਇੰਦਾ, ਇੱਕ ਵਰਕਰ ਹਮੇਸ਼ਾ ਮੁਸਤੈਦ ਹੈ। ਮੈਂ ਆਖਰ ਦੇ ਵਿੱਚ ਸਾਰੀ ਗੱਲ ਨੂੰ ਸਮੇਟਦਾ ਹੋਇਆ ਆਉਣਾ ਕਿ ਕਦੇ ਤਾਂ ਕਿਸਾਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਉਹ ਪਾਰਟੀਆਂ ਉਕਸਾਉਂਦੀਆਂ ਨੇ, ਦੂਸਰੀਆਂ ਪਾਰਟੀਆਂ ਦੇ ਉਕਸਾਏ ਹੋ ਸੜਕਾਂ ਤੇ ਨੇ। ਚਲੋ ਕਿਸਾਨ ਵੀ ਸਮਝਦਾਰ ਨੇ, ਉਹਨਾਂ ਨੂੰ ਪਤਾ ਕਿ ਕੌਣ ਉਹਨਾਂ ਨੂੰ ਉਕਸਾ ਰਿਹਾ ਕੌਣ ਨਹੀਂ। ਲੰਬੇ ਘੋਲ ਲੜੇ ਨੇ ਉਹਨਾਂ ਨੇ, ਸੰਘਰਸ਼ ਵੀ ਲੜੇ ਨੇ। ਕਦੇ ਉਹਨਾਂ ਨੂੰ ਜਿਹੜੀ ਫਿਲਮੀ ਅਦਾਕਾਰਾ ਵਾ ਉਹ ਅੱਤਵਾਦੀ ਤੱਕ ਕਹਿ ਦਿੰਦੀ ਆ, ਤੇ PM ਮੋਦੀ ਜੀ ਉਹਨੂੰ ਫੋਲੋ ਵੀ ਕਰਦੇ ਨੇ, ਉਹਨੂੰ 22+ ਸੁਰੱਖਿਆ ਵੀ ਦਿੱਤੀ ਜਾਂਦੀ ਆ। ਕੀ ਤੁਹਾਡੇ ਤੁਸੀਂ ਪੰਜਾਬ ਦੇ ਜੰਮੇ ਪਲੇ ਹੋ, ਤੁਹਾਨੂੰ ਲੱਗਦਾ ਕਿ ਜਿਹੜੇ ਸੜਕਾਂ ਤੇ ਬੈਠੇ ਨੇ, ਟੋਲਾਂ ਤੇ ਬੈਠੇ ਆ ਅੱਤਵਾਦੀ ਨੇ? ਨਾ, ਇਹ ਅੰਨਦਾਤਾ ਜਿਹਨੇ ਵੀ ਕੋਈ ਗੱਲ ਐਸੀ ਵੈਸਾ ਕਿਸੇ ਨੇ ਕਹੀ ਨਹੀਂ। ਜੇ ਕਹੀ ਹੈ ਤਾਂ ਗਲਤ ਕਹੀ ਹੈ, ਉਹ ਸਾਡੇ ਅੰਨਦਾਤਾ। ਤੁਸੀਂ ਕਰੋਗੇ ਵਿਰੋਧ ਫਿਰ ਉਸ ਗੱਲ ਦਾ? ਬਿਲਕੁਲ, ਜਿਹੜਾ ਕੋਈ ਗਲਤ ਕਹੂਗਾ ਕਿਸਾਨਾਂ ਦੇ ਤੇ ਅਸੀਂ ਉਹਦੇ ਖਿਲਾਫ ਹਾਂ। ਸੋ ਪੰਜਾਬ ਦੇ ਵਿੱਚ ਹੁਣ ਕਦੋਂ ਤੱਕ ਆਸ ਰੱਖੀਏ ਕਿ ਜਿਹੜਾ ਇੱਕ ਬਿੱਲ ਆ, ਕਦੋਂ ਤੱਕ ਕਿਸਾਨਾਂ ਦੇ ਜੇ ਤੁਸੀਂ ਕਹਿੰਦੇ ਹੋ ਸਮਝਾਇਆ ਜਾਂਦਾ ਤੇ ਉਹਨਾਂ ਨੂੰ ਇਸ ਲਈ ਮਨਾਇਆ ਜਾਂਦਾ, ਕਦੋਂ ਤੱਕ ਇਹ ਲੋਕ ਉਹਨਾਂ ਦਾ ਸੰਘਰਸ਼ ਜਿਹੜਾ ਉਹ ਖਤਮ ਹੋਣ ਦੀ? ਮੈਨੂੰ ਲੱਗਦਾ ਬਹੁਤ ਜਲਦੀ ਇਹ ਜਿਹੜਾ ਸੰਘਰਸ਼ ਖਤਮ ਹੋਏਗਾ। ਸੋ ਇਹ ਸਨ ਪ੍ਰਵੀਨ ਬਾਂਸਲ ਜੀ, ਜਿਨ੍ਹਾਂ ਨੇ ਹਰ ਗੱਲ ਦਾ ਬੇਬਾਕ ਜਵਾਬ ਦਿੱਤਾ। ਤੇ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਜਿਹੜੇ ਨੇ ਮੰਗ ਰੱਖੀ ਆ ਉਹਨਾਂ ਨੇ ਕਿ ਸਾਨੂੰ ਇਹ ਕਾਨੂੰਨ, ਇਹ ਬਿੱਲ ਇਹ ਨਹੀਂ ਚਾਹੀਦੇ, ਵਾਪਸ ਲੈ ਜਾਣ। ਕੀ ਸਰਕਾਰ ਉਹਨਾਂ ਦੀ ਮੰਨਦੀ ਆ ਕਿ ਨਹੀਂ ਮੰਨਦੀ, ਜਾਂ ਕਿਸਾਨ ਆ ਉਹ ਕੁਝ ਸਮਝੌਤੇ ਕਰਕੇ ਪਿੱਛੇ ਹਟਦੇ ਆ ਕਿ ਆਪਣੀ ਜੇ ਉਹ ਅੱਜ ਜਿੱਦ ਦੇ ਉੱਤੇ ਅੜੇ ਹੋਏ ਨੇ
ਕਿ ਸਾਨੂੰ ਇਹ ਬਿੱਲ ਨਹੀਂ ਚਾਹੀਦਾ, ਉਹਨੂੰ ਹੀ ਮਨਵਾ ਕੇ ਸੜਕਾਂ ਤੋਂ ਟੋਲਾਂ ਤੋਂ ਉੱਠਦੇ ਨੇ। ਆਉਣ ਵਾਲੇ ਸਮੇਂ 'ਚ ਵੀ ਦੇਖਿਆ ਜਾਊਗਾ ਕਿ ਜਿਹੜਾ ਦਲਿਤ ਦੇ ਨਾਮ ਦੇ ਉੱਤੇ ਅੱਜ ਸਾਰੀਆਂ ਪਾਰਟੀਆਂ ਵੱਲੋਂ, ਰਾਜਨੀਤਿਕ ਪਾਰਟੀਆਂ ਵੱਲੋਂ ਇੱਕ ਰਾਜਨੀਤੀ ਕੀਤੀ ਜਾ ਰਹੀ ਆ ਕਿ ਵਾਕਈ ਹੀ ਉਹਨਾਂ ਦਲਿਤ ਪਰਿਵਾਰਾਂ ਨੂੰ, ਉਹਨਾਂ ਭੈਣਾਂ ਨੂੰ ਇਨਸਾਫ ਮਿਲ ਸਕੂਗਾ ਤੇ ਉਹਨਾਂ ਦੋਸ਼ੀਆਂ ਨੂੰ ਕੋਈ ਮਿਸਾਲੀ ਸਜ਼ਾ ਦੇ ਕੇ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਧੀਆਂ ਭੈਣਾਂ ਬੱਚੀਆਂ ਦੇ ਨਾਲ ਇਸ ਤਰ੍ਹਾਂ ਦਾ ਹੋ ਹੀ ਨਾ ਸਕੇ। ਸੋ ਕੈਮਰਾਮੈਨ ਅਮਰਤਪਾਲ ਦੇ ਨਾਲ ਤਰਲੋਚਨ ਸਿੰਘ, ਪ੍ਰਾਈਮ ਉਦੇ, ਲੁਧਿਆਣਾ। ਧੰਨਵਾਦ।